ਪ੍ਰਾਈਮ ਏਸ਼ੀਆ ਟੀਵੀ ਦੇਖ ਰਹੇ ਸਾਰੇ ਦਰਸ਼ਕਾਂ ਦਾ ਇੱਕ ਵਾਰ ਫਿਰ ਤੋਂ ਨਿੱਘਾ ਸਵਾਗਤ ਕਰਦੇ ਹਾਂ ਪ੍ਰੋਗਰਾਮ ਪ੍ਰਾਈਮ ਟਾਈਮਸ ਵਿੱਚ। ਮੈਂ ਹਾਂ ਨਵਜੀਤ। ਤੁਹਾਨੂੰ ਪਤਾ ਹੀ ਹੈ ਕਿ ਪ੍ਰੋਗਰਾਮ ਵਿੱਚ ਦੇਸ਼ ਦੁਨੀਆ ਦੀਆਂ ਖਬਰਾਂ ਤੇ ਚਰਚਾ ਕਰੀਦੀ ਹੈ, ਨਾਲ ਨਾਲ ਰਾਸ਼ਟਰੀ ਖਬਰਾਂ ਵੀ ਹੁੰਦੀਆਂ ਨੇ, ਸਮਾਜਿਕ ਮੁੱਦੇ ਵੀ ਹੁੰਦੇ ਆ ਜਿਨ੍ਹਾਂ ਤੇ ਚਰਚਾ ਕਰੀਦੀ ਹੈ। ਪ੍ਰੋਗਰਾਮ ਦੀ ਸ਼ੁਰੂਆਤ ਅੱਜ ਵਿਸ਼ਵ ਖੂਨਦਾਨ ਦਿਵਸ ਤੋਂ ਕਰਾਂਗੇ। ਵਿਸ਼ਵ ਰਕਤਦਾਤਾ ਦਿਵਸ ਬਹੁਤ ਜ਼ਰੂਰੀ ਹੈ। ਅੱਜ ਦੇ ਸਮੇਂ ਦੇ ਵਿੱਚ ਖੂਨਦਾਨ ਕਰਨਾ, ਸਮੇਂ-ਸਮੇਂ ਤੇ ਇਹ ਗੱਲ ਹੁੰਦੀ ਆ ਰਹੀ ਹੈ ਕਿ ਵਿਸ਼ਵ ਦੇ ਵਿੱਚ ਖੂਨਦਾਨੀਆਂ ਦੀ ਗਿਣਤੀ ਘਟਦੀ ਜਾ ਰਹੀ ਹੈ। ਇਹ ਗੱਲ ਬਿਲਕੁਲ ਠੀਕ ਹੈ। ਕਰੋਨਾ ਕਾਲ ਤੋਂ ਬਾਅਦ ਬਹੁਤ ਜ਼ਿਆਦਾ ਫਰਕ ਪਿਆ। ਕਰੋਨਾ ਕਾਲ ਤੋਂ ਬਾਅਦ ਡੋਨਰਾਂ ਦੇ ਵਿੱਚ ਕਮੀ ਆਈ, ਇਹ ਗੱਲ ਮੰਨਣ ਵਾਲੀ ਹੈ। ਪਰ ਹੁਣ ਇੱਕ ਵਾਰ ਫਿਰ ਤੋਂ ਬਹੁਤ ਸਾਰੇ ਲੋਕਾਂ ਨੂੰ ਅਪੀਲ ਕੀਤੀ ਜਾ ਰਹੀ ਹੈ ਕਿ ਖੂਨਦਾਨ ਕੀਤਾ ਜਾਵੇ। ਡਾਕਟਰ ਕਾਰਲ, ਜਿਨ੍ਹਾਂ ਨੇ ਇਸ ਦਿਨ 14 ਜੂਨ ਨੂੰ, ਜਦੋਂ ਉਹਨਾਂ ਦਾ ਜਨਮ ਦਿਨ ਹੁੰਦਾ ਹੈ, ਉਹਨਾਂ ਨੇ ਬਲੱਡ ਗਰੁੱਪਾਂ ਦੀ ਪਹਿਚਾਣ ਕੀਤੀ। A ਪੋਜ਼ਿਟਿਵ, B ਪੋਜ਼ਿਟਿਵ, ਇਹ ਸਾਰੇ ਬਲੱਡ ਗਰੁੱਪ, O ਪੋਜ਼ਿਟਿਵ, O ਨੈਗੇਟਿਵ, ਜਿੰਨੇ ਵੀ ਬਲੱਡ ਗਰੁੱਪ ਨੇ ਉਹਨਾਂ ਨੇ ਪਹਿਚਾਣ ਕੀਤੀ। ਇਸ ਕਰਕੇ ਇਹ ਦਿਨ ਮਨਾਇਆ ਜਾਂਦਾ ਹੈ। ਦੂਸਰੇ ਪਾਸੇ ਅੱਜ ਦੇ ਸਮੇਂ ਦੇ ਦੌਰਾਨ ਬਹੁਤ ਸਾਰੇ ਲੋਕ ਇਸ ਤਰ੍ਹਾਂ ਦੇ ਨੇ ਜਿਨ੍ਹਾਂ ਦੇ ਮਨ ਦੇ ਵਿੱਚ ਇੱਕ ਡਰ ਰਹਿੰਦਾ ਕਿ ਜੇਕਰ ਅਸੀਂ ਖੂਨਦਾਨ ਕਰ ਦਿੱਤਾ ਕਿਤੇ ਸਿਹਤ ਨਾ ਖਰਾਬ ਹੋ ਜੇ। ਕੁਝ ਲੋਕਾਂ ਦੇ ਵਿੱਚ ਇਹ ਸ਼ੱਕ ਹੈ ਕਿ ਮੋਟਾਪਾ ਵੱਧ ਜਾਂਦਾ ਖੂਨਦਾਨ ਕਰਨ ਦੇ ਨਾਲ। ਬਹੁਤ ਸਾਰੇ ਲੋਕਾਂ ਦੀ ਦਿਮਾਗ ਦੀ ਸੋਚਣ ਦੀ ਸ਼ਕਤੀ ਇੱਧਰ ਨੂੰ ਚਲਾ ਜਾਂਦੀ ਹੈ ਕਿ ਕਿਤੇ ਸਰੀਰ ਕਮਜ਼ੋਰ ਨਾ ਹੋ ਜਾਵੇ। ਪਰ ਇਹ ਬਹੁਤ ਸਾਰੀਆਂ ਗੱਲਾਂ ਵਹਿਮ ਵੀ ਨੇ। ਕੁਝ ਇਸ ਤਰ੍ਹਾਂ ਦੇ ਖਿਆਲ ਨੇ ਜੋ ਆਪਣੇ ਮਨ ਦੇ ਵਿੱਚ ਆਪ ਬਣਾਏ ਜਾਂਦੇ ਨੇ। ਬਹੁਤ ਸਾਰੇ ਡਾਕਟਰ ਇਸ ਚੀਜ਼ ਦੀ ਸਲਾਹ ਦਿੰਦੇ ਆ ਕਿ ਖੂਨਦਾਨ ਕਰਨਾ ਚਾਹੀਦਾ ਤੇ ਨਾਲ ਦੀ ਨਾਲ ਸਰੀਰਕ ਤੌਰ ਤੇ ਖੂਨ ਦਾ ਜਿਹੜਾ ਸਰਕਲ ਹੈ ਉਹ ਵੀ ਸਹੀ ਰਹਿੰਦਾ। ਅੱਜ ਵਿਸ਼ਵ ਖੂਨਦਾਨ ਦਿਵਸ ਦੇ ਉੱਪਰ ਦੋ ਤਿੰਨ ਖਬਰਾਂ ਬਹੁਤ ਧਿਆਨ ਮੰਗਦੀਆਂ ਜਿਹੜੀਆਂ ਪੜ੍ਹੀਆਂ। ਹੁਣ ਇੱਕ ਸ਼ਖਸ ਇਸ ਤਰ੍ਹਾਂ ਦੇ ਨੇ, ਚੰਡੀਗੜ੍ਹ ਦੇ ਭੁਪਿੰਦਰ ਨਾਗਪਾਲ ਨਾਮ ਹੈ, 157 ਵਾਰ ਖੂਨਦਾਨ ਕੀਤਾ ਜਾ ਚੁੱਕਿਆ ਇਹਨਾਂ ਦੇ ਵੱਲੋਂ। ਹੋਰ ਉਹਨਾਂ ਦਾ ਕਹਿਣਾ ਕੋਈ ਸਰੀਰਕ ਤੌਰ ਤੇ ਸਮੱਸਿਆ ਨਹੀਂ ਆਈ, ਕਈ ਅਵਾਰਡ ਜਿੱਤ ਚੁੱਕੇ ਨੇ। ਵੱਡੀ ਗੱਲ ਇਹ ਹੈ ਕਿ ਅੱਜ ਦੇ ਸਮੇਂ ਦੇ ਦੌਰਾਨ ਜਦੋਂ ਇੱਕ ਪਾਸੇ ਲੋਕ ਡਰਦੇ ਆ ਖੂਨਦਾਨ ਕਰਨ ਤੋਂ, ਤੇ ਉੱਥੇ ਹੀ ਇੱਕ 70 ਸਾਲ ਤੋਂ ਵੱਧ ਦੇ ਬਜ਼ੁਰਗ ਨੇ, ਗੁਰਦਾਸਪੁਰ ਵਾਲੇ ਪਾਸੇ ਹੈ। ਹੋਰ ਉਹਨਾਂ ਨੇ ਵੀ ਅੱਜ ਇੱਕ ਵੀਡੀਓ ਜਾਰੀ ਕੀਤੀ ਤੇ ਉਹਦੇ ਵਿੱਚ ਵੀ ਇਹ ਗੱਲ ਕਹੀ ਹੈ ਕਿ ਖੂਨਦਾਨ ਖੁੱਲ੍ਹ ਕੇ ਕਰਨਾ ਚਾਹੀਦਾ। ਜਿਹਦੀ ਉਮਰ 18 ਸਾਲ ਤੋਂ ਉੱਪਰ ਹੈ ਤੇ 60 ਸਾਲ ਤੋਂ ਘੱਟ ਹੈ, ਪਰ ਉਹ ਬਾਬੇ ਦੀ ਉਮਰ 70 ਸਾਲ ਦੇ ਕਰੀਬ ਹੈ, ਫਿਰ ਵੀ ਤਾਂ ਖੂਨਦਾਨ ਕਰ ਹੀ ਰਹੇ ਹੋ। ਕਹਿੰਦੇ ਕੋਈ ਸਮੱਸਿਆ ਨਹੀਂ ਮੈਨੂੰ ਅਜੇ ਤੱਕ, ਕਿਉਂਕਿ ਸਮੱਸਿਆ ਇਸ ਕਰਕੇ ਨਹੀਂ ਆਈ, ਸਰੀਰਕ ਤੌਰ ਤੇ ਕਸਰਤ ਕੀਤੀ ਜਾ ਰਹੀ ਹੈ, ਸਰੀਰਕ ਤੌਰ ਤੇ ਆਪਣੇ ਆਪ ਨੂੰ ਤੰਦਰੁਸਤ ਰੱਖਿਆ, ਇਸ ਕਰਕੇ ਸਮੱਸਿਆ ਨਹੀਂ ਆਉਂਦੀ। ਦੂਸਰੇ ਪਾਸੇ ਅੱਜ ਬਹੁਤ ਸਾਰੇ ਲੋਕ ਇਸ ਤਰ੍ਹਾਂ ਦੇ ਨੇ ਜਿਹੜੇ ਖੂਨਦਾਨ ਕਰਨਾ ਚਾਹੁੰਦੇ ਆ, ਪਰ ਬਹੁਤ ਸਾਰੇ ਲੋਕਾਂ ਨੂੰ ਵੀ ਪਤਾ ਹੋਣਾ ਚਾਹੀਦਾ ਕਿ ਲੱਖਾਂ ਗਿਣਤੀ ਵਿੱਚ, ਲੀਟਰ ਦੇ ਵਿੱਚ ਇਹ ਖੂਨ ਜੋ ਦਾਨ ਕੀਤਾ ਜਾ ਰਿਹਾ ਬਰਬਾਦ ਹੋ ਰਿਹਾ। ਕਿਉਂ? ਕਿਉਂਕਿ ਜਿਸ ਹਿਸਾਬ ਦੇ ਨਾਲ ਡਾਕਟਰ ਕਹਿ ਦਿੰਦੇ ਆ ਕਿ ਸਾਨੂੰ ਇੰਨਾ ਖੂਨ ਚਾਹੀਦਾ, ਅੱਧਾ ਕੀ ਵਰਤਿਆ ਜਾਂਦਾ, ਅੱਧੇ ਤੋਂ ਵੱਧ ਨਾਲੀਆਂ ਦੇ ਵਿੱਚ ਵਹਿ ਜਾਂਦਾ। ਇੱਕ ਬਹੁਤ ਵੱਡੀ ਅਖਬਾਰ ਦੀ ਅੱਜ ਦੀ ਇੱਕ ਰਿਪੋਰਟ ਲੱਗੀ ਹੈ। ਇਹ ਥੈਲੇਸੀਮੀਆ ਦੇ ਬੱਚੇ ਬਿਮਾਰੀ ਹੈ ਇੱਕ, ਛੋਟੀ ਉਮਰ ਦੇ ਵਿੱਚ ਬੱਚਿਆਂ ਦੇ ਸਰੀਰ ਵਿੱਚ ਖੂਨ ਨਹੀਂ ਬਣਦਾ, ਉਹਨਾਂ ਨੂੰ ਖੂਨ ਦੀ ਜ਼ਰੂਰਤ ਹੈ। ਅੱਜ ਅਪੀਲ ਸਾਰਿਆਂ ਨੂੰ ਇਹੀ ਹੈ ਕਿ ਭਾਈ ਇੱਕ ਨਾ ਇੱਕ ਦਿਨ ਸਮਾਂ ਕੱਢ ਕੇ ਖੂਨ ਜ਼ਰੂਰ ਦਾਨ ਕੀਤਾ ਜਾਵੇ, ਉਹਨਾਂ ਬੱਚਿਆਂ ਲਈ ਵੀ, ਉਹਨਾਂ ਲੋਕਾਂ ਲਈ ਵੀ ਜਿਨ੍ਹਾਂ ਨੂੰ ਜ਼ਰੂਰਤ ਹੁੰਦੀ ਹੈ। ਵੈਸੇ ਵੀ ਅੱਜ ਦੇ ਸਮੇਂ ਦੇ ਵਿੱਚ ਬਹੁਤ ਸਾਰੇ ਖੂਨਦਾਨ ਕੈਂਪ ਲਗਾਏ ਜਾਂਦੇ ਨੇ ਜਿੱਥੇ ਖੂਨਦਾਨ ਕੀਤਾ ਜਾਂਦਾ, ਪਰ ਉਹ ਖੂਨਦਾਨ ਕਿੱਧਰਲੇ ਪਾਸੇ ਜਾਂਦਾ, ਕੀ ਇੱਕ ਧੰਦਾ ਤਾਂ ਨਹੀਂ ਬਣ ਕੇ ਰਹਿ ਗਿਆ? ਇਹ ਵੀ ਨਾਲ ਦੀ ਨਾਲ ਧਿਆਨ ਰੱਖਣ ਵਾਲੀ ਗੱਲ ਹੈ, ਵਿਚਾਰ ਕਰਨ ਵਾਲੀ ਗੱਲ ਹੈ। ਖਬਰਾਂ ਦੀ ਜੇਕਰ ਗੱਲ ਕਰੀਏ, ਸਿਆਸੀ ਖਬਰਾਂ ਦੀ, ਤਾਂ ਗੱਲ ਕਰਦੇ ਹਾਂ ਸਭ ਤੋਂ ਪਹਿਲਾਂ ਪ੍ਰਧਾਨ JP ਨੱਡਾ ਦੀ, ਭਾਜਪਾ ਦੇ ਕੌਮੀ ਪ੍ਰਧਾਨ ਅੱਜ ਹੁਸ਼ਿਆਰਪੁਰ ਵਿੱਚ ਪਹੁੰਚੇ। ਹੁਸ਼ਿਆਰਪੁਰ ਦੇ ਵਿੱਚ ਆ ਕੇ ਉਹਨਾਂ ਨੇ ਜਿਸ ਹਿਸਾਬ ਦੇ ਨਾਲ ਅੱਜ ਗੱਲਾਂ ਕਹੀਆਂ, ਭਾਜਪਾ ਦੇ 9 ਸਾਲਾਂ ਦੇ ਦੌਰਾਨ ਕੀਤੇ ਗਏ ਕੰਮਾਂ ਨੂੰ ਦੁਹਰਾਇਆ। ਉਹ ਧਿਆਨ ਮੰਗਦੇ ਨੇ ਸਾਰੇ ਕੰਮ, ਕਿਹੜੇ ਕੰਮ ਹੈ ਜਿਹੜੇ ਕੀਤੇ ਗਏ। ਹੁਣ ਸਭ ਤੋਂ ਵੱਡੀ ਗੱਲ ਤਾਂ ਹੈ ਕਿ ਦੇਸ਼ ਦੇ ਵਿੱਚ ਆਰਥਿਕ ਵਿਕਾਸ ਹੋਇਆ, ਅਰਥ ਵਿਵਸਥਾ ਉੱਪਰ ਵੱਲ ਆ ਰਹੀ ਹੈ। ਇਹਨੂੰ ਲੈ ਕੇ ਸਮੇਂ-ਸਮੇਂ ਤੇ ਇਹ ਪ੍ਰਾਪਤੀਆਂ ਗਿਣਵਾਈਆਂ ਜਾ ਰਹੀਆਂ ਨੇ। JP ਨੱਡਾ ਜਦੋਂ ਹੁਸ਼ਿਆਰਪੁਰ ਪਹੁੰਚੇ ਤਾਂ ਉੱਥੇ ਬਹੁਤ ਸਾਰੇ ਸਿਆਸਤਦਾਨ ਜਿਹੜੇ ਕਾਂਗਰਸ ਛੱਡ ਕੇ ਵੀ ਪਾਰਟੀ ਵਿੱਚ ਸ਼ਾਮਲ ਹੋਏ ਆ ਉਹ ਵੀ ਪਹੁੰਚੇ। ਹੁਣ ਜਦੋਂ ਸੁਨੀਲ ਜਾਖੜ ਉੱਥੇ ਪਹੁੰਚਦੇ ਨੇ ਤਾਂ ਉਹਨਾਂ ਨੇ ਵੀ ਲੋਕਾਂ ਨੂੰ ਸੰਬੋਧਨ ਕਰਦਿਆਂ ਪ੍ਰਾਪਤੀਆਂ ਵੀ ਗਿਣਵਾਈਆਂ। ਲੋਕਾਂ ਨੂੰ ਸੰਬੋਧਨ ਕਰਦਿਆਂ ਉਹਨਾਂ ਨੇ ਦੱਸਿਆ ਕਿ ਭਾਜਪਾ ਪਾਰਟੀ ਨੇ ਕਿਹੜੇ-ਕਿਹੜੇ ਕੰਮ ਕੀਤੇ ਆ, ਖਾਸ ਕਰਕੇ ਸਿੱਖ ਭਾਈਚਾਰੇ ਦੇ ਪ੍ਰਤੀ ਜੋ ਕੰਮ ਕੀਤੇ ਆ, ਚਾਹੇ ਉਹ ਕਰਤਾਰਪੁਰ ਸਾਹਿਬ ਦਾ ਲਾਂਘਾ ਹੋਵੇ, ਚਾਹੇ ਸ਼੍ਰੀ ਗੁਰੂ ਨਾਨਕ ਦੇਵ ਜੀ ਦੇ 550 ਸਾਲਾ ਪ੍ਰਕਾਸ਼ ਪੁਰਬ ਤੇ ਜੋ ਸਮਾਗਮ ਕਰਵਾਇਆ ਸੀ ਉਹਦੀ ਚਰਚਾ ਹੋਵੇ। ਬਹੁਤ ਸਾਰੇ ਹੋਰ ਵੀ ਅਜਿਹੇ ਕੰਮ ਨੇ ਜੋ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਹੋਰਾਂ ਨੇ ਕਰਵਾਏ। ਇੱਕ ਕਿਤਾਬਚਾ ਵੀ ਛਾਪਿਆ ਗਿਆ ਸੀ ਜਿਹਦੇ ਵਿੱਚ ਇੱਕ ਇੱਕ ਕੰਮ ਨੂੰ ਦੱਸਿਆ ਗਿਆ। ਹੁਣ ਇਸੇ ਕਰਕੇ ਸੀ
ਕਿ ਸਿੱਖ ਭਾਈਚਾਰੇ ਨੂੰ ਨਾਲ ਜੋੜਨ ਦਾ ਯਤਨ ਕੀਤਾ ਜਾ ਰਿਹਾ ਹੈ। ਤੇ ਦੂਸਰੇ ਪਾਸੇ ਜਦੋਂ ਭਾਜਪਾ ਦੇ ਕੌਮੀ ਪ੍ਰਧਾਨ JP ਨੱਡਾ ਪੰਜਾਬ ਆਏ, ਇਹਦਾ ਮਤਲਬ ਹੈ ਕਿ ਆਉਣ ਵਾਲੇ ਸਮੇਂ ਦੇ ਦੌਰਾਨ ਜੋ ਰੈਲੀਆਂ ਹੋਰ 2 ਕੀਤੀਆਂ ਜਾਣੀਆਂ, ਇੱਕ ਗੁਰਦਾਸਪੁਰ ਵਿੱਚ ਤੇ ਇੱਕ ਹੁਸ਼ਿਆਰਪੁਰ ਵਿੱਚੋਂ ਅੱਜ ਸੀ, ਹੁਣ ਆਉਂਦੇ ਦਿਨਾਂ ਨੂੰ ਉੱਥੇ ਭਾਜਪਾ ਦੇ ਹੋਰ ਉੱਚ ਸਿਆਸਤਦਾਨ ਪਹੁੰਚਣਗੇ। ਅਮਿਤ ਸ਼ਾਹ ਵੀ ਆ ਸਕਦੇ ਨੇ, ਕਿਉਂਕਿ ਉਹਨਾਂ ਨੇ ਵੀ ਆਉਂਦੇ ਦਿਨਾਂ ਨੂੰ ਭਾਰਤ ਵਿੱਚ ਸਰਕਾਰ ਦੀਆਂ ਪ੍ਰਾਪਤੀਆਂ ਨੂੰ ਗਿਣਵਾਉਣਾ। ਹੁਣ ਵੱਡੀ ਗੱਲ ਇਹ ਹੈ ਕਿ ਦੇਸ਼ ਦੀ ਮੋਦੀ ਸਰਕਾਰ ਜਾਂ ਕੇਂਦਰ ਸਰਕਾਰ ਨੇ ਜਿਸ ਹਿਸਾਬ ਦੇ ਨਾਲ ਅਰਥ ਵਿਵਸਥਾ ਨੂੰ ਉੱਪਰ ਚੁੱਕਣ ਦਾ ਯਤਨ ਕੀਤਾ, ਉਹ ਸਾਰੇ ਕੰਮ ਗਿਣਾਏ ਜਾ ਰਹੇ ਨੇ। JP ਨੱਡਾ ਜਦੋਂ ਹੁਸ਼ਿਆਰਪੁਰ ਪਹੁੰਚੇ ਤਾਂ ਉਹਨਾਂ ਨੇ ਸਭ ਤੋਂ ਪਹਿਲਾਂ ਸ਼ੁਰੂਆਤ ਹੀ ਇੱਥੋਂ ਕੀਤੀ ਹੈ ਕਿ ਅੱਜ ਵਿਸ਼ਵ ਦੇ ਕਈ ਦੇਸ਼ ਭਾਰਤ ਦੇ ਨਾਲ ਸੰਬੰਧ ਰੱਖਦੇ ਪਏ ਹੈ, ਭਾਰਤ ਦੇ ਨਾਲ ਵਪਾਰ ਵਧਾਉਣਾ ਚਾਹੁੰਦੇ ਨੇ। ਉਹ ਇਸੇ ਕਰਕੇ ਵਧਾਉਣਾ ਚਾਹੁੰਦੇ ਹੈ ਕਿ ਆਉਂਦੇ ਸਮੇਂ ਦੇ ਦੌਰਾਨ ਭਾਰਤ ਦਾ ਨਾਮ ਜੋ ਅੱਜ ਵਿਸ਼ਵ ਪੱਧਰ ਤੇ ਅਰਥ ਵਿਵਸਥਾ ਦੇ ਵਿੱਚ ਉੱਪਰ ਚੁੱਕਿਆ ਜਾ ਰਿਹਾ ਹੈ, ਉੱਪਰ ਚੁੱਕ ਹੋ ਰਿਹਾ ਹੈ, ਇਹਦੇ ਨਾਲ ਬਹੁਤ ਸਾਰੇ ਦੇਸ਼ ਜੁੜ ਰਹੇ ਨੇ। ਅਰਥ ਵਿਵਸਥਾ ਦੀ ਗੱਲ ਕਰੀਏ ਤੇ ਇਹਦੇ ਵਿੱਚ ਕੋਈ ਸ਼ੱਕ ਨਹੀਂ ਕਿ ਹੁਣ ਕਈ ਦੇਸ਼ਾਂ ਦੇ ਵਿੱਚ ਮੰਦੀ ਦੇ ਹਾਲਾਤ ਨੇ। ਆਪਣੇ ਆਪ ਨੂੰ ਸੁਪਰ ਪਾਵਰ ਕਹਿਣ ਵਾਲੇ ਅਮਰੀਕਾ ਵਰਗੇ ਮੁਲਕ ਦੇ ਵਿੱਚ ਵੀ ਮੰਦੀ ਦੇ ਸੰਕੇਤ ਦਿਖਾਈ ਦੇ ਰਹੇ ਨੇ। ਜਰਮਨ ਦੇ ਵਿੱਚ ਮੰਦੀ ਦੇ ਸੰਕੇਤ ਨੇ। UK ਦੇ ਵਿੱਚ ਕਈ ਸੰਸਥਾਵਾਂ ਇਸ ਤਰ੍ਹਾਂ ਦੀਆਂ ਨੇ ਜੋ ਕਹਿ ਰਹੀਆਂ ਆਉਂਦੇ ਸਮੇਂ ਦੌਰਾਨ ਮੰਦੀ ਆ ਸਕਦੀ ਹੈ। ਨਰਸਾਂ ਹੜਤਾਲ ਤੇ ਸੀ ਰਹੀਆਂ, ਉਸ ਤੋਂ ਪਹਿਲਾਂ ਅਧਿਆਪਕ, ਹੋਰ ਵੀ ਵੱਖ-ਵੱਖ ਥਾਵਾਂ ਤੇ ਕੰਮ ਕਰਨ ਵਾਲਾ ਸਰਕਾਰੀ ਅਮਲਾ ਫੈਲਾ ਹੜਤਾਲ ਤੇ ਰਿਹਾ। ਇਹ ਵੀ ਇੱਕ ਸੰਕੇਤ ਸੀ ਕਿ ਆਉਂਦੇ ਸਮੇਂ ਨੂੰ ਮਹਿੰਗਾਈ ਜਿਸ ਹਿਸਾਬ ਨਾਲ ਵੱਧਦੀ ਹੈ, ਦੇਸ਼ ਦੇ ਹਾਲਾਤ ਖਰਾਬ ਹੋ ਰਹੇ ਨੇ, ਉਹ ਵੀ ਕਿਸੇ ਨਾ ਕਿਸੇ ਨਾਲ ਆਉਣ ਵਾਲੇ ਸਮੇਂ 'ਚ ਆਰਥਿਕ ਤੌਰ ਤੇ ਮਜ਼ਬੂਤੀ ਲਈ ਮੋਢੇ ਨਾਲ ਮੋਢਾ ਜੋੜਨਾ ਚਾਹੁੰਦੇ ਆ। ਹੁਣ ਜੇਕਰ ਭਾਰਤ ਦੀ ਗੱਲ ਕਰੀਏ ਤੇ ਭਾਰਤ ਇਸ ਵੇਲੇ ਜਿਸ ਹਿਸਾਬ ਦੇ ਨਾਲ ਆਰਥਿਕ ਵਿਕਾਸ ਦਾ ਪਹੀਆ ਕਿਹਾ ਜਾਂਦਾ ਕਿ ਬਹੁਤ ਤੇਜ਼ ਹੁੰਦਾ ਜਾ ਰਿਹਾ ਹੈ, ਇਹਦਾ ਮਤਲਬ ਇਹੀ ਹੈ ਕਿ ਬਹੁਤ ਸਾਰੇ ਦੇਸ਼ ਅੱਜ ਨਾਲ ਜੁੜਨਾ ਚਾਹੁੰਦੇ ਨੇ। ਮੋਦੀ ਸਾਹਿਬ ਦੀਆਂ ਪ੍ਰਾਪਤੀਆਂ ਦੀ ਜੇਕਰ ਗੱਲ ਕੀਤੀ ਜਾਵੇ ਤਾਂ ਜਿਸ ਹਿਸਾਬ ਦੇ ਨਾਲ JP ਨੱਡਾ ਨੇ ਇਹ ਕਹਿਣ ਦੀ ਕੋਸ਼ਿਸ਼ ਕੀਤੀ ਹੈ ਕਿ ਦੇਸ਼ ਦੇ ਪ੍ਰਧਾਨ ਮੰਤਰੀ ਜਦੋਂ ਦੇ ਸੱਤਾ ਦੇ ਵਿੱਚ ਆਏ ਨੇ ਉਸ ਵੇਲੇ ਦਾ ਦੇਸ਼ ਵਿਕਾਸ ਕਰ ਰਿਹਾ ਹੈ। ਵਿਕਾਸ ਤਾਂ ਪਹਿਲਾਂ ਵੀ ਹੋ ਰਿਹਾ ਸੀ, ਇਹ ਨਹੀਂ ਕਿ ਵਿਕਾਸ 2014 ਤੋਂ ਹੀ ਹੋਣਾ ਸ਼ੁਰੂ ਹੋਇਆ। ਹਾਂ, ਇੰਨਾ ਜ਼ਰੂਰ ਹੈ ਕੁਛ ਕੁ ਕੰਮ, ਕੁਛ ਕੁ ਨੀਤੀਆਂ ਇਸ ਤਰ੍ਹਾਂ ਦੀਆਂ ਜਿਹੜੀਆਂ ਸਮੇਂ ਦੇ ਹਿਸਾਬ ਦੇ ਨਾਲ ਬਦਲੀਆਂ, ਪਰ ਇਹ ਵੀ ਮੰਨਿਆ ਜਾ ਸਕਦਾ ਹੈ ਕਿ ਬਹੁਤ ਸਾਰੀਆਂ ਨੀਤੀਆਂ ਇਸ ਤਰ੍ਹਾਂ ਦੀਆਂ ਰਹੀਆਂ ਜਿਹੜੀਆਂ ਕਾਂਗਰਸ ਸਰਕਾਰ ਦੇ ਵੇਲੇ ਬਣਾਈਆਂ ਗਈਆਂ, ਜਿਹੜੀਆਂ ਨੀਤੀਆਂ ਨੂੰ ਭਾਜਪਾ ਨੇ ਅੱਗੇ ਲੈ ਕੇ ਜਾਣ ਦਾ ਸਿਰਫ ਯਤਨ ਕੀਤਾ। ਇਸ ਤਰ੍ਹਾਂ ਦੇ ਕੰਮ ਵੀ ਤਾਂ ਹੈਗੇ ਆ ਜਿਹੜੇ ਗਿਣਾਏ ਜਾ ਰਹੇ ਨੇ। ਪਰ ਅੱਜ ਜਦੋਂ ਵਿਕਾਸ ਦੀ ਗੱਲ ਹੁੰਦੀ ਹੈ, ਅੱਜ ਜਦੋਂ ਇਹ ਗੱਲ ਹੁੰਦੀ ਹੈ ਕਿ ਭਾਰਤ ਹੁਣ ਕਿਸੇ ਵੀ ਦੇਸ਼ ਤੋਂ ਘੱਟ ਨਹੀਂ, ਤਾਂ ਇਹ ਮੰਨਿਆ ਜਾ ਸਕਦਾ ਹੈ ਕਿ ਆਉਂਦੇ ਸਮੇਂ ਦੇ ਦੌਰਾਨ ਬਹੁਤ ਸਾਰੇ ਦੇਸ਼ ਭਾਰਤ ਦੇ ਨਾਲ ਆ ਕੇ ਖੜ ਸਕਦੇ ਨੇ। ਹੁਣ ਦੂਜੀ ਗੱਲ ਹੈ ਕਿ ਭਾਜਪਾ ਦੇ ਵਿੱਚ ਜਾਂ ਸ਼੍ਰੋਮਣੀ ਅਕਾਲੀ ਦਲ ਦੇ ਨਾਲ ਗੱਠਜੋੜ ਦੀ ਇੱਕ ਚਰਚਾ ਚੱਲਦੀ ਹੈ। ਉੱਥੇ ਵੀ ਕੁਝ ਕੁ ਪੱਤਰਕਾਰਾਂ ਨੇ ਸਵਾਲ ਪੁੱਛ ਲਿਆ। ਵੈਸੇ ਤਾਂ ਕੱਲ ਚੰਦੂ ਮਾਜਰਾ ਸਾਹਿਬ ਨੇ ਪ੍ਰੈਸ ਕਾਨਫਰੰਸ ਕੀਤੀ, ਉੱਥੇ ਵੀ ਇੱਕ ਪੱਤਰਕਾਰ ਨੇ ਸਵਾਲ ਪੁੱਛ ਲਿਆ ਕਿ ਕਹਿੰਦੇ ਆ ਕਿ ਭਾਜਪਾ ਦਾ ਗੱਠਜੋੜ ਦੁਆਰਾ ਸ਼੍ਰੋਮਣੀ ਅਕਾਲੀ ਦਲ ਨਾਲ ਜਾਂ ਸ਼੍ਰੋਮਣੀ ਅਕਾਲੀ ਦਲ ਭਾਜਪਾ ਨਾਲ ਗੱਠਜੋੜ ਕਰਨਾ ਚਾਹੁੰਦੀ ਹੈ। ਚੰਦੂ ਮਾਜਰਾ ਸਾਹਿਬ ਨੇ ਗੱਲ ਕਹੀ, ਉਹ ਕਹਿੰਦੇ ਕਿ ਇਦਾਂ ਦਾ ਤਾਂ ਕੋਈ ਗੱਲ ਹੈ ਹੀ ਨਹੀਂ, ਪਰ ਇੰਨਾ ਜ਼ਰੂਰ ਹੈ ਤੋਂ ਮਨਾ ਨਹੀਂ ਕੀਤਾ ਜਾ ਸਕਦਾ, ਮੁਨਕਰ ਨਹੀਂ ਹੋਇਆ ਜਾ ਸਕਦਾ। ਇਹਦਾ ਮਤਲਬ ਹੈ ਆਉਂਦੇ ਦਿਨਾਂ ਨੂੰ ਕਿ ਇਹ ਗੱਠਜੋੜ ਹੋ ਸਕਦਾ, ਕਿਉਂਕਿ ਚੰਦੂ ਮਾਜਰਾ ਸਾਹਿਬ ਤੇ ਇਹ ਵੀ ਕਹਿੰਦੇ ਸਿਆਸਤ ਹੈ ਇਹ, ਸਿਆਸਤ ਦੇ ਵਿੱਚ ਹਮੇਸ਼ਾ ਹੀ ਦਰਵਾਜ਼ੇ ਸਾਰੇ ਪਾਸਿਓਂ ਖੁੱਲ੍ਹੇ ਹੁੰਦੇ ਨੇ, ਬਸ ਸੁਰ ਤੇ ਤਾਲ ਮਿਲਣੇ ਚਾਹੀਦੇ ਆ। ਇਹਦਾ ਮਤਲਬ ਹੈ ਆਉਂਦੇ ਦਿਨਾਂ ਨੂੰ ਸੁਰ ਤੇ ਤਾਲ ਮਿਲਣ ਦੀ ਕੀ ਸੰਭਾਵਨਾ ਹੈਗੀ ਆ। ਜਦੋਂ ਅਸ਼ਵਨੀ ਸ਼ਰਮਾ ਵੱਲ ਦੇਖਦੇ ਆ, ਪੰਜਾਬ ਪ੍ਰਧਾਨ ਜਿਹੜੇ ਨੇ ਭਾਜਪਾ ਦੇ, ਉਹਨਾਂ ਵੱਲੋਂ ਤਾਂ ਠੰਡੀ ਹਵਾ ਦਾ ਬੁੱਲਾ ਕੋਈ ਨਹੀਂ ਆ ਰਿਹਾ। ਪਰ ਜੇਕਰ ਸ਼੍ਰੋਮਣੀ ਅਕਾਲੀ ਦਲ ਵੱਲੋਂ ਦੇਖੀਏ ਤਾਂ ਉਹ ਕਹਿੰਦੇ ਆ ਆਉਂਦੇ ਦਿਨਾਂ ਨੂੰ ਹੋ ਸਕਦਾ ਕਿ ਗੱਠਜੋੜ ਹੋ ਜਾਵੇ। ਵੈਸੇ ਚਰਚਾ ਇਹ ਵੀ ਚੱਲਦੀ ਹੈ ਕਿ ਚੰਡੀਗੜ੍ਹ 'ਚ ਜਾਂ ਫਿਰ ਦਿੱਲੀ ਦੇ ਵਿੱਚ ਮੀਟਿੰਗਾਂ ਵੀ ਅੰਦਰ ਖਾਤੇ ਹੋ ਰਹੀਆਂ ਨੇ। ਕਿੰਨਾ ਸੱਚ ਹੈ ਕਿੰਨਾ ਨਹੀਂ ਸਾਨੂੰ ਪਤਾ ਨਹੀਂ, ਪਰ ਇੰਨਾ ਜ਼ਰੂਰ ਹੈ JP ਨੱਡਾ ਸਾਹਿਬ ਨੇ ਇਹ ਗੱਲ ਕਹੀ ਹੈ ਕਾਂਗਰਸ ਤੇ ਤਿੱਖੇ ਨਿਸ਼ਾਨੇ ਲਾਉਂਦੇ ਆ ਕਿ ਭਾਰਤ ਦੇ ਵਿੱਚ ਐਮਰਜੈਂਸੀ ਕਿਹਨੇ ਲਗਾਈ, ਕਿਹਨੇ ਇਦਾਂ ਦੇ ਹਾਲਾਤ ਬਣਾ ਦਿੱਤੇ। ਇਹ ਵੀ ਗੱਲ ਸਿੱਖ ਧਰਮ ਨਾਲ ਜੋੜ ਕੇ ਦੇਖੀ ਜਾ ਰਹੀ ਹੈ। ਇਹਦਾ ਮਤਲਬ ਹੈ ਆਉਂਦੇ ਦਿਨਾਂ ਨੂੰ ਜਿਸ ਹਿਸਾਬ ਦੇ ਨਾਲ ਇਹ ਪ੍ਰੋਗਰਾਮ ਕੀਤੇ ਜਾ ਰਹੇ ਨੇ, ਕਿਉਂਕਿ 9 ਸਾਲ ਪੂਰੇ ਹੋਣ ਤੇ ਪੰਜਾਬ ਦੇ ਵਿੱਚ ਹੀ ਕਿਉਂ ਚੁਣਿਆ ਗਿਆ, ਕਿਉਂਕਿ 2024 ਦੀਆਂ ਲੋਕ ਸਭਾ ਦੀਆਂ ਚੋਣਾਂ ਆ ਰਹੀਆਂ ਨੇ ਤੇ ਦੂਜੇ ਪਾਸੇ ਸੀਟਾਂ ਭਾਵੇਂ ਯੂਪੀ ਦੇ ਮੁਕਾਬਲੇ, ਮਹਾਰਾਸ਼ਟਰ ਜਾਂ ਹੋਰ ਸੂਬਿਆਂ ਦੇ ਮੁਕਾਬਲੇ ਘੱਟ ਨੇ, ਪਰ ਇੱਕ ਸੀਟ ਵੀ ਇੱਥੋਂ ਨਿਕਲਦੀ ਹੈ, 2 ਵੀ ਨਿਕਲਦੀਆਂ ਨੇ ਤਾਂ ਧਿਆਨ ਰੱਖਿਆ ਜਾ ਰਿਹਾ ਹੈ। ਉਹ ਇਸ ਕਰਕੇ ਕਿ ਜਲੰਧਰ ਦੇ ਵਿੱਚ ਹੋਈ ਜਿਮਨੀ ਚੋਣ ਨੇ ਭਾਜਪਾ ਨੂੰ ਹੁਲਾਰਾ ਦਿੱਤਾ। ਜਲੰਧਰ ਵਿੱਚ ਹੋਈ ਜਿਮਨੀ ਚੋਣ ਦੇ ਕਰਕੇ ਭਾਜਪਾ ਨੂੰ ਲੱਗਦਾ ਪਿਆ ਕਿ ਸਾਡੇ ਪੈਰ ਪਸਰ ਰਹੇ ਨੇ, ਤੇ ਜੇਕਰ ਇਸੇ ਹਿਸਾਬ ਨਾਲ ਕੰਮ ਚੱਲਦਾ ਰਿਹਾ, ਜੇ ਅੱਜ ਵਿਧਾਨ ਸਭਾ ਦੀਆਂ ਚੋਣਾਂ ਹੋ ਜਾਣ ਤਾਂ ਭਾਜਪਾ ਕਹਿੰਦੀ ਜਲੰਧਰ ਦੇ ਵਿੱਚ 2 ਸੀਟਾਂ ਸਾਡੀਆਂ ਪੱਕੀਆਂ। ਲੀਡ ਪ੍ਰਾਪਤ ਕੀਤੀ ਹੈ ਕਾਂਗਰਸ ਦੇ, ਜਿੱਥੋਂ 5 ਵਿਧਾਇਕ ਹੋਣ
ਉੱਥੋਂ ਇਸ ਤਰ੍ਹਾਂ ਦੀ ਲੀਡ ਪ੍ਰਾਪਤ ਕਰਨਾ ਆਪਣੇ ਆਪ ਦੇ ਵਿੱਚ ਵੱਡੀ ਗੱਲ ਹੈ। ਤੇ ਦੂਸਰੀ ਜਿਹੜੀ ਹੁਣ ਚਰਚਾ ਚੱਲਦੀ ਪਈ ਹੈ ਕਿ ਇਸ ਵੇਲੇ ਕਾਂਗਰਸ ਦੇ ਮੰਨ ਕੇ ਚੱਲੋ 3 ਤੋਂ 4 ਇਸ ਤਰ੍ਹਾਂ ਦੇ ਚਿਹਰੇ ਨੇ ਜਿਹੜੇ ਪਾਰਟੀ ਦੇ ਵਿੱਚ ਸ਼ਾਮਲ ਹੋਣਾ ਚਾਹੁੰਦੇ ਨੇ। ਉਹ ਕਿਹੜੇ ਚਿਹਰੇ ਨੇ ਇਹ ਕਾਂਗਰਸ ਨੂੰ ਪਤਾ ਹੋਣਾ ਜਾਂ ਪੰਜਾਬ ਕਾਂਗਰਸ ਦੇ ਪ੍ਰਧਾਨ ਨੂੰ ਪਤਾ ਹੋਣਾ। ਆਉਂਦੇ ਦਿਨਾਂ ਨੂੰ ਜੇਕਰ ਇਦਾਂ ਦੀ ਗੱਲ ਹੈਗੀ ਆ ਤਾਂ ਮੰਨ ਕੇ ਚੱਲੋ ਕਿ ਕੁਝ ਵੀ ਸਿਆਸਤ ਦੇ ਵਿੱਚ ਹੋ ਸਕਦਾ ਹੈ। ਦੂਸਰੇ ਪਾਸੇ ਜੇਕਰ ਗੱਲ ਕੀਤੀ ਜਾਵੇ ਆਮ ਆਦਮੀ ਪਾਰਟੀ ਦੀ ਤਾਂ ਇਸ ਵੇਲੇ ਬਹੁਤ ਸਾਰੀਆਂ ਚਰਚਾਵਾਂ ਸਿਖਰਾਂ ਤੇ ਚੱਲਦੀਆਂ ਪਈਆਂ ਨੇ। ਆਮ ਆਦਮੀ ਪਾਰਟੀ ਪਿਛਲੇ ਕਈ ਦਿਨ ਤੋਂ ਜਿਸ ਹਿਸਾਬ ਦੇ ਨਾਲ ਪੰਜਾਬ ਦੇ ਵਿੱਚ ਕੁਝ ਮੁੱਦੇ ਸਾਹਮਣੇ ਆ ਰਹੇ ਨੇ, ਚਾਹੇ ਉਹ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਸਾਹਿਬ ਤੇ ਗਵਰਨਰ ਸਾਹਿਬ ਦਾ ਮਾਮਲਾ ਹੋਵੇ, ਚਾਹੇ ਚੰਡੀਗੜ੍ਹ ਦੇ ਵਿੱਚ ਕੂੜੇ ਦਾ ਮਸਲਾ ਹੋਵੇ, ਉਹਨੂੰ ਬਹੁਤ ਉਭਾਰਿਆ ਜਾ ਰਿਹਾ ਹੈ। ਦੇਖੋ ਇੱਕ ਗੱਲ ਤਾਂ ਪੱਕੀ ਹੈ ਕਿ ਭਾਰਤ ਵਿੱਚ ਬਹੁਤ ਸਾਰੇ ਮਸਲੇ ਵੱਖ-ਵੱਖ ਸੂਬਿਆਂ ਦੇ ਵਿੱਚ ਹੈਗੇ ਆ। ਕੂੜੇ ਦੀ ਗੱਲ ਕੀਤੀ ਜਾਵੇ, ਜੋ ਮਸਲਾ ਅੱਜ ਚੰਡੀਗੜ੍ਹ ਦੇ ਵਿੱਚ ਚੁੱਕਿਆ ਗਿਆ, ਆਮ ਆਦਮੀ ਪਾਰਟੀ ਦੇ ਬੁਲਾਰੇ ਨੇ ਮਲਵਿੰਦਰ ਸਿੰਘ ਕੰਗ ਉਹਨਾਂ ਨੇ ਚੁੱਕਿਆ, ਧਿਆਨ ਤਾਂ ਉਹ ਵੀ ਮੰਗਦਾ। ਇਸੇ ਤਰ੍ਹਾਂ ਦਾ ਜੇਕਰ ਪਹਿਲਾਂ ਗੱਲ ਕਰੀਏ ਦਿੱਲੀ ਦੀ ਤਾਂ ਮਸਲਾ ਉੱਥੇ ਵੀ ਬਹੁਤ ਗੰਭੀਰ ਹੈ। ਜਦੋਂ ਮਿਊਨਿਸਪਲ ਕਾਰਪੋਰੇਸ਼ਨ ਦੀਆਂ ਚੋਣਾਂ ਹੋਣੀਆਂ ਤਾਂ ਉਸ ਤੋਂ ਪਹਿਲਾਂ ਚੋਣਾਂ ਤੋਂ ਪਹਿਲਾਂ ਇੱਕ ਮੁੱਦਾ ਚੁੱਕਿਆ ਗਿਆ ਕੂੜੇ ਦਾ, ਕਿ ਕੂੜੇ ਦੇ ਬਹੁਤ ਵੱਡੇ ਵੱਡੇ ਢੇਰ ਨੇ। ਆਮ ਆਦਮੀ ਪਾਰਟੀ ਨੇ ਲੋਕਾਂ ਨਾਲ ਵਾਅਦਾ ਕੀਤਾ ਕਿ ਇਹਨਾਂ ਢੇਰਾਂ ਨੂੰ ਚੁਕਾਇਆ ਜਾਵੇਗਾ, ਪਰ ਕੀ ਅੱਜ ਤੱਕ ਉਹ ਕੂੜੇ ਦੇ ਢੇਰ ਖਤਮ ਹੋ ਚੁੱਕੇ ਨੇ? ਕੂੜੇ ਤੇ ਬਹੁਤ ਸਿਆਸਤ ਹੋਈ ਹੈ ਦਿੱਲੀ ਦੇ ਵਿੱਚ ਵੀ, ਪਰ ਉਹਨੂੰ ਹੱਲ ਕਰਨ ਦਾ ਯਤਨ ਕੀਤਾ ਜਾ ਰਿਹਾ ਹੈ। ਕੂੜੇ ਦੇ ਢੇਰ ਪਹਾੜ ਜੋ ਬਣ ਚੁੱਕੇ ਨੇ, ਕਦੋਂ ਘੱਟ ਹੋਣੇ ਆ ਇਹ ਸਾਨੂੰ ਤਾਂ ਪਤਾ ਨਹੀਂ, ਪਰ ਇੰਨਾ ਜ਼ਰੂਰ ਹੈ ਚਰਚਾ ਚੱਲਦੀ ਪਈ ਹੈ ਕਿ ਉਹਨੂੰ ਘੱਟ ਕੀਤਾ ਜਾਵੇਗਾ। ਅੱਜ ਜਦੋਂ ਚੰਡੀਗੜ੍ਹ ਦੇ ਵਿੱਚ ਮਲਵਿੰਦਰ ਸਿੰਘ ਕੰਗ ਹੋਰਾਂ ਨੇ ਪ੍ਰੈਸ ਕਾਨਫਰੰਸ ਕਰਦਿਆਂ ਭਾਜਪਾ ਪਾਰਟੀ ਤੇ ਦੋਸ਼ ਲਗਾਏ, ਐਲੀਗੇਸ਼ਨ ਲਗਾਏ, ਕਹਿੰਦੇ ਸਾਡੇ ਵੱਲੋਂ ਐਲੀਗੇਸ਼ਨ ਨੇ ਕਿ ਇਹਨਾਂ ਨੇ ਕਰੋੜਾਂ ਰੁਪਏ ਲੁੱਟ ਕੇ ਖਾ ਲਏ, ਕਿਸੇ ਨੇ ਵੀ ਕੋਈ ਕੰਮ ਨਹੀਂ ਕੀਤਾ। ਇਹ ਕੰਮ ਕਿਉਂ ਨਹੀਂ ਕੀਤਾ? ਲੋਕਾਂ ਦੇ ਪੈਸੇ ਜੋ ਇਕੱਠੇ ਕੀਤੇ ਗਏ ਟੈਕਸ ਦੇ ਰੂਪ ਦੇ ਵਿੱਚ, ਉਹਨਾਂ ਲਈ ਕੰਮ ਕਿਉਂ ਨਹੀਂ ਕੀਤਾ ਜਾਂਦਾ? ਮਲਵਿੰਦਰ ਸਿੰਘ ਕੰਗ ਦਾ ਇੱਥੋਂ ਤੱਕ ਕਹਿ ਗਏ ਕਿ ਇਹਦੀ ਜਾਂਚ ਹੋਣੀ ਚਾਹੀਦੀ ਹੈ। ਭਾਜਪਾ ਨੇ ਜਿਸ ਹਿਸਾਬ ਦੇ ਨਾਲ ਉੱਥੇ ਲੁੱਟਣ ਦਾ ਕੰਮ ਕੀਤਾ, ਖਜ਼ਾਨੇ ਦੇ ਵਿੱਚੋਂ 100 ਕਰੋੜ ਰੁਪਏ ਤੋਂ ਸ਼ਾਇਦ ਕਹਿ ਰਹੇ ਸੀ ਰਾਸ਼ੀ ਆਈ ਹੈ, ਤੇ ਪੈਸੇ ਗਏ ਕਿੱਥੇ, ਕਿਹਦੀਆਂ ਜੇਬਾਂ ਦੇ ਵਿੱਚ ਚਲੇ ਗਏ? ਇਹ ਤਾਂ ਬਹੁਤ ਔਖਾ ਹੁੰਦਾ ਲੱਭਣਾ ਕਿ ਕਿਹਦੀ ਜੇਬ ਦੇ ਵਿੱਚ ਪੈਸੇ ਚਲੇ ਗਏ, ਕਿਹਦੀ 'ਚ ਨਹੀਂ, ਕਿਉਂਕਿ ਸਿਆਸਤਦਾਨ ਜਿਸ ਹਿਸਾਬ ਦੇ ਨਾਲ ਕਈ ਥਾਵਾਂ ਤੇ ਕੰਮ ਕਰਨ ਨੂੰ ਲੈ ਕੇ ਦਾਅਵੇ ਕਰਦੇ ਆ, ਤੇ ਇਹ ਵੀ ਕਹਿ ਦਿੱਤਾ ਜਾਂਦਾ ਕਿ ਇਸ ਇਲਾਕੇ ਦੇ ਵਿੱਚ ਇੰਨੀ ਗ੍ਰਾਂਟ ਦੇ ਦਿੱਤੀ ਗਈ ਹੈ, ਇੰਨੇ ਦਾ ਕੰਮ ਹੋ ਗਿਆ, ਇੰਨਾ ਕੁ ਕਰੋੜ ਰੁਪਈਆ ਲੱਗਣਾ ਹੈ, ਪਰ ਉਹਦੇ ਵਿੱਚੋਂ ਅੱਧੇ ਤੋਂ ਵੱਧ ਪੈਸੇ ਗਾਇਬ ਹੋ ਜਾਂਦੇ ਆ। ਚਰਚਾਵਾਂ ਤੇ ਵੀ ਚੱਲਦੀਆਂ ਰਹਿੰਦੀਆਂ। ਉੱਪਰਲੇ ਪਾਸਿਓਂ ਜਦੋਂ ਪੈਸੇ ਆਉਂਦੇ ਆ 1000 ਰੁਪਈਆ ਆਉਂਦਾ ਉਦਾਹਰਨ ਦੇ ਤੌਰ ਤੇ, ਥੱਲੇ ਤੱਕ ਆਉਂਦੇ ਆਉਂਦੇ ਵਿਕਾਸ ਕਾਰਜਾਂ ਤੱਕ ਉਹ 100 ਰੁਪਇਆ ਰਹਿ ਜਾਂਦਾ। 1000 ਤੋਂ ਲੈ ਕੇ 100 ਰੁਪਏ ਰਹਿਣ ਤੱਕ ਉਹ 900 ਰੁਪਇਆ ਕਿੱਥੇ ਜਾਂਦਾ, ਕਿਹਦੀਆਂ ਜੇਬਾਂ ਵਿੱਚ ਜਾਂਦਾ? ਜੇਕਰ ਇਸ ਤਰ੍ਹਾਂ ਦੀ ਕੋਈ ਗੱਲ ਹੈਗੀ ਆ ਤੇ ਇਹਦੀ ਜਾਂਚ ਹੋਣੀ ਚਾਹੀਦੀ ਆ। ਮਲਵਿੰਦਰ ਸਿੰਘ ਕੰਗ ਹੋਰਾਂ ਨੇ ਕੀ ਕਿਹਾ, ਅਸੀਂ ਉਧਰ ਵੀ ਧਿਆਨ ਦੇਣਾ, ਉਹ ਸੁਣਨੇ ਵਾਲੀ ਗੱਲ ਹੈ। ਬਹੁਤ ਸਾਰੇ ਲੋਕ ਉਸ ਸਮੇਂ, ਬਹੁਤ ਸਾਰੇ ਉੱਥੋਂ ਦੇ ਸਿਆਸਤਦਾਨ, ਬਹੁਤ ਸਾਰੇ ਹੋ ਸਕਦਾ ਕਾਉਂਸਲਰ ਉਹਨਾਂ ਦੇ ਨਾਲ ਬੈਠੇ ਹੋਣ ਜਦੋਂ ਇਹ ਮੁੱਦਾ ਚੁੱਕਿਆ ਗਿਆ। ਮਲਵਿੰਦਰ ਸਿੰਘ ਕੰਗ ਹੋਰਾਂ ਨੇ ਕੀ ਕਿਹਾ, ਆਓ ਸੁਣਦੇ ਹਾਂ। ਚੰਡੀਗੜ੍ਹ ਜਿੱਥੇ ਬੀਜੇਪੀ ਰੂਲਡ ਕਾਰਪੋਰੇਸ਼ਨ ਪਿਛਲੇ ਕਈ ਸਾਲਾਂ ਤੋਂ ਨਾ ਸਿਰਫ ਕਾਰਪੋਰੇਸ਼ਨ ਚ ਬਲਕਿ ਜੇ ਐਜ ਏ ਮੈਂਬਰ ਪਾਰਲੀਮੈਂਟ ਵੀ ਬੀਜੇਪੀ ਹੀ ਰੂਲ ਕਰ ਰਹੀ ਹੈ ਕਿਰਨ ਖੇਰ ਜੀ ਦੇ ਦੁਆਰਾ। ਲੇਕਿਨ ਨਾ ਤੇ ਲੋਕਾਂ ਦਾ ਸਿਟੀ ਬਿਊਟੀਫੁਲ ਦੇ ਲੋਕਾਂ ਦੀ ਸਿਹਤ ਨੂੰ ਲੈ ਕੇ ਕੋਈ ਸੰਜੀਦਗੀ ਹੈ, ਨਾ ਹੀ ਸ਼ਹਿਰ ਦੀ ਖੂਬਸੂਰਤੀ ਨੂੰ ਲੈ ਕੇ। ਔਰ ਅੱਜ ਜਿਹੜਾ ਮੁੱਦਾ ਲੈ ਕੇ ਮੈਂ ਤੁਹਾਡੇ ਨਾਲ ਰੂਬਰੂ ਹੋਇਆ ਉਹ ਤੁਸੀਂ ਵੀ ਬੜਾ ਆਮ ਸੁਣਿਆ ਹੈ, ਕਿਉਂਕਿ 15-16 ਸਾਲ ਹੋ ਗਏ ਡੱਡੂ ਮਾਜਰਾ ਡੰਪਿੰਗ ਗਰਾਊਂਡ ਜਿਹੜਾ ਹੈ ਉਹਨੂੰ ਲੈ ਕੇ ਕਈ ਤਰ੍ਹਾਂ ਦੀ ਰਾਜਨੀਤੀ ਹੁੰਦੀ ਰਹੀ ਹੈ। ਆਰੋਪ ਪ੍ਰਤਿਆਰੋਪ ਲੱਗਦੇ ਰਹੇ ਹੈ ਔਰ ਲੋਕਾਂ ਦੇ ਪੱਲੇ ਕੁਝ ਵੀ ਨਹੀਂ ਪਿਆ। ਸਥਿਤੀ ਜਿਹੜੀ ਆ ਜਿਉਂ ਦੀ ਤਿਉਂ ਆ। 2006 ਚ ਜਦੋਂ ਕਾਂਗਰਸ ਰੂਲਡ ਕਾਰਪੋਰੇਸ਼ਨ ਕੰਮ ਕਰ ਰਿਹਾ ਸੀ ਚੰਡੀਗੜ੍ਹ, ਉਸ ਟਾਈਮ ਡੱਡੂ ਮਾਜਰਾ ਡੰਪਿੰਗ ਗਰਾਊਂਡ ਦੀ ਰੀਸਾਈਕਲਿੰਗ ਵਾਸਤੇ, ਸਾਫ਼ ਸਫਾਈ ਵਾਸਤੇ ਇੱਕ ਪ੍ਰਾਈਵੇਟ ਕੰਪਨੀ ਨੂੰ ਹਾਇਰ ਕੀਤਾ ਗਿਆ ਤਾਂ ਕਿ
ਉਸ ਸਾਰੇ ਕੂੜੇ ਦੇ ਢੇਰ ਨੂੰ ਰੀਸਾਈਕਲ ਕੀਤਾ ਜਾਵੇ ਔਰ ਉਸ ਏਰੀਆ ਦੀ ਸਾਫ਼ ਸਫਾਈ ਕਰਕੇ ਚੰਡੀਗੜ੍ਹ ਨੂੰ ਬਿਮਾਰੀਆਂ ਤੋਂ ਔਰ ਗੰਦਗੀ ਤੋਂ ਮੁਕਤ ਕੀਤਾ ਜਾਵੇ। ਲੇਕਿਨ 17 ਸਾਲ ਬਾਅਦ ਅੱਜ ਵੀ ਡੱਡੂ ਮਾਜਰੇ ਦਾ ਡੰਪਿੰਗ ਗਰਾਊਂਡ ਦੁਗਣੇ ਤੋਂ ਤਿਗਣਾ ਆਕਾਰ ਲੈ ਗਿਆ। ਆਲੇ ਦੁਆਲੇ ਇਸ ਹੱਦ ਤੱਕ ਬਿਮਾਰੀਆਂ ਫੈਲ ਗਈਆਂ ਕਿ ਲੋਕਾਂ ਨੂੰ ਸਕਿਨ ਤੋਂ ਲੈ ਕੇ ਕੈਂਸਰ ਤੱਕ ਡਿਸੀਜ਼ ਜਿਹੜੀਆਂ ਆਮ ਹੋਣ ਲੱਗੀਆਂ। ਪਾਣੀ ਦੂਸ਼ਿਤ ਹੋ ਗਿਆ। ਲੇਕਿਨ ਨਾ ਤੇ ਕਾਂਗਰਸ ਨੇ ਇਹਦੇ ਵਾਲੇ ਪਾਸੇ ਕੁਝ ਧਿਆਨ ਦਿੱਤਾ ਤੇ ਨਾ ਪਿਛਲੇ ਲੰਮੇ ਸਮੇਂ ਤੋਂ ਚੰਡੀਗੜ੍ਹ ਕਾਰਪੋਰੇਸ਼ਨ ਨੂੰ ਗਵਰਨ ਕਰ ਰਹੀ ਬੀਜੇਪੀ ਨੇ ਲੋਕ ਹਿੱਤ ਵਾਸਤੇ ਕਿਸੇ ਤਰ੍ਹਾਂ ਦੀ ਕੋਈ ਸੰਜੀਦਗੀ ਨਹੀਂ ਦਿਖਾਈ, ਬਲਕਿ ਡੱਡੂ ਮਾਜਰਾ ਡੰਪਿੰਗ ਗਰਾਊਂਡ ਕਰਪਸ਼ਨ ਦਾ ਇੱਕ ਬਹੁਤ ਵੱਡਾ ਅੱਡਾ ਬਣ ਗਿਆ ਹੈ। ਕਈ 100 ਕਰੋੜ ਰੁਪਏ ਪਿਛਲੇ 17 ਸਾਲਾਂ ਚ ਭਾਜਪਾ ਨੇ ਆਪਣੀਆਂ ਜੇਬਾਂ ਚ ਪਾਏ ਆ। ਇਹ ਸਾਡਾ ਐਲੀਗੇਸ਼ਨ ਹੈ। ਔਰ ਇਸ ਸਾਰੇ ਸਾਜ਼ਿਸ਼ ਚ ਨਾ ਸਿਰਫ ਚੰਡੀਗੜ੍ਹ ਕਾਰਪੋਰੇਸ਼ਨ ਬਲਕਿ ਜਿਹੜੇ ਚੰਡੀਗੜ੍ਹ ਤੋਂ ਭਾਜਪਾ ਦੇ ਮੈਂਬਰ ਪਾਰਲੀਮੈਂਟ ਵੀ ਬਣਦੇ ਰਹੇ ਆ, ਉਹ ਵੀ ਕਿਤੇ ਨਾ ਕਿਤੇ ਹਿੱਸੇਦਾਰ ਹੈ। ਹਰ ਵਾਰ ਲੋਕਾਂ ਨੂੰ ਗੁੰਮਰਾਹ ਕੀਤਾ ਗਿਆ। ਤਕਰੀਬਨ 3 ਤੋਂ 4 ਵਾਰ ਡੱਡੂ ਮਾਜਰਾ ਕੂੜੇ ਦੇ ਢੇਰ ਨੂੰ ਰੀਸਾਈਕਲ ਕਰਨ ਵਾਸਤੇ ਨਵੀਆਂ ਕੰਪਨੀਆਂ ਵੱਲੋਂ ਗਵਰਨਰ ਨੇ ਉਦਘਾਟਨ ਕੀਤੇ। ਲੇਕਿਨ ਰੀਸਾਈਕਲ ਤੇ ਕੀ ਹੋਣਾ ਸੀ? ਅੱਜ ਉਹ ਕੂੜੇ ਦਾ ਢੇਰ ਐਡਾ ਵੱਡਾ ਆਕਾਰ ਲੈ ਗਿਆ। ਉਹਦਾ ਜਿਹੜਾ ਮਾੜਾ ਇੰਪੈਕਟ ਹੈ ਟਰਾਈ ਸਿਟੀ ਪੂਰੇ ਤੇ ਪੈ ਰਿਹਾ, ਪੂਰੇ ਟਰਾਈ ਸਿਟੀ। ਪਿਛਲੇ ਸਾਲ ਜਦੋਂ 2021 ਚ ਅਰਵਿੰਦ ਕੇਜਰੀਵਾਲ ਜੀ ਦੀ ਅਗਵਾਈ ਚ ਆਮ ਆਦਮੀ ਪਾਰਟੀ ਦੇ ਸਾਥੀਆਂ ਨੇ ਇਲੈਕਸ਼ਨ ਲੜਿਆ ਔਰ ਚੰਡੀਗੜ੍ਹ ਦੇ ਲੋਕਾਂ ਨੇ ਭਾਜਪਾ ਔਰ ਕਾਂਗਰਸ ਤੋਂ ਤੰਗ ਆ ਕੇ ਆਮ ਆਦਮੀ ਪਾਰਟੀ ਨੂੰ ਭਰਪੂਰ ਸਮਰਥਨ ਦਿੱਤਾ, ਮਜ਼ਬੂਤ ਸਮਰਥਨ ਦਿੱਤਾ। ਸਾਡੇ 14 ਕਾਉਂਸਲਰ ਜਿੱਤੇ। ਸਭ ਤੋਂ ਵੱਡੀ ਪਾਰਟੀ ਜਿਹੜੀ ਹੈ ਆਮ ਆਦਮੀ ਪਾਰਟੀ ਬਣ ਕੇ ਉੱਭਰੀ। ਅਰਵਿੰਦ ਕੇਜਰੀਵਾਲ ਜੀ ਦੀ ਰਾਜਨੀਤੀ ਨੂੰ ਚੰਡੀਗੜ੍ਹ ਦੇ ਲੋਕਾਂ ਨੇ ਪਸੰਦ ਕੀਤਾ ਔਰ ਅੱਗੇ ਵਧਾਇਆ। ਲੇਕਿਨ ਭਾਜਪਾ ਦਾ ਜਿਹੜਾ ਉਹ ਪੱਕਾ ਤਰੀਕਾ ਆ, ਸਾਮ ਦਾਮ ਦੰਡ ਭੇਦ, ਪੈਸੇ ਨਾਲ, ਬਾਹੂਬਲ ਨਾਲ, ਖਰੀਦੋ ਫਰੋਖਤ ਨਾਲ ਔਰ ਧੱਕੇ ਨਾਲ ਕਾਰਪੋਰੇਸ਼ਨ ਤੇ ਕਬਜ਼ਾ ਕਰ ਲਿਆ। ਸਭ ਤੋਂ ਵੱਡੀ ਪਾਰਟੀ ਆਮ ਆਦਮੀ ਪਾਰਟੀ, ਮੇਅਰ ਫੇਰ ਭਾਜਪਾ ਨੇ ਬਣਾਇਆ, ਸਿਰਫ ਤੇ ਸਿਰਫ ਆਪਣੀ ਜਿਹੜੀ ਜ਼ਿਆਦਤੀ ਨਾਲ, ਸੈਂਟਰ ਸਰਕਾਰ ਦੇ ਇੰਟਰਫੇਰੈਂਸ ਨਾਲ ਔਰ ਜਿਹੜਾ ਉਹਨਾਂ ਦਾ ਦਬਾਅ ਹੈ, ਗੰਦੀ ਰਾਜਨੀਤੀ ਹੈ, ਖਰੀਦੋ ਫਰੋਖਤੀ। ਕਾਂਗਰਸ ਦੇ ਕਈ ਲੋਕ ਉਹਨਾਂ ਨਾਲ ਮਿਲਦੇ ਚਲੇ ਗਏ। ਲੇਕਿਨ ਜਿਹੜੀ ਗੱਲ ਨੂੰ ਮੈਂ ਲੈ ਕੇ ਆਉਣਾ ਚਾਹੁੰਦਾ ਤੁਹਾਡੇ ਰਾਹੀਂ, ਡੱਡੂ ਮਾਜਰਾ ਡੰਪਿੰਗ ਗਰਾਊਂਡ ਜਿਹੜਾ ਆ, ਕੂੜੇ ਦਾ ਢੇਰ ਹੈ, ਉਹ ਆਪਣਾ ਆਕਾਰ ਵਧਾਉਂਦਾ ਗਿਆ। 2019 ਚ ਨੈਸ਼ਨਲ ਗ੍ਰੀਨ ਟ੍ਰਿਬਿਊਨਲ ਨੇ ਵਾਰਨ ਕੀਤਾ ਕਿ ਜੇ ਤੁਸੀਂ, ਕਿਉਂਕਿ ਉਸ ਤੋਂ ਪਹਿਲਾਂ ਪੰਜਾਬ ਇੰਜੀਨੀਅਰਿੰਗ ਕਾਲਜ ਦੀ ਇੱਕ ਸਟੱਡੀ ਆਈ ਔਰ ਉਸ ਸਟੱਡੀ ਨੇ ਬੜਾ ਸਿੱਧੇ ਤੌਰ ਤੇ ਕਿਹਾ ਵੀ ਇਹ ਜਿਹੜਾ ਕੂੜੇ ਦਾ ਢੇਰ ਹੈ, ਅਗਰ ਇਹਨੂੰ ਰੀਸਾਈਕਲ ਸਾਫ਼ ਸਫਾਈ ਨਾ ਕੀਤੀ ਗਈ ਤੇ ਬਹੁਤ ਖਤਰਨਾਕ ਬਿਮਾਰੀਆਂ ਜਿਹੜੀਆਂ ਆ ਫੈਲ ਜਾਣਗੀਆਂ। ਔਰ ਐਨਜੀਟੀ ਨੇ ਪੈਨਲਟੀ ਲਾਉਣ ਦੀ ਵੀ ਜਿਹੜੀ ਹੈ ਉਹ ਸ਼ੁਰੂਆਤ ਕਰਤੀ। ਕਾਂਗਰਸ ਤੋਂ ਬਾਅਦ ਭਾਜਪਾ ਨੇ ਇੱਕ ਕੰਪਨੀ ਨੂੰ ਬਦਲਿਆ, ਫਿਰ ਦੂਜੀ ਕੰਪਨੀ ਨੂੰ ਬਦਲਿਆ, ਫਿਰ ਤੀਜੀ ਕੰਪਨੀ ਨੂੰ ਬਦਲਿਆ। ਕਈ ਕੰਪਨੀਆਂ ਨੂੰ ਵਾਰ-ਵਾਰ ਠੇਕੇ ਦੇ ਦਿੱਤੇ ਗਏ, ਲੇਕਿਨ ਕੂੜੇ ਦਾ ਢੇਰ ਵੱਧਦਾ ਹੀ ਗਿਆ, ਸਫਾਈ ਕੋਈ ਨਹੀਂ। ਆਮ ਆਦਮੀ ਪਾਰਟੀ ਲਗਾਤਾਰ ਲੰਬੇ ਟਾਈਮ ਤੋਂ, ਪਿਛਲੇ ਜਦੋਂ ਦੇ ਅਸੀਂ ਕਾਰਪੋਰੇਸ਼ਨ ਚ ਆਏ ਹਾਂ ਵੱਡੀ ਪਾਰਟੀ ਦੇ ਰੂਪ ਚ, ਸਾਡੇ ਸਾਰੇ ਕਾਉਂਸਲਰ ਸਾਹਿਬਾਨਾਂ ਨੇ ਮਜ਼ਬੂਤੀ ਨਾਲ ਇਹਦੀ ਲੜਾਈ ਲੜੀ, ਇਹਨਾਂ ਨੂੰ ਐਕਸਪੋਜ਼ ਕੀਤਾ। ਸੋ ਮਲਵਿੰਦਰ ਸਿੰਘ ਕਾਂਗੂਰਾਂ ਦੀ ਤੁਸੀਂ ਇੱਕ ਗੱਲ ਸੁਣੀ। ਇਹ ਗੱਲ ਤੇ ਠੀਕ ਹੈ ਕਿ ਪੰਜਾਬ ਦੇ ਵਿੱਚ ਬਹੁਤ ਸਾਰੀਆਂ ਥਾਵਾਂ ਇਸ ਤਰ੍ਹਾਂ ਦੀਆਂ ਨੇ ਜਿੱਥੇ ਕੂੜੇ ਦੇ ਢੇਰ ਲੱਗੇ ਹੋਏ ਨੇ ਤੇ ਉਹਨਾਂ ਨੂੰ ਠੀਕ ਕਰਨ ਦੇ ਯਤਨ ਕਰਨੇ ਚਾਹੀਦੇ ਨੇ। ਦੂਸਰੇ ਪਾਸੇ ਇੱਕ ਗੱਲ ਹੋਰ ਹੈ,
ਪੰਜਾਬ ਦੇ ਵਿੱਚ ਪ੍ਰਦੂਸ਼ਣ, ਪਾਣੀ ਪ੍ਰਦੂਸ਼ਣ ਵੀ ਬਹੁਤ ਵੱਧਦਾ ਜਾ ਰਿਹਾ ਹੈ। ਜ਼ਮੀਨ ਹੇਠਲਾ ਪਾਣੀ ਗੰਧਲਾ ਹੋ ਰਿਹਾ ਹੈ, ਇਹਨੂੰ ਬਚਾਉਣ ਦੀ ਜ਼ਰੂਰਤ ਹੈ। ਹੁਣ ਜੇਕਰ ਬਹੁਤ ਸਾਰੀਆਂ ਕੰਪਨੀਆਂ, ਫੈਕਟਰੀਆਂ ਜੇਕਰ ਆਪਣੇ ਆਪਣੇ ਇਲਾਕੇ ਦੇ ਵਿੱਚ ਟ੍ਰੀਟਮੈਂਟ ਪਲਾਂਟ ਲਗਾ ਲੈਣ ਤਾਂ ਹੋ ਸਕਦਾ ਕਿ ਕੁਝ ਕੁ ਫਰਕ ਪੈ ਸਕੇ। ਵਾਤਾਵਰਨ ਪ੍ਰੇਮੀ ਇਸ ਸਮੇਂ ਬਹੁਤ ਸੀ, ਸਮੇਂ ਤੇ ਉੱਠੇ ਵੀ, ਉਹਨਾਂ ਨੇ ਕੰਮ ਵੀ ਕਰਨ ਦਾ ਯਤਨ ਕੀਤਾ, ਕੁਝ ਕੁ ਸਿਆਸਤ ਦੇ ਵਿੱਚ ਵੀ ਨੇ। ਪਰ ਜ਼ਰੂਰੀ ਇਹ ਹੈ ਕਿ ਅੱਜ ਦੇ ਸਮੇਂ ਦੇ ਦੌਰਾਨ ਪਾਣੀ ਪ੍ਰਦੂਸ਼ਣ ਖਤਮ ਕਰਨ ਦੇ ਲਈ ਕੁਝ ਕੁ ਫੈਕਟਰੀਆਂ ਦੇ ਵਿੱਚ, ਸਾਰੀਆਂ ਫੈਕਟਰੀਆਂ ਦੇ ਵਿੱਚ, ਕੁਛ ਹੀ ਕਿਉਂ ਕਹਿਣਾ, ਉੱਥੇ ਟ੍ਰੀਟਮੈਂਟ ਪਲਾਂਟ ਲਗਾਏ ਜਾਣ ਤਾਂ ਕਿ ਆਉਣ ਵਾਲੇ ਸਮੇਂ ਦੇ ਦੌਰਾਨ ਜੋ ਪ੍ਰਦੂਸ਼ਣ ਹੋ ਰਿਹਾ ਉਹਨੂੰ ਰੋਕਿਆ ਜਾ ਸਕੇ। ਜੇਕਰ ਸਿਆਸਤ ਦੀ ਗੱਲ ਕਰੀਏ ਤਾਂ ਇਸ ਵੇਲੇ ਕੁਝ ਕੁ ਸੂਬਿਆਂ ਦੇ ਵਿੱਚ ਚੋਣਾਂ ਹੋਣੀਆਂ ਨੇ। ਲੋਕ ਸਭਾ ਦੀ ਚੋਣ ਵੀ ਆ ਰਹੀ ਹੈ, ਉਹ ਤੋਂ ਪਹਿਲਾਂ ਕੁਝ ਕੁ ਸੂਬਿਆਂ ਵਿੱਚ ਵਿਧਾਨ ਸਭਾ ਦੀਆਂ ਚੋਣਾਂ ਵੀ ਹੋਣੀਆਂ ਨੇ। ਇਹ ਵੀ ਇੱਕ ਚਰਚਾ ਚੱਲਦੀ ਪਈ ਹੈ ਕਿ ਲੋਕ ਸਭਾ ਦੀਆਂ ਚੋਣਾਂ ਵੀ ਹੋ ਸਕਦਾ ਪਹਿਲਾਂ ਹੋ ਜਾਣ। ਹਾਲਾਂਕਿ ਇਹਦੀ ਪੁਸ਼ਟੀ ਨਹੀਂ ਕਿਸੇ ਨੇ ਕੀਤੀ, ਪਰ ਇੱਕ ਚਰਚਾ ਚੱਲਦੀ ਪਈ ਹੈ ਕਿਉਂਕਿ ਅਗਲੇ ਸਾਲ ਜਦੋਂ ਚੋਣਾਂ ਹੋਣੀਆਂ ਨੇ ਤਾਂ ਉਸ ਵੇਲੇ ਲੋਕ ਸਭਾ ਦੀ ਤਾਂ ਹੋਣੀ ਹੈ, ਪਰ ਇਸ ਸਾਲ ਦੇ ਅਖੀਰ ਤੱਕ ਇੱਕ ਦੋ ਸੂਬਿਆਂ ਦੇ ਵਿੱਚ ਵਿਧਾਨ ਸਭਾ ਦੀਆਂ ਚੋਣਾਂ ਹੋ ਰਹੀਆਂ ਨੇ। ਹੋ ਸਕਦਾ ਕਿ ਉਦੋਂ ਇਕੱਠੀਆਂ ਹੋ ਜਾਣ। ਹੁਣ ਜਦੋਂ ਇਹ ਗੱਲ ਕੀਤੀ ਜਾਂਦੀ ਹੈ ਕਿ ਵਿਧਾਨ ਸਭਾ ਦੀਆਂ ਚੋਣਾਂ ਹੋਣ ਚਾਹੇ ਲੋਕ ਸਭਾ ਦੀਆਂ ਹੋਣ, ਰਿਓੜੀਆਂ ਵੰਡਣ ਦਾ ਕਲਚਰ ਬਹੁਤ ਚੱਲਦਾ ਪਿਆ। ਵੱਖ-ਵੱਖ ਸਮੇਂ ਦੀਆਂ ਸਰਕਾਰਾਂ, ਵੱਖ-ਵੱਖ ਸਮੇਂ ਸਿਆਸਤਦਾਨ ਆਪਣੇ ਆਪਣੇ ਇਲਾਕੇ ਦੇ ਵਿੱਚ ਲੋਕਾਂ ਨਾਲ ਕੁਝ ਵਾਅਦੇ ਕਰਦੇ ਆ, ਕੁਝ ਦਾਅਵੇ ਕਰਦੇ ਆ, ਕੁਝ ਕੁ ਗਰੰਟੀਆਂ ਦਿੱਤੀਆਂ ਜਾਂਦੀਆਂ। ਹੁਣ ਜਿਸ ਹਿਸਾਬ ਦੇ ਨਾਲ ਆਮ ਆਦਮੀ ਪਾਰਟੀ ਨੇ ਸੱਤਾ ਵਿੱਚ ਆਉਣ ਤੋਂ ਪਹਿਲਾਂ ਕਈ ਗਰੰਟੀਆਂ ਦਿੱਤੀਆਂ, ਅੱਧੀਆਂ ਉਹਨਾਂ ਦੇ ਵਿੱਚੋਂ ਪੂਰੀਆਂ ਕਰਨ ਦਾ ਵਾਅਦਾ ਕੀਤਾ ਸੀ, ਪੂਰੀਆਂ ਕਹਿੰਦੇ ਕਰ ਦਿੱਤੀਆਂ। ਕੁਝ ਕੁ ਦਾਅਵੇ ਕੀਤੇ ਜਾ ਰਹੇ ਨੇ ਆਹ ਸਾਲ ਦੇ ਵਿੱਚ, ਅਗਲੇ ਸਾਲ 'ਚ ਪੂਰੇ ਕਰ ਦਿੱਤੇ ਜਾਣਗੇ, ਕਿਉਂਕਿ ਜਿਹੜੇ ਵਾਅਦੇ ਕੀਤੇ ਆ ਅਸੀਂ ਕਹਿ ਦਈਏ ਕਿ ਅੱਖ ਝਮਕਦੇ ਹੋ ਜਾਣ, ਠੀਕ ਇੱਦਾਂ ਨਹੀਂ ਹੁੰਦਾ, ਸਮਾਂ ਤਾਂ ਲੱਗਦਾ, ਪਾਰਟੀ ਕੋਈ ਵੀ ਹੋਵੇ। ਹੁਣ ਜਿਸ ਹਿਸਾਬ ਦੇ ਨਾਲ ਰਿਓੜੀਆਂ ਵੰਡਣ ਦਾ ਕਲਚਰ ਚੱਲਦਾ ਹੈ ਤਾਂ ਇੱਕ ਵਾਰ ਇਹਦੀ ਬਹੁਤ ਸਾਰੀ ਆਲੋਚਨਾ ਵੀ ਹੋਈ, ਸੁਪਰੀਮ ਕੋਰਟ ਤੱਕ ਗੱਲ ਕਹੀ। ਇਹ ਵੀ ਕਿਹਾ ਗਿਆ ਕਿ ਕਮੇਟੀ ਬਣਾਈ ਜਾਵੇਗੀ, ਉਸ ਕਮੇਟੀ ਵਿੱਚ ਦੇਖਿਆ ਜਾਵੇਗਾ ਕਿ ਇਹ ਕਲਚਰ ਅੱਗੇ ਚੱਲਣਾ ਚਾਹੀਦਾ, ਲੋਕਾਂ ਨੂੰ ਰਿਓੜੀਆਂ ਵੰਡਣੀਆਂ ਚਾਹੀਦੀਆਂ ਜਾਂ ਫਿਰ ਨਹੀਂ। ਪਰ ਇਹ ਵੀ ਗੱਲ ਨਾਲ ਮੰਨਣ ਵਾਲੀ ਹੈ ਕਿ ਕਈ ਦੇਸ਼ ਆਰਥਿਕ ਸੰਕਟ ਦਾ ਸਾਹਮਣਾ ਕਰ ਰਹੇ ਨੇ, ਇਸ ਕਰਕੇ ਪਾਕਿਸਤਾਨ ਵਰਗੇ ਮੁਲਕ, ਸ਼੍ਰੀਲੰਕਾ ਦੇ ਵਿੱਚ ਗਰੰਟੀਆਂ ਜਾਂ ਰਿਓੜੀਆਂ ਵੰਡਣ ਦਾ ਕਲਚਰ ਉੱਥੇ ਵੀ ਰਿਹਾ। ਅੱਜ ਦੇਸ਼ ਕਰਜ਼ੇ ਦੀ ਮਾਰ ਹੇਠ ਨੇ, ਉੱਠਣਾ ਬਹੁਤ ਔਖਾ ਜਾਪਦਾ ਹੈ। ਆਉਂਦੇ ਸਮੇਂ ਨੂੰ ਉੱਠ ਵੀ ਸਕਣਗੇ ਜਾਂ ਨਹੀਂ ਪਤਾ ਨਹੀਂ, ਪਰ ਕੀ ਭਾਰਤ ਵੀ ਉੱਧਰ ਨੂੰ ਜਾ ਰਿਹਾ ਹੈ? ਚਰਚਾ ਤਾਂ ਚੱਲਦੀ ਪਈ ਹੈ। ਮੱਧ ਪ੍ਰਦੇਸ਼ ਦੇ ਵਿੱਚ ਬੀਬੀ ਪ੍ਰਿੰਕਾ ਗਾਂਧੀ ਪਹੁੰਚੇ। ਜਿਹੜੀਆਂ ਗਰੰਟੀਆਂ ਹਿਮਾਚਲ ਪ੍ਰਦੇਸ਼ 'ਚ ਦਿੱਤੀਆਂ ਗਈਆਂ, ਜਿਹੜੀਆਂ ਗਰੰਟੀਆਂ ਕਰਨਾਟਕ ਵਿੱਚ ਸੀ, ਉਹ ਉੱਥੇ ਵੀ ਦਿੱਤੀਆਂ ਗਈਆਂ। ਹੁਣ ਲੋਕਾਂ ਨੂੰ ਤਾਂ ਕਹਿ ਦਿੱਤਾ ਕਿ 100 ਯੂਨਿਟ ਬਿਜਲੀ ਦੀ ਮੁਫਤ ਦੇਵਾਂਗੇ। ਹੋਰ ਵੀ ਬਹੁਤ ਸਾਰੀਆਂ ਗਰੰਟੀਆਂ। ਇਸ ਤੋਂ ਪਹਿਲਾਂ ਯੂਪੀ ਦੇ ਵਿੱਚ ਜਦੋਂ ਵਿਧਾਨ ਸਭਾ ਦੀਆਂ ਚੋਣਾਂ ਤੇ ਸਿਆਸਤਦਾਨਾਂ ਨੇ ਵਾਅਦੇ ਕੀਤੇ ਕਿ ਐਕਟਿਵਾ ਦੇਵਾਂਗੇ। ਪੰਜਾਬ ਵਾਲੇ ਤਾਂ ਨਹੀਂ ਭੁੱਲੇ, ਸਮਾਰਟਫੋਨ ਦੇਣੇ ਸੀ। ਦੀਵਾਲੀ ਲੰਘ ਗਈ, ਹੋਲੀ ਲੰਘਦੀ ਗਈ, ਦੁਸਹਿਰਾ, ਵਿਸਾਖੀ, ਸਾਰੇ ਤਿਉਹਾਰ ਨਿਕਲਦੇ ਗਏ ਤੇ ਸਮਾਰਟਫੋਨ ਕਿੰਨੇ ਸਾਲ ਬਾਅਦ ਮਿਲੇ ਸੀ ਜਾ ਕੇ। ਜੇ ਮਿਲੇ ਵੀ ਤਾਂ ਕੰਪਨੀ ਨੇ ਕੀ ਕੀਤਾ ਸਭ ਨੂੰ ਪਤਾ ਹੈ। ਥੀਮ ਦੇ ਵਿੱਚ ਕਿਹਦੀ ਫੋਟੋ ਲੱਗੀ ਸੀ ਸਭ ਨੂੰ ਪਤਾ ਹੈ। ਇੱਥੇ ਰਿਓੜੀਆਂ ਵੰਡਣ ਦਾ ਕਲਚਰ, ਝੋਲਿਆਂ ਦੇ ਉੱਪਰ ਸਿਆਸਤਦਾਨਾਂ ਦੀ ਫੋਟੋ ਪਹਿਲਾਂ ਹੋਣੀ ਚਾਹੀਦੀ ਹੈ, ਕਣਕ ਵਿੱਚ ਆਵੇ ਚਾਹੇ ਨਾ ਆਵੇ। ਇੱਥੇ ਸਰੀਰਕ ਤੌਰ ਤੇ ਐਂਬੂਲੈਂਸ ਬਣਾਉਣੀ ਹੈ, ਐਂਬੂਲੈਂਸ ਲੋਕਾਂ ਦੀ ਸੇਵਾ ਲਈ ਲਗਾਉਣੀ ਹੈ, ਸਿਆਸਤਦਾਨ ਦੀ ਫੋਟੋ ਹੋਣੀ ਚਾਹੀਦੀ ਉੱਪਰ ਜੀ। ਸਾਈਕਲ ਦੇ ਮਕਰਾਟ ਤੇ ਸਿਆਸਤਦਾਨਾਂ ਦੀ ਫੋਟੋ ਰਹੀ ਹੈ। ਇਹ ਸਮਾਂ ਦੱਸਦਾ ਪਿਆ। ਨਾਲ ਨਾਲ ਰਿਓੜੀਆਂ ਵੰਡੀ ਜਾ ਰਹੇ ਆ, ਨਾਲ ਨਾਲ ਸਕੀਮ ਨੂੰ ਕਹਿੰਦੇ ਆ ਕਿ ਲੋਕਾਂ ਤੱਕ ਪਹੁੰਚਾਤਾ, ਨਾਲ ਨਾਲ ਆਪਣਾ ਪ੍ਰਚਾਰ ਹੁੰਦਾ ਗਿਆ। ਪਰ ਇਹ ਕਲਚਰ ਅੱਜ ਲੋਕ ਵੀ ਕਹਿ ਰਹੇ ਨੇ ਖਤਮ ਹੋਣਾ ਚਾਹੀਦਾ। ਉਹ ਵੱਖਰੀ ਗੱਲ ਹੈ ਖਤਮ ਹੋਣਾ ਜਾਂ ਨਹੀਂ, ਪਰ ਪਤਾ ਨਹੀਂ। ਪਰ ਇੰਨਾ ਜ਼ਰੂਰ ਹੈ ਕਿ ਆਉਂਦੀਆਂ ਚੋਣਾਂ ਤੋਂ ਪਹਿਲਾਂ ਗਰੰਟੀਆਂ ਦਾ ਐਲਾਨ ਸ਼ੁਰੂ ਹੋ ਚੁੱਕਿਆ। ਬਹੁਤ ਸਾਰੇ ਲੋਕਾਂ ਨੂੰ ਕਿਹਾ ਜਾ ਰਿਹਾ ਹੈ ਕਿ ਤੁਹਾਨੂੰ ਨੌਕਰੀਆਂ ਦਿੱਤੀਆਂ ਜਾਣਗੀਆਂ। ਪਿਛਲੇ 9 ਸਾਲ ਦੀਆਂ ਜੋ ਪ੍ਰਾਪਤੀਆਂ ਗਣਵਾਈਆਂ ਜਾ ਰਹੀਆਂ ਨੇ, ਅੱਜ ਕਾਂਗਰਸ ਦੇ ਕੌਮੀ ਬੁਲਾਰੇ ਨੇ, ਉਹਨਾਂ ਨੇ ਵੀ ਮੁੱਦਾ ਚੁੱਕਿਆ ਕਿ ਨੌਕਰੀਆਂ ਦਾ ਐਲਾਨ ਤਾਂ ਪਹਿਲਾਂ ਹੀ ਕੀਤਾ ਗਿਆ। ਇਹ ਤਾਂ ਨੌਕਰੀਆਂ ਦੇਣ ਦੀ ਗੱਲ ਨਵੀਂ ਨਹੀਂ ਗੀ, ਇਹ ਤਾਂ ਪੁਰਾਣੇ ਨਿਯੁਕਤੀ ਪੱਤਰ ਹੀ ਵੰਡੇ ਗਏ। ਅਸਲ ਦੇ ਵਿੱਚ ਕੀ ਸੱਚ ਹੈ ਕੀ ਨਹੀਂ ਸਾਨੂੰ ਨਹੀਂ ਪਤਾ, ਪਰ ਇੰਨਾ ਜ਼ਰੂਰ ਹੈ ਇਹ ਮੁੱਦਾ ਤੇ ਉੱਠ ਗਿਆ ਨਾ। ਜੇਕਰ ਇਸ ਤਰ੍ਹਾਂ ਦੇ ਮੁੱਦੇ ਆਉਣ ਵਾਲੇ ਸਮੇਂ ਦੇ ਵਿੱਚ ਹੋਰ ਵੀ ਉੱਠਦੇ ਨੇ ਤਾਂ ਕਈ ਪਾਰਟੀਆਂ ਲਈ ਸਮੱਸਿਆਵਾਂ ਖੜੀਆਂ ਹੋ ਸਕਦੀਆਂ ਨੇ। ਰਹੀ ਗੱਲ ਸਿਆਸਤਦਾਨਾਂ ਦੀ, ਉਹਨਾਂ ਨੇ ਤਾਂ ਲੋਕਾਂ ਨਾਲ ਵਾਅਦੇ ਕਰਨੇ ਹੁੰਦੇ ਆ, ਉਹਨਾਂ ਨੇ ਤਾਂ ਵੋਟਾਂ ਕਿਸੇ ਹਿਸਾਬ ਦੇ ਨਾਲ ਪ੍ਰਾਪਤ ਕਰਨੀਆਂ ਹੁੰਦੀਆਂ ਤੇ ਇਹ ਵੋਟਾਂ ਇਸੇ ਤਰ੍ਹਾਂ ਹੀ ਮਿਲ ਸਕਦੀਆਂ ਨੇ ਜਿਸ ਹਿਸਾਬ ਦੇ ਨਾਲ ਅੱਜ ਇਹ ਚਰਚਾ ਚੱਲਦੀ ਪਈ ਹੈ ਕਿ ਅਸੀਂ ਫਲਾਨੀ ਥਾਂ ਤੇ ਜਾ ਕੇ ਆਹ ਕਰ ਦਾਂਗੇ, ਅਸੀਂ ਇੰਨੇ ਦੀ ਗ੍ਰਾਂਟ ਦੇ ਦਾਂਗੇ, ਅਸੀਂ ਆਹ ਕਰ ਦਾਂਗੇ। 2047 2050 ਤੱਕ ਵਿਜ਼ਨ ਰੱਖੀ ਜਾਂਦੇ ਨੇ, ਕਿਉਂਕਿ ਇਹ ਵਿਜ਼ਨ ਸਿਰਫ ਆਮ ਆਦਮੀ ਪਾਰਟੀ ਨਹੀਂ, ਇਹ ਵਿਜ਼ਨ ਸਿਰਫ ਭਾਜਪਾ ਪਾਰਟੀ ਨਹੀਂ, ਇਹ ਕਾਂਗਰਸ ਪਾਰਟੀ ਨਹੀਂ, ਹਰ ਇੱਕ ਸਿਆਸੀ ਪਾਰਟੀ ਵਾਅਦਾ ਕਰਦੀ ਹੈ। 2047 ਤੱਕ ਦਾ ਸਮਾਂ ਕਿਹਨੇ ਦੇਖਿਆ? ਵਾਅਦਾ ਕਰਨਾ ਤਾਂ 1-2 ਸਾਲਾਂ ਦਾ ਵੀ ਹੋ ਸਕਦਾ ਹੈ, 2047 ਤੱਕ ਤਾਂ ਬਹੁਤ ਲੰਬਾ ਸਮਾਂ ਹੈ। 5 ਸਾਲਾਂ ਯੋਜਨਾ ਹੁਣ, 13ਵੀਂ 5 ਸਾਲਾਂ ਯੋਜਨਾ ਹੋਵੇ, 14ਵੀਂ 5 ਸਾਲਾਂ ਯੋਜਨਾ ਹੋਵੇ। ਹੁਣ ਤਾਂ ਇਹ ਵੀ ਇੱਕ 5 ਸਾਲਾਂ ਯੋਜਨਾ ਦੇ ਵਿੱਚ ਵਾਅਦਾ ਕੀਤਾ ਗਿਆ ਕਿ ਘਰ ਘਰ ਵਿੱਚ ਵਾਈਫਾਈ ਪਹੁੰਚਾਉਣਾ, ਸਾਫ਼ ਪਾਣੀ ਪਹੁੰਚਾਉਣਾ। ਅੱਜ ਕਿੰਨੇ ਕੁ ਘਰਾਂ ਵਿੱਚ ਪਹੁੰਚਦਾ ਪਿਆ?
ਉਜਵਲ ਯੋਜਨਾ ਵੀ ਸ਼ੁਰੂ ਕੀਤੀ ਸੀ। ਗੈਸ ਸਿਲੰਡਰ, ਚਲੋ ਸਿਲੰਡਰ ਪਹੁੰਚਾਤੇ, ਗੈਸ ਕਿੱਥੋਂ ਆਉਣੀ ਸੀ? ਸਿਲੰਡਰ ਤਾਂ ਫਿਰ ਵੀ ਇੱਕ ਵਾਰੀ ਦੇਤਾ ਚਲੋ ਮੁਫਤ ਦੇ ਵਿੱਚ। ਤੇ ਜਿਹੜੀ ਗੈਸ 868 ਰੁਪਏ ਤੋਂ 468 ਤੋਂ ਸ਼ੁਰੂ ਹੁੰਦੀ 800 ਤੱਕ ਪਹੁੰਚ ਗਈ, 1100 ਤੇ ਪਹੁੰਚੀ। ਕਮਰਸ਼ੀਅਲ ਸਿਲੰਡਰ 1300 ਤੱਕ ਪਹੁੰਚੇ। ਅੱਜ ਭਾਵੇਂ ਰੇਟ ਨੂੰ ਥੋੜਾ ਜਿਹਾ ਮੋੜਾ ਪਿਆ, ਪਰ ਇੰਨਾ ਤਾਂ ਨਹੀਂ ਪਿਆ ਨਾ। ਇਹ ਮੰਨਿਆ ਜਾ ਸਕਦਾ ਕਿ ਬਹੁਤ ਸਾਰੇ ਸਿਆਸਤਦਾਨ ਰਿਓੜੀਆਂ ਵੰਡਦੇ ਨੇ ਤੇ ਵਾਅਦੇ ਦਾਅਵੇ ਕਰਦੇ ਨੇ। ਅਗਲੀ ਗੱਲ ਜੇਕਰ ਕੀਤੀ ਜਾਵੇ ਤਾਂ ਕਪਿਲ ਸਿੱਬਲ ਹੁਣਾਂ ਦੀ ਗੱਲ ਕਰਨੀ ਹੈ। ਕਾਂਗਰਸ ਪਾਰਟੀ ਵਿੱਚ ਹੁੰਦੇ ਸੀ, ਸੀਨੀਅਰ ਵਕੀਲ ਨੇ, ਪਰ ਅੱਜ ਕੱਲ੍ਹ ਪਾਰਟੀ ਵੀ ਉਹਨਾਂ ਨੇ ਬਦਲ ਲਈ ਪਿਛਲੇ ਦਿਨੀ। ਹੁਣ ਉਹਨਾਂ ਨੇ ਕਿਹਾ ਕਿ ਜਿੱਥੇ ਸਰਕਾਰ ਈਡੀ ਤੇ ਸੀਬੀਆਈ ਤੋਂ ਨਹੀਂ ਡਿੱਗਦੀ, ਉੱਥੇ ਉਹ ਖਰੀਦੋ ਫਰੋਖਤ ਹੁੰਦੀ ਹੈ। ਹੁਣ ਕਿੱਥੇ ਖਰੀਦੋ ਫਰੋਖਤ ਹੁੰਦੀ ਹੈ, ਗੱਲ ਕਹਿਣ ਦੀ ਕਿਉਂ ਜ਼ਰੂਰਤ ਪੈ ਗਈ? ਕਿਉਂਕਿ ਦੇਸ਼ ਦੀਆਂ ਏਜੰਸੀਆਂ ਦੇ ਉੱਪਰ ਪਿਛਲੇ ਸਮੇਂ ਦੇ ਦੌਰਾਨ ਸਵਾਲ ਉੱਠੇ। ਅਸੀਂ ਸਾਰੀਆਂ ਸੁਰੱਖਿਆ ਏਜੰਸੀਆਂ ਦੇ ਉੱਪਰ ਉਂਗਲ ਨਹੀਂ ਚੁੱਕਦੇ, ਪਰ ਇਹ ਜਿਹੜੀਆਂ ਗੱਲਾਂ ਨਿਕਲ ਰਹੀਆਂ ਨੇ, ਜੇਕਰ ਧੂੰਆਂ ਨਿਕਲ ਰਿਹਾ ਇਸੇ ਕਰਕੇ ਆ, ਜੇ ਕਿਤੇ ਅੱਗ ਲੱਗੀ ਹੋਣੀ ਹੈ। ਤੇ ਅੱਗ ਪਹਿਲਾਂ ਵੀ ਦਿਖਾਈ ਦੇ ਰਹੀ ਹੈ ਤੇ ਹੁਣ ਵੀ ਜਿਸ ਹਿਸਾਬ ਨਾਲ ਸਿਆਸਤਦਾਨ ਕਹਿ ਰਹੇ ਨੇ, ਇਹਦਾ ਮਤਲਬ ਕਿਤੇ ਨਾ ਕਿਤੇ ਕੁਛ ਤਾਂ ਗੜਬੜੀ ਹੈਗੀ ਹੈ। ਹੁਣ ਕਪਿਲ ਸਿੱਬਲ ਦਾ ਇਹ ਕਹਿਣਾ ਹੈ ਕਿ ਸਰਕਾਰਾਂ ਜਿੱਥੇ ਏਜੰਸੀਆਂ ਦੇ ਕੋਲੋਂ ਨਹੀਂ ਡਿੱਗਦੀਆਂ, ਉੱਥੇ ਫਿਰ ਖਰੀਦੋ ਫਰੋਖਤ ਸ਼ੁਰੂ ਹੁੰਦੀ ਹੈ। ਕਿਉਂ ਕਹਿਣ ਦੀ ਜ਼ਰੂਰਤ ਪੈ ਗਈ? ਪੱਛਮੀ ਬੰਗਾਲ ਦੀ ਗੱਲ ਕੀਤੀ ਜਾਵੇ ਤਾਂ ਪੱਛਮੀ ਬੰਗਾਲ ਦੇ ਵਿੱਚ ਇਹ ਦੇਖਣ ਨੂੰ ਮਿਲਿਆ ਪਿਛਲੇ ਦਿਨਾਂ ਦੇ ਦੌਰਾਨ ਕਿ ਉੱਥੇ ਭਾਜਪਾ ਨੇ ਬਹੁਤ ਜ਼ੋਰ ਲਗਾਇਆ। ਉਹ ਵੱਖਰੀ ਗੱਲ ਸੀ ਕਿ ਉੱਥੇ ਸੀਟਾਂ ਥੋੜ੍ਹੀਆਂ ਬਹੁਤੀਆਂ ਵਧੀਆਂ ਹੋ ਸਕਦੀਆਂ ਨੇ, ਪਰ ਜਿੱਤਣ ਦੇ ਵਿੱਚ ਕਾਮਯਾਬ ਨਹੀਂ ਹੋ ਸਕੇ। ਹਾਂ, ਉਸ ਤੋਂ ਬਾਅਦ ਇੱਕ ਚਰਚਾ ਚੱਲ ਪਈ ਕਿ ਮਮਤਾ ਬੈਨਰਜੀ ਦਾ ਭਤੀਜਾ, ਹੁਣ ਉਹਦੇ ਖਿਲਾਫ ਜਾਂਚ ਚੱਲ ਪਣੀ ਹੈ, ਉਹਨੂੰ ਈਡੀ ਨੇ ਸੱਦ ਲਿਆ। ਇੱਦਾਂ ਦੀਆਂ ਖਬਰਾਂ ਕਈ ਸੂਬਿਆਂ ਤੋਂ ਆਉਂਦੀਆਂ ਨੇ। ਅੱਜ ਜਿਸ ਹਿਸਾਬ ਦੇ ਨਾਲ ਸੁਪ੍ਰਿਆ ਸੁਲੇ ਨੇ, ਹੁਣ ਸੁਪ੍ਰਿਆ ਸੁਲੇ ਨੇ ਇਹ ਗੱਲ ਕਹੀ ਹੈ ਕਿ ਸਾਡੇ ਕਰਨਾਟਕ ਦੇ ਵਿੱਚ ਜਿਹੜੇ ਇਸ ਵੇਲੇ ਇੱਕ ਨੇਤਾ ਨੇ ਜਿਨ੍ਹਾਂ ਨੂੰ ਅੱਜ ਚੁੱਕਿਆ ਗਿਆ, ਇਸ ਕਰਕੇ ਈਡੀ ਨੇ ਗ੍ਰਿਫਤਾਰ ਕੀਤਾ ਕਿ ਉਹਨਾਂ ਨੇ ਸਹੀ ਤਰੀਕੇ ਨਾਲ ਕੰਮ ਨਹੀਂ ਕੀਤਾ, ਇਮਾਨਦਾਰੀ ਦੇ ਨਾਲ ਕੰਮ ਨਹੀਂ ਕੀਤਾ। ਹੁਣ ਈਡੀ ਸਾਰਿਆਂ ਨੂੰ ਤਾਂ ਇਦਾਂ ਹੀ ਗ੍ਰਿਫਤਾਰ ਨਹੀਂ ਕਰ ਲੈਂਦੀ, ਹਿਰਾਸਤ ਵਿੱਚ ਨਹੀਂ ਲੈ ਲੈਂਦੀ। ਈਡੀ ਦਾ ਕੰਮ ਤਾਂ ਇਹ ਹੁੰਦਾ ਪਹਿਲਾਂ ਦੇਖਣਾ ਕਿ ਮਨੀ ਲਾਂਡਰਿੰਗ ਦੀ ਗੱਲ ਚੱਲੀ ਹੈ। ਜੇਕਰ ਕਿਸੇ ਥਾਣੇ ਦੇ ਵਿੱਚ 1 ਕਰੋੜ ਤੋਂ ਉੱਪਰ ਰੁਪਏ ਦਾ ਕੇਸ ਚੱਲਦਾ ਪਿਆ ਤਾਂ ਉਹਦੇ ਵਿੱਚ ਦਖਲਅੰਦਾਜ਼ੀ ਹੋ ਸਕਦੀ ਹੈ। ਹੁਣ ਜਿੱਥੇ ਪਤਾ ਇਹ ਚੱਲਦਾ ਹੋਵੇ ਕਿ ਭਾਈ ਇੱਥੇ ਇੱਕ ਥੋੜਾ ਧੋਖਾ ਹੋਇਆ, ਪੈਸੇ ਇਕੱਠੇ ਕੀਤੇ ਨੇ, ਉੱਥੇ ਈਡੀ ਦੀ ਐਂਟਰੀ ਹੋ ਜਾਂਦੀ ਹੈ। ਹੁਣ ਇੱਕ ਤਾਮਿਲਨਾਡੂ ਦੇ ਮੰਤਰੀ ਨੇ ਵੀ ਸੈਂਥਲ ਬਾਲਾਜੀ, ਹੁਣ ਬਾਲਾਜੀ ਦੇ ਉੱਪਰ ਦੋਸ਼ ਲੱਗਦੇ ਆ ਕਿ ਇਹਨੇ ਗੜਬੜੀ ਕੀਤੀ ਹੈ। ਜਦੋਂ ਗ੍ਰਿਫਤਾਰੀ ਹੁੰਦੀ ਹੈ ਉਸੇ ਵੇਲੇ ਛਾਤੀ 'ਚ ਦਰਦ ਹੋਣ ਲੱਗ ਪੈਂਦਾ। ਜ਼ਿਕਰ ਅਸੀਂ ਕਈ ਵਾਰ ਪ੍ਰੋਗਰਾਮ 'ਚ ਕੀਤਾ, ਕਿਸੇ ਵੀ ਸਿਆਸਤਦਾਨ ਨੂੰ ਕਦੀ ਵੀ ਕੋਈ ਵੀ ਸਮੱਸਿਆ ਹੋ ਸਕਦੀ ਹੈ, ਸਰੀਰਕ ਤੌਰ ਤੇ ਕੋਈ ਵੀ ਬਿਮਾਰ ਹੋ ਸਕਦਾ। ਪਰ ਕੁਝ ਕੁ ਸਿਆਸਤਦਾਨ ਇਸ ਤਰ੍ਹਾਂ ਦੇ ਨੇ, ਜਦੋਂ ਜਾਂਚ ਹੋਣੀ ਹੈ ਨਾ, ਉਦੋਂ ਉਹਨਾਂ ਦੇ ਲੱਕ ਵੀ ਦੁਖਣ ਲੱਗ ਪੈਂਦੇ ਆ, ਕਿਸੇ ਵੇਲੇ ਉਹਨਾਂ ਦੇ ਗੋਡਿਆਂ ਦੇ ਆਪਰੇਸ਼ਨ ਹੋਏ ਹੁੰਦੇ ਆ, ਕਿਸੇ ਵੇਲੇ ਕੁਝ ਕੁ ਸਿਆਸਤਦਾਨ ਦੀਆਂ ਦਾੜਾਂ ਦੁਖਣ ਲੱਗ ਪੈਂਦੀਆਂ। ਸੀਨੇ ਵਿੱਚ ਦਰਦ ਤਾਂ ਨਾਰਮਲ ਜੀ ਗੱਲ ਹੈ। ਬਹੁਤ ਸਾਰੇ VIP ਇਸ ਤਰ੍ਹਾਂ ਦੇ ਨੇ, ਜਦੋਂ ਜਾਂਚ ਦੇ ਵਿੱਚ ਸ਼ਾਮਲ ਹੋਣ ਲਈ ਕਿਹਾ ਜਾਂਦਾ ਤਾਂ ਉਹਨਾਂ ਦੇ ਵੀ ਛਾਤੀ ਦਰਦਾਂ ਹੋਣ ਲੱਗ ਪੈਂਦੀਆਂ। ਅਸੀਂ ਫਿਰ ਕਹਿੰਦੇ ਹਾਂ ਕਿਸੇ ਵੀ ਵੇਲੇ ਸਰੀਰਕ ਤੌਰ ਤੇ ਸਮੱਸਿਆ ਆ ਸਕਦੀ ਹੈ। ਔਰ ਰੋਹਤਕ ਵਾਲੇ ਪਾਸਿਓ ਬਾਬਾ ਵੀ ਇੱਕ ਜੇਲ੍ਹ ਵਿੱਚ ਹੈ, ਉਹ ਵੀ ਸੁਨਾਰੀਆ ਜੇਲ੍ਹ ਦੇ ਵਿੱਚ ਸੀ, ਤੇ ਜਦੋਂ ਕਿ ਸੀਨੇ 'ਚ ਦਰਦ ਹੁੰਦੀ ਹੈ ਤਾਂ ਉਸ ਵੇਲੇ ਫਿਰ ਹਸਪਤਾਲ 'ਚ ਭਰਤੀ ਕਰਵਾਉਣਾ ਪੈਂਦਾ। ਠੀਕ ਹੈ ਭਾਈ, ਜਿਹਨੂੰ ਇਲਾਜ ਦੀ ਲੋੜ ਹੈ ਉਹ ਕਰਵਾਇਆ ਜਾਵੇ, ਪਰ ਜੇਕਰ ਇਸੇ ਤਰ੍ਹਾਂ ਕੰਮ ਚੱਲਦਾ ਰਿਹਾ ਤਾਂ ਆਉਂਦੇ ਸਮੇਂ ਦੇ ਦੌਰਾਨ ਸਿਆਸਤਦਾਨ ਇਸੇ ਤਰ੍ਹਾਂ ਏਜੰਸੀਆਂ ਦੇ ਉੱਪਰ ਉਂਗਲਾਂ ਚੁੱਕਦੇ ਰਹਿਣਗੇ। ਪਰ ਕਪਿਲ ਸਿੱਬਲ ਹੋਰਾਂ ਦੀ ਗੱਲ ਧਿਆਨ ਮੰਗਦੀ ਹੈ ਕਿ ਇਹ ਏਜੰਸੀਆਂ ਬੰਦਿਆਂ ਨੂੰ ਤੰਗ ਪਰੇਸ਼ਾਨ ਕਰਦੀਆਂ ਨੇ। ਹਾਲਾਂਕਿ ਸੁਪ੍ਰਿਆ ਸੁਲੇ ਨੇ ਤਾਂ ਇੱਥੋਂ ਤੱਕ ਕਹਿਤਾ ਕਿ 95% ਕੇਸ ਇਸ ਤਰ੍ਹਾਂ ਦੇ ਨੇ ਜਿਹਦੇ ਵਿੱਚ ਵਿਰੋਧੀ ਪਾਰਟੀਆਂ ਦੇ ਖਿਲਾਫ ਹੀ ਕਾਰਵਾਈ ਕੀਤੀ ਜਾਂਦੀ ਹੈ। ਤਾਂ ਫਿਰ ਅਟਲ ਬਿਹਾਰੀ ਵਾਜਪਾਈ ਵੀ ਤਾਂ ਕਹਿੰਦੇ ਹੁੰਦੇ ਸੀਗੇ ਕਿ ਇਹ ਏਜੰਸੀਆਂ ਕੰਮ ਕਿਸ ਤਰ੍ਹਾਂ ਕਰਦੀਆਂ। ਡਾਕਟਰ ਮਨਮੋਹਨ ਸਿੰਘ ਦੀ ਸਰਕਾਰ ਸੀ, ਉਸ ਵੇਲੇ ਵੀ ਪਤਾ ਸੀ ਏਜੰਸੀਆਂ ਕਿਸ ਹਿਸਾਬ ਨਾਲ ਕੰਮ ਕਰਦੀਆਂ, ਕਿਉਂਕਿ ਸਮੇਂ ਦੀ ਸਰਕਾਰ ਦੇ ਨਾਲ ਮਿਲ ਕੇ ਸਾਰਿਆਂ ਨੂੰ ਚੱਲਣਾ ਪੈਂਦਾ। ਪਰ ਇਹ ਨਹੀਂ ਕਿ ਕਿਸੇ ਦੇ ਦਬਾਅ ਹੇਠ ਕੰਮ ਕਰਦੀਆਂ ਹੋਣ। ਇਹਦਾ ਦਾਅਵਾ ਕਦੀ ਕਿਸੇ ਨੇ ਨਹੀਂ ਕੀਤਾ, ਇਹਦੀ ਪੁਸ਼ਟੀ ਤਾਂ ਨਹੀਂ ਕਦੀ ਕਿਸੇ ਨੇ ਕੀਤੀ, ਇਹਦੇ ਸਬੂਤ ਤਾਂ ਨਹੀਂ ਕਦੀ ਕਿਸੇ ਨੇ ਰੱਖੇ। ਹੁਣ ਜਾਂ ਫਿਰ ਵਿਰੋਧੀ ਧਿਰਾਂ ਨੂੰ ਇਹ ਲੱਗਦਾ ਹੋਵੇ ਕਿ ਸਾਡੇ ਖਿਲਾਫ ਕਾਰਵਾਈ ਕੀਤੀ ਜਾਂਦੀ ਹੈ, ਉਹ ਇਸੇ ਕਰਕੇ ਲੱਗਦਾ ਹੋਣਾ ਕਿ ਪਾਰਟੀ ਦੇ ਵਿੱਚੋਂ ਕਿਸੇ ਨਾ ਕਿਸੇ ਨੇ ਤਾਂ ਗੜਬੜੀ ਕੀਤੀ ਹੋਣੀ ਹੈ। ਸੋ ਇਹ ਅੱਜ ਬਿਆਨ ਬਹੁਤ ਜ਼ਿਆਦਾ ਕਪਿਲ ਸਿੱਬਲ ਹੋਰਾਂ ਦਾ ਚਰਚਾ ਦੇ ਵਿੱਚ ਰਿਹਾ। ਜੇਕਰ ਸਿਆਸਤ ਦੀ ਗੱਲ ਕਰਦੇ ਹਾਂ, ਚਰਚਾਵਾਂ ਦੀ ਗੱਲ ਕਰਦੇ ਹਾਂ, ਤਾਂ ਆਮ ਆਦਮੀ ਪਾਰਟੀ ਦੇ ਧਰਮਕੋਟ ਤੋਂ ਵਿਧਾਇਕ ਨੇ ਦਵਿੰਦਰਜੀਤ ਸਿੰਘ ਲਾਡੀ ਡੋਸ, ਉਹਨਾਂ ਦੇ ਨਾਲ ਪ੍ਰਾਈਮ ਏਸ਼ੀਆ TV ਦੇ ਪ੍ਰਤੀਨਿਧ ਨੰਦਪ੍ਰੀਤ ਹੁਰਾਂ ਨੇ ਗੱਲਬਾਤ ਕੀਤੀ ਹੈ। ਸਿਆਸੀ ਸਫ਼ਰ ਦੱਸਿਆ ਕਿਸ ਤਰ੍ਹਾਂ ਉਹਨਾਂ ਨੇ ਸ਼ੁਰੂ ਕੀਤਾ। ਵੈਸੇ ਤਾਂ ਜਦੋਂ ਕਿ PPP ਪਾਰਟੀ ਬਣੀ, ਜਦੋਂ ਮਨਪ੍ਰੀਤ ਸਿੰਘ ਬਾਦਲ ਤੇ ਨਾਲ ਭਗਵੰਤ ਮਾਨ ਇਹਨਾਂ ਨੇ ਸ਼ੁਰੂਆਤ ਕੀਤੀ ਸੀ, ਭਾਵੇਂ ਉਹ ਅਮਰੀਕਾ ਦੇ ਵਿੱਚ ਜਾ ਕੇ ਪ੍ਰੋਗਰਾਮ ਕਰਵਾਏ ਜਾਣੇ ਹੋਣ, ਚਾਹੇ ਬਠਿੰਡੇ ਦੇ ਵਿੱਚ ਹੀ ਭਾਵੇਂ ਕੋਈ ਪ੍ਰੋਗਰਾਮ ਹੋਵੇ, ਚਾਹੇ ਕਿਸੇ ਵੀ ਇਲਾਕੇ ਦੇ ਵਿੱਚ ਹੋਵੇ, ਪਤੰਗ ਸੀ, ਉੱਡਿਆ, ਥੋੜ੍ਹੀ ਜਿਹੀ ਡੋਰ ਛੱਡੀ, ਬਾਅਦ 'ਚ ਕੱਟ ਕੇ ਕਿੱਧਰ ਗਿਆ ਪਤਾ ਨਹੀਂ ਚੱਲਿਆ। ਪਰ ਅੱਜ ਬਹੁਤ ਸਾਰੇ ਸਿਆਸਤਦਾਨ ਜਿਨ੍ਹਾਂ ਨੇ ਸ਼ੁਰੂਆਤ ਕੀਤੀ ਉਸ ਪਾਰਟੀ ਤੋਂ,
ਆਪਣੀ ਵੱਖਰੀ ਪਾਰਟੀ ਬਣਾ ਕੇ ਜਾਂ ਦੂਜੀ ਪਾਰਟੀ ਵਿੱਚ ਚਲੇ ਗਏ। ਚਲੋ ਸਿਆਸਤਦਾਨਾਂ ਤੇ ਛੱਡ ਦਿੰਦੇ ਆ ਕਿ ਰਾਜਨੀਤੀ ਵਿੱਚ ਤਿਲਕਣਬਾਜੀ ਤਾਂ ਹੈਗੀ ਆ, ਉਹਨਾਂ ਨੇ ਕਿਹੜੀ ਪਾਰਟੀ ਜਾਣਾ ਪਤਾ ਨਹੀਂ ਹੁੰਦਾ। ਪਰ ਜਿਸ ਹਿਸਾਬ ਦੇ ਨਾਲ ਦਵਿੰਦਰਜੀਤ ਸਿੰਘ ਲਾਡੀ ਟੋਸ ਉਹਨਾਂ ਨੇ ਦੱਸਿਆ ਕਿ ਸਿਆਸੀ ਸਫ਼ਰ ਦੀ ਕਿਵੇਂ ਸ਼ੁਰੂਆਤ ਕੀਤੀ ਤੇ ਨਾਲ ਦੀ ਨਾਲ ਜਲੰਧਰ ਦੀ ਜਿਮਨੀ ਚੋਣ ਤੋਂ ਬਾਅਦ ਜਿਹੜੇ ਸਿਆਸਤਦਾਨਾਂ ਨੇ ਵਧੀਆ ਕੰਮ ਕੀਤਾ ਉਹਨਾਂ ਨੂੰ ਕੁਝ ਜ਼ਿੰਮੇਵਾਰੀਆਂ ਵੀ ਨਵੀਂ ਦਿੱਤੀਆਂ ਗਈਆਂ ਨੇ, ਭਾਵੇਂ ਉਹ ਸ਼ਹਿਰੀ ਕਲਸੀ ਹੋਣ, ਭਾਵੇਂ ਉਹਦੇ ਵਿੱਚ ਟਾਂਡਾ ਉੜਮੂ ਤੋਂ ਵਿਧਾਇਕ ਜਸਵਿੰਦਰ ਸਿੰਘ ਰਾਜਾ ਗਿੱਲ ਹੋਣ, ਚਾਹੇ ਹੋਰ ਵੀ ਕੋਈ ਸਿਆਸਤਦਾਨ ਹੋਣ, ਉਹਨਾਂ ਦੇ ਵਿੱਚ ਦਵਿੰਦਰਜੀਤ ਲਾਡੀ ਵੀ ਹੈ। ਕੀ ਗੱਲਬਾਤ ਕੀਤੀ ਹੈ ਉਹ ਵੀ ਦੇਖਦੇ ਹਾਂ। ਤੇ ਖਾਸ ਕਰਕੇ ਯੂਥ ਵਿੰਗ ਦੇ ਪ੍ਰਧਾਨ ਹੋਣ ਦੇ ਨਾਤੇ ਜਿਹੜੀ ਇਹਨਾਂ ਨੂੰ ਨਵੀਂ ਜ਼ਿੰਮੇਵਾਰੀ ਦਿੱਤੀ ਹੈ ਤੇ ਇਹਨਾਂ ਨੇ ਕਿਹਾ ਕਿ ਆਉਂਦੇ ਸਮੇਂ ਦੇ ਦੌਰਾਨ ਅਸੀਂ ਕਾਲਜਾਂ ਦੇ ਵਿੱਚ ਇੱਕ ਨਵੀਂ ਸ਼ੁਰੂਆਤ ਕਰਾਂਗੇ। ਉਹ ਕਿਹੜੀ ਸ਼ੁਰੂਆਤ ਹੈ, ਪਹਿਲਾਂ ਉਹ ਚਰਚਾ ਕਰਦੇ ਹਾਂ। ਐਮਐਲਏ ਲਾਡੀ ਟੋਸ, ਛੋਟਾ ਨਾਂ ਲੈ ਲਈਏ ਦਵਿੰਦਰਜੀਤ ਸਿੰਘ ਲਾਡੀ ਟੋਸ, ਵੱਡਾ ਨਾਂ ਹੋ ਜਾਣਾ ਜੀ। ਕੌਣ ਹੈ ਸਿਆਸੀ ਤੌਰ ਦੇ ਉੱਤੇ, ਜੇ ਐਮਐਲਏ ਤੋਂ ਛੱਡ ਕੇ ਗੱਲ ਕਰਨੀ ਹੋਵੇ ਤਾਂ ਕੌਣ ਹੈਗਾ ਲਾਡੀ ਟੋਸ? ਤੁਸੀਂ ਬੜਾ ਵਧੀਆ ਸਵਾਲ ਪੁੱਛਿਆ। ਦੇਖੋ, ਜਿਹੜਾ ਸਾਡਾ ਪਰਿਵਾਰ ਹੈ, ਢੋਸ ਪਰਿਵਾਰ ਹੈ ਜਿਹੜਾ, ਇਹ ਅੱਜ ਤੋਂ ਸਿਆਸਤ ਦੇ ਵਿੱਚ ਨਹੀਂ ਆਇਆ। ਇਹ ਸਾਡੀਆਂ ਪਿਛਲੀਆਂ 3 ਪੀੜ੍ਹੀਆਂ ਨੇ ਹਲਕਾ ਧਰਮਕੋਟ ਦੇ ਵਿੱਚ ਸੇਵਾ ਕਰਦਿਆਂ। ਸਾਨੂੰ ਮੇਰੇ ਪਹਿਲਾਂ ਦਾਦਾ ਜੀ ਸੀ ਸਰਦਾਰ ਕਿਰਪਾਲ ਸਿੰਘ ਜੀ ਢੋਸ, ਉਹ ਲਾਹੌਰ ਦੇ ਵਿੱਚ ਪੜ੍ਹਦੇ ਬਾਦਲ ਸਾਹਿਬ ਦੇ ਨਾਲ ਇੱਕੋ ਰੂਮ ਦੇ ਵਿੱਚ ਰਹਿੰਦੇ ਰਹੇ ਨੇ, ਪੜ੍ਹਦੇ ਰਹੇ ਨੇ ਇਕੱਠੇ, ਬਿਲਕੁਲ ਇੱਕੋ ਰੂਮ ਦੇ ਵਿੱਚ ਰਹਿ ਕੇ ਇਹਨਾਂ ਨੇ ਲਾਹੌਰ ਦੇ ਵਿੱਚ ਜਿਹੜੀ ਹੈਗੀ ਆ ਸਟੱਡੀ ਕੀਤੀ ਸੀ। ਉਹਨਾਂ ਤੋਂ ਬਾਅਦ ਮੇਰੇ ਫਾਦਰ ਸਾਹਿਬ ਸਰਦਾਰ ਕੁਲਦੀਪ ਸਿੰਘ ਜੀ ਢੋਸ ਮੈਂਬਰ ਐਸਜੀਪੀਸੀ ਰਹੇ ਨੇ ਧਰਮਕੋਟ ਤੋਂ, ਤੇ ਟਰੱਕ ਯੂਨੀਅਨ ਦੇ ਪ੍ਰਧਾਨ, ਗੁਰਦੁਆਰਾ ਸਾਹਿਬ ਦੇ ਪ੍ਰਧਾਨ। ਜਾਣੀ ਕਿ ਸਾਡਾ ਜਿਹੜਾ ਹਲਕਾ ਹੈ ਇਹ ਹਲਕਾ ਰਿਜ਼ਰਵ ਰਿਹਾ 2012 ਤੱਕ। ਤੇ ਤੁਹਾਨੂੰ ਪਤਾ ਜਦੋਂ ਹਲਕਾ ਰਿਜ਼ਰਵ ਹੋਵੇ ਤੇ ਸਾਰਾ ਹੋਲੀ ਸੋਲੀ ਜਿਹੜੇ ਹੁੰਦੇ ਉਹ ਐਸਜੀਪੀਸੀ ਮੈਂਬਰ ਹੁੰਦੇ ਨੇ। ਸੋ ਉਦੋਂ ਐਸਜੀਪੀਸੀ ਮੈਂਬਰ ਸੀਗੇ। ਤੇ ਹੁਣ ਮੈਂ ਉਦੋਂ ਬਾਅਦ ਢੋਸ ਸਾਹਿਬ ਦੇ ਚਲੇ ਜਾਣ ਤੋਂ ਬਾਅਦ ਉਦੋਂ ਬਾਅਦ ਮੈਂ ਵਿਦੇਸ਼ ਦੇ ਵਿੱਚ ਸੀਗਾ, ਤੇ ਵਿਦੇਸ਼ ਦੇ ਵਿੱਚ ਮੇਰਾ ਕਾਰੋਬਾਰ ਬਿਜ਼ਨਸ ਸੀਗਾ। ਤੇ ਮੈਂ ਜਦੋਂ ਢੋਸ ਸਾਹਿਬ, ਮੇਰੇ ਫਾਦਰ ਸਾਹਿਬ ਦੀ ਡੈਥ ਹੋਈ, ਤੇ ਉਦੋਂ ਫਿਰ ਮੈਂ ਜਿਹੜਾ ਉਹਦਾ ਕਾਰੋਬਾਰ ਵਾਈਂਡ ਅਪ ਕਰਕੇ ਤੇ ਫਿਰ ਮੈਂ ਜਿਹੜੀ ਸਾਡੀ ਪਰਿਵਾਰ ਦੀ ਜਿਹੜੀ ਇੱਕ ਲੜੀ ਤੁਰੀ ਆਉਂਦੀ ਸੀਗੀ, ਉਸ ਲੜੀ ਨੂੰ ਅੱਗੇ ਤੋਰਦਿਆਂ ਹੋਇਆ ਮੈਂ ਫਿਰ ਇੱਥੇ ਜਿਹੜੀ ਸਰਗਰਮ ਰਾਜਨੀਤੀ ਦੇ ਵਿੱਚ ਤੁਹਾਡੀ ਮਜਬੂਰੀ ਸੀ ਜਾਂ ਤੁਹਾਡਾ ਸ਼ੌਂਕ ਸੀਗਾ? ਨਹੀਂ, ਮਜਬੂਰੀ ਨਹੀਂ, ਕਿਉਂਕਿ ਜਦੋਂ ਮੇਰੇ ਫਾਦਰ ਸਾਹਿਬ ਦਾ ਜਦੋਂ ਭੋਗ ਸੀਗਾ ਉਦੋਂ ਸਾਰਾ ਹਲਕਾ ਇਕੱਠਾ ਹੋਇਆ ਸੀਗਾ। ਸਾਰੇ ਹਲਕਾ ਜਦੋਂ ਆਇਆ ਸਾਡੇ ਕੋਲੇ, ਉਦੋਂ ਭੋਗ ਤੇ ਆਇਆ ਮੇਰੇ ਕੋਲੇ, ਤਾਂ ਭੋਗ ਤੋਂ ਬਾਅਦ ਉਹਨਾਂ ਨੇ ਮੇਰੇ ਕੋਲੇ ਇੱਕ ਇਹੋ ਜਿਹਾ ਸਵਾਲ ਰੱਖਿਆ, ਕਹਿੰਦੇ ਜੀ ਤੁਹਾਡੀਆਂ 2 ਪੀੜ੍ਹੀਆਂ ਨੇ ਸਾਡੇ ਇਸ ਹਲਕੇ ਦੀ ਸੇਵਾ ਕੀਤੀ ਹੈ, ਸਾਡੇ ਨਾਲ ਖੜੀਆਂ ਰਹੀਆਂ ਨੇ, ਤੇ ਉਹਨਾਂ ਤੋਂ ਬਾਅਦ ਤੂੰ ਵਿਦੇਸ਼ ਚਲਾ ਗਿਆ, ਤੇ ਹੁਣ ਅਸੀਂ ਉਹਨਾਂ ਤੋਂ ਬਾਅਦ ਸਾਡੀ ਬਾਂਹ ਕੌਣ ਫੜੂਗਾ? ਤੇ ਮੇਰੇ ਕੋਲੇ ਉਹਨਾਂ ਦੇ ਸਵਾਲਾਂ ਦਾ ਜਵਾਬ ਨਹੀਂ ਸੀ। ਤੇ ਫਿਰ ਮੈਂ ਉਦੋਂ ਸੋਚ ਲਿਆ ਸੀਗਾ ਵੀ ਨਹੀਂ, ਹੁਣ ਮੈਂ ਆਪਦਾ ਉਹ ਬਾਹਰ ਨਹੀਂ ਜਾਣਾ, ਹੁਣ ਮੈਂ ਇੱਥੇ ਰਹਿ ਕੇ ਸੇਵਾ ਕਰਨੀ ਆ। ਲਾਡੀ, ਤੁਸੀਂ ਬਾਹਰ ਗਏ ਕਿਉਂ ਤੇ ਉੱਥੇ ਤੁਹਾਡਾ ਬਿਜ਼ਨਸ ਕੀ ਸੀ? ਫਿਰ ਤੁਸੀਂ ਉਹਨੂੰ ਛੱਡ ਕੇ ਕਿਉਂ ਆ ਗਏ? ਉਦੋਂ ਚੱਲਦਾ ਵੀ ਤਾਂ ਰੱਖਿਆ ਜਾ ਸਕਦਾ। ਮੈਂ 2006 ਦੇ ਵਿੱਚ ਬਾਹਰ ਗਿਆ ਸੀ, ਮੇਰੀ ਮੈਰਿਜ ਹੋਈ ਗਈ ਸੀ ਬਾਹਰ। ਮੇਰੇ ਜਿਹੜੇ ਵਾਈਫ ਨੇ ਉਹ ਇੰਗਲੈਂਡ ਤੋਂ ਨੇ, ਲੰਡਨ ਤੋਂ, ਉਹ ਉੱਥੇ ਡਾਕਟਰ ਨੇ, ਤੇ ਮੇਰਾ ਜਿਹੜੇ ਬੇਟਾ ਜਿਹੜਾ ਹੈਗਾ, ਬੇਟਾ ਵੀ ਉੱਥੇ ਪੜ੍ਹਦਾ। ਮੇਰਾ ਜਿਹੜਾ ਕਾਰੋਬਾਰ ਆ ਉੱਥੇ ਟਰਾਂਸਪੋਰਟ ਦਾ ਕਾਰੋਬਾਰ ਆ। ਲੰਡਨ ਦੇ ਵਿੱਚ ਹੀਥਰੋ ਆ ਜਿੱਥੇ ਆਪਣਾ 에ਅਰਪੋਰਟ ਆ, ਉੱਥੇ ਮੇਰਾ ਜਿਹੜਾ ਹੈਗਾ ਸਾਰਾ ਹੱਬ ਆ ਸਾਡਾ ਟਰਾਂਸਪੋਰਟ ਦਾ। ਤੇ ਜਦੋਂ ਮੈਂ ਆਇਆ, ਮੈਂ 1 ਸਾਲ ਤਾਂ ਤਕਰੀਬਨ ਨਾਲੇ ਮੈਂ ਇੱਥੇ ਰਾਜਨੀਤੀ ਕੀਤੀ, ਨਾਲੇ ਮੈਂ ਉੱਥੇ ਕਾਰੋਬਾਰ ਦਾ ਮੈਂ ਧਿਆਨ ਦਿੱਤਾ। ਪਰ ਮੈਂ ਦੇਖਿਆ ਵੀ ਉਦੋਂ ਬਾਅਦ ਇੱਕ ਕੰਮ ਹੀ ਹੋ ਸਕਦਾ, ਜਾਂ ਰਾਜਨੀਤੀ ਹੋ ਸਕਦੀ ਹੈ ਜਾਂ ਕਾਰੋਬਾਰ ਹੋ ਸਕਦਾ। ਤੇ ਫਿਰ ਮੈਂ ਸੋਚ ਲਿਆ ਕਿ ਹੁਣ ਮੈਂ ਇੱਥੇ ਲੋਕਾਂ ਦੇ ਵਿੱਚ ਹੀ ਰਹਿਣਾ। ਸੋ ਫਿਰ ਮੈਨੂੰ ਵਾਈਂਡ ਅਪ ਕਰਨਾ ਪਿਆ। ਰਾਜਨੀਤੀ ਔਖੀ ਲੱਗਦੀ ਹੈ ਜਾਂ ਸੌਖੀ ਲੱਗਦੀ ਤੁਹਾਨੂੰ? ਨਹੀਂ, ਰਾਜਨੀਤੀ ਦੇ ਵਿੱਚ ਕੋਈ ਔਖੀ ਵਾਲੀ ਗੱਲ ਨਹੀਂ, ਕਿਉਂਕਿ ਮੈਨੂੰ ਤਾਂ ਗੁੜਤੀ ਰਾਜਨੀਤੀ ਦੀ ਆ। ਜਿਵੇਂ ਤੁਹਾਨੂੰ ਦੱਸਿਆ ਵੀ ਸਾਡੇ ਪਰਿਵਾਰ ਦੇ ਵਿੱਚ ਕੋਈ ਨਵੀਂ ਚੀਜ਼ ਨਹੀਂ ਹੈਗੀ। ਜਿਨ੍ਹਾਂ ਦੇ ਨਾਲ ਹੁਣ ਮੇਰਾ ਮੱਥਾ ਲੱਗ ਗਿਆ ਸੀ ਇਲੈਕਸ਼ਨ ਦੇ ਵਿੱਚ, ਸ਼ੁਰੂ ਤੋਂ ਹਲਕਾ ਧਰਮਕੋਟ ਦੇ ਵਿੱਚ ਇਹ 3 ਪਰਿਵਾਰ ਹੀ ਭਿੜਦੇ ਆਏ ਆ ਜਿਨ੍ਹਾਂ ਦੇ ਨਾਲ ਮੇਰਾ ਮੁਕਾਬਲਾ ਸੀਗਾ। ਸੋ ਇਸ ਕਰਕੇ ਕੋਈ ਨਵੀਂ ਚੀਜ਼ ਨਹੀਂ ਸੀ ਮੇਰੇ ਵਾਸਤੇ। ਅਕਾਲੀਆਂ ਦਾ ਉਹ ਗੜ੍ਹ ਸੀਗਾ, ਤੇ ਜਦੋਂ ਮਨਪ੍ਰੀਤ ਸਿੰਘ ਬਾਦਲ ਵੱਖਰੇ ਹੁੰਦੇ ਨੇ ਪਾਰਟੀ ਦੇ ਵਿੱਚ, ਤਾਂ ਉਦੋਂ ਤੁਹਾਡੇ ਪਿਤਾ ਜੀ ਸਰਦਾਰ ਕੁਲਦੀਪ ਸਿੰਘ ਢੋਸ ਸਾਹਿਬ ਉਹਨਾਂ ਨਾਲ ਚਲੇ ਜਾਂਦੇ ਨੇ, ਤੇ ਪਰਿਵਾਰ ਪੀਪੀਵੀ ਵੱਲ ਚਲੇ ਜਾਂਦਾ। ਤੇ ਉਸ ਵੇਲੇ ਮੁਲਾਕਾਤ ਭਗਵੰਤ ਮਾਨ ਸਾਹਿਬ ਨਾਲ ਵੀ ਹੋਈ ਤੁਹਾਡੀ, ਜਾਂ ਉਸ ਤੋਂ ਬਾਅਦ ਫਿਰ ਤੁਸੀਂ ਇੱਕ ਤਰੀਕੇ ਦੇ ਨਾਲ ਸਿਆਸਤ ਦੇ ਵਿੱਚ ਉਸ ਤਰੀਕੇ ਨਾਲ ਐਕਟਿਵ ਨਹੀਂ ਸੀਗਾ ਤੁਹਾਡਾ ਪਰਿਵਾਰ, ਪਰ ਕਰਦਾ ਸੀ ਸਿਆਸਤ, ਪਰ ਉਸ ਤਰੀਕੇ ਨਾਲ ਨਾ ਚੋਣਾਂ ਲੜਨੀਆਂ ਨਾ ਕੁਝ ਹੋਰ? ਤਾਂ ਉਹ ਦੌਰ ਕੀ ਸੀਗਾ? ਉਸ ਦੌਰ ਨੂੰ ਤੁਸੀਂ ਕਿਸ ਤਰ੍ਹਾਂ ਸਮਝਦੇ ਹੋ?
ਜਿਹੜੀ ਤੁਸੀਂ ਗੱਲ ਕੀਤੀ ਆ ਜੀ ਅਕਾਲੀ ਦਲ ਦੀ, ਬਿਲਕੁਲ ਜਿਹੜਾ ਉਹ ਦੌਰ ਸੀਗਾ ਲਾਈਕ 12 ਤੋਂ ਪਹਿਲਾਂ ਵਾਲਾ ਦੌਰ, ਉਦੋਂ ਵਾਕਈ ਹੀ ਅਕਾਲੀ ਦਲ ਜਿਹੜਾ ਸਾਡਾ ਹਲਕਾ ਧਰਮਕੋਟ ਇਹ ਕੱਟੜ ਅਕਾਲੀ ਹਲਕਾ ਹੈ ਜੀ। ਜੇ ਮੈਂ ਉਸ ਤੋਂ ਪਹਿਲਾਂ ਦੀ ਵੀ ਗੱਲ ਕਰਾਂ, ਜਿੰਨੇ ਸਾਡੇ MLA ਨੇ ਉੱਥੋਂ ਅਕਾਲੀ ਦਲ ਦੇ ਬਣੇ ਨੇ। ਜੇ ਲੋਕ ਸਭਾ ਦੀ ਗੱਲ ਕਰਾਂ, ਸਾਡੇ ਜ਼ਿਲ੍ਹਾ ਉਦੋਂ ਜਿਹੜਾ ਜ਼ਿਲ੍ਹਾ ਫਿਰੋਜ਼ਪੁਰ ਪੈਂਦਾ ਸੀ ਲੋਕ ਸਭਾ ਹਲਕਾ, ਤੇ ਸਾਡੇ MP ਸਾਹਿਬ ਹੁੰਦੇ ਸੀ ਸਰਦਾਰ ਜੋਰਾ ਸਿੰਘ ਜੀ ਮਾਨ ਜੀ। ਜੋਰਾ ਸਿੰਘ ਮਾਨ, ਜੇ ਲੋਕ ਸਭਾ ਦੀ ਗੱਲ ਕਰਾਂ ਤਾਂ ਉਹ ਸਾਰੇ ਉਹਨਾਂ ਪਿੰਡਾਂ ਦੇ ਵਿੱਚੋਂ ਹਰ ਕੇ ਆਉਂਦੇ ਸੀ। ਸਿਰਫ ਉਹਨਾਂ ਨੂੰ ਜੀਰਾ ਹਲਕਾ ਤੇ ਧਰਮਕੋਟ ਹਲਕਾ ਜਿਤਾਉਂਦਾ ਸੀ। ਸਾਡੇ ਧਰਮਕੋਟ ਤੋਂ ਐਵਰੀ ਟਾਈਮ 20,000 25,000 ਦੀ ਲੀਡ ਹੁੰਦੀ ਸੀ ਅਕਾਲੀ ਦਲ ਦੀ, ਚਾਹੇ ਕੈਂਡੀਡੇਟ ਕੋਈ ਹੈ ਜੇ। ਉਦੋਂ ਬਾਅਦ ਸਾਡਾ ਜਿਹੜਾ ਇਹ ਧਰਮਕੋਟ ਹਲਕਾ ਫਰੀਦਕੋਟ ਦੇ ਨਾਲ ਜੁੜ ਗਿਆ, ਤੇ ਫਰੀਦਕੋਟ ਤੋਂ ਜਿਹੜੇ ਲੋਕ ਸਭਾ ਜਿਹੜੇ ਮੈਂਬਰ ਰਹੇ ਨੇ ਗੁਲਸ਼ਨ ਜੀ, ਬੀਬੀ ਗੁਲਸ਼ਨ, ਉਹਨਾਂ ਦਾ ਵੀ ਉਦੋਂ ਧਰਮਕੋਟ ਜਦੋਂ ਫਰੀਦਕੋਟ ਦੇ ਨਾਲ ਜੁੜਿਆ ਤੇ ਧਰਮਕੋਟ ਦੇ ਵੀ ਉਹੀ ਲੀਡ ਬਰਕਰਾਰ ਰਹੀ ਅਕਾਲੀ ਦਲ ਦੀ 20,000 15,000 20,000। ਸੋ ਜਿਹੜੀ ਇਹ ਲੀਡ ਆ ਕੇ ਟੁੱਟੀ ਆ, ਇਹ ਅਕਾਲੀ ਦਾ ਜਿਹੜਾ ਗੜ੍ਹ ਆ, ਇਹ ਜਿਹੜੀ 17 ਚ ਆ ਕੇ ਟੁੱਟੀ ਆ ਜੀ। 17 ਦੇ ਵਿੱਚ ਜਿਵੇਂ ਤੁਸੀਂ ਦੱਸਿਆ ਕਿ ਅਸੀਂ 15 ਦੇ ਵਿੱਚ 12 ਦੇ ਵਿੱਚ ਪੀਪਲਸ ਪਾਰਟੀ ਆਫ ਪੰਜਾਬ ਬਣੀ ਆ। ਸਾਡਾ ਸਾਰਾ ਜਿਹੜਾ ਪਰਿਵਾਰ ਆ, ਸਾਡਾ ਸਾਰਾ ਗਰੁੱਪ ਹੈ, ਉਹ ਪੀਪਲਸ ਪਾਰਟੀ ਆਫ ਪੰਜਾਬ ਦੇ ਵਿੱਚ ਸਰਦਾਰ ਮਨਪ੍ਰੀਤ ਸਿੰਘ ਬਾਦਲ ਨਾਲ ਚਲਾ ਗਿਆ। ਸਰਦਾਰ ਭਗਵੰਤ ਸਿੰਘ ਮਾਨ ਵੀ ਉਦੋਂ ਪੀਪਲਸ ਪਾਰਟੀ ਵਿੱਚ ਜੁਆਇਨ ਹੋ ਗਏ ਸੀ, ਸਾਡੇ CM ਸਾਹਿਬ। ਇਹ ਯੂਥ ਵਿੰਗ ਦੇ ਪ੍ਰਧਾਨ ਸੀਗੇ ਪੀਪਲਸ ਪਾਰਟੀ ਦੇ, ਤੇ ਮੈਂ ਉਦੋਂ ਇਹਨਾਂ ਦੇ ਨਾਲ ਵਾਈਸ ਪ੍ਰਧਾਨ, ਐਜ਼ ਏ ਵਾਈਸ ਪ੍ਰਧਾਨ ਮੈਂ ਕੰਮ ਕੀਤਾ। ਸੋ ਦੇਖਿਆ ਕਿ ਇਸ ਹਿਸਾਬ ਦੇ ਨਾਲ ਸਿਆਸੀ ਸਫ਼ਰ ਦੇ ਬਾਰੇ ਦੱਸਿਆ ਹੈ। ਬਹੁਤ ਸਾਰੀਆਂ ਰਾਜਨੀਤਿਕ ਪਾਰਟੀਆਂ ਭਾਵੇਂ ਬਦਲੀਆਂ ਹੋਣ, ਪਰ ਫਿਰ ਵੀ ਹੁਣ ਜਿਸ ਪਾਰਟੀ ਦੇ ਵਿੱਚ ਆ ਕੇ ਰਲ ਗਏ ਨੇ ਤੇ ਇਹ ਕਿਹਾ ਜਾ ਰਿਹਾ ਕਿ ਪਾਰਟੀ ਦੀ ਸੇਵਾ ਕੀਤੀ ਜਾਵੇਗੀ ਤੇ ਬਹੁਤ ਸਾਰੀਆਂ ਜ਼ਿੰਮੇਵਾਰੀਆਂ ਜਿਸ ਹਿਸਾਬ ਨਾਲ ਮਿਲੀਆਂ ਨੇ ਉਸ ਜ਼ਿੰਮੇਵਾਰੀਆਂ ਨੂੰ ਨਿਭਾਇਆ ਜਾਵੇਗਾ। ਗੱਲ ਲੁਧਿਆਣੇ ਦੀ ਵੀ ਕਰਨੀ ਹੈ, ਕਿਉਂਕਿ ਲੁਧਿਆਣੇ ਦੇ ਵਿੱਚ ਜੋ ਲੁੱਟ ਹੋਈ ਉਹਨੂੰ ਲੈ ਕੇ ਪੁਲਿਸ ਨੇ ਖੁਲਾਸੇ ਕੀਤੇ ਨੇ। ਪੁਲਿਸ ਕਮਿਸ਼ਨਰ ਨੇ ਅੱਜ ਪ੍ਰੈਸ ਕਾਨਫਰੰਸ ਕਰਦਿਆਂ ਦੱਸਿਆ ਕਿ ਇਸ ਲੁੱਟ ਨੂੰ ਕਿਵੇਂ ਪਲਾਨ ਕੀਤਾ ਗਿਆ, ਕਿਹੜੇ ਕਾਰਨ ਸੀਗੇ ਤੇ ਲੋਕਾਂ ਨੂੰ ਜਿਨ੍ਹਾਂ ਨੂੰ ਅਮੀਰ ਬਣਾਉਣ ਦਾ ਸੁਪਨਾ ਦਿਖਾਇਆ ਗਿਆ, ਜਿਹਨੇ ਸਾਥ ਦਿੱਤਾ, ਉਹਨਾਂ ਦੀ ਗੱਲ ਵੀ ਕਰਨੀ ਹੈ। ਬਹੁਤ ਸਾਰੇ ਲੋਕ ਨਾ ਕਮੈਂਟ ਕਰਦੇ ਗੱਲਾਂ ਕਰਦੇ ਨੇ ਕਿ ਇਸ ਮਸਲੇ ਤੇ ਗੱਲ ਨਹੀਂ ਕੀਤੀ। ਮਸਲੇ ਤੇ ਗੱਲ ਬਹੁਤ ਕੀਤੀ ਹੈ, 3 ਦਿਨ ਤੋਂ ਹੋ ਗਏ ਇਸ ਮਸਲੇ ਤੇ ਗੱਲ ਕਰਦਿਆਂ ਨੂੰ, ਪਰ ਅੱਜ ਜਦੋਂ ਪੁਲਿਸ ਨੇ ਕਾਰਵਾਈ ਕੀਤੀ ਹੈ ਤਾਂ ਉਹਦੀ ਗੱਲ ਜ਼ਰੂਰ ਕਰਨੀ ਬਣਦੀ ਹੈ। ਤੁਸੀਂ ਦੇਖੋ ਇਸ ਜਿਹੜੀ ਪੂਰੀ ਘਟਨਾ ਵਾਪਰੀ ਹੈ, ਇਹਦੇ ਵਿੱਚ ਅੰਜਾਮ ਜਿਨ ਦਿੱਤਾ ਉਹ ਬਿਲਕੁਲ ਬੰਦਾ ਵਾਕਿਫ ਸੀ ਅੰਦਰ ਕੀ ਹੋ ਰਿਹਾ ਹੈ। ਉਹ ਇਸ ਕਰਕੇ ਕਿ 4 ਸਾਲ ਤੋਂ ਉਸ ਕੰਪਨੀ ਦੇ ਵਿੱਚ ਉਹ ਬੰਦਾ ਕੰਮ ਕਰ ਰਿਹਾ ਸੀ। ਹੁਣ ਜਿਹੜੀ ਗੱਲ ਨਿਕਲ ਕੇ ਸਾਹਮਣੇ ਆ ਰਹੀ ਹੈ, 2 ਜਣੇ ਮੁੱਖ ਨੇ ਮਾਸਟਰਮਾਈਂਡ, ਇੱਕ ਔਰਤ ਦਾ ਨਾਮ ਆ ਰਿਹਾ ਮਨਦੀਪ ਕੌਰ ਤੇ ਦੂਸਰਾ ਮਨਜਿੰਦਰ ਮਨੀ। ਹੋਰ ਇਹਨਾਂ ਨੇ ਸਭ ਤੋਂ ਪਹਿਲਾਂ ਪਲੈਨਿੰਗ ਕੀਤੀ ਕਿਸ ਹਿਸਾਬ ਨਾਲ ਕੰਮ ਕਰਨਾ, ਪੇਪਰ ਵਰਕ ਕੀਤਾ, ਦਿਨ ਚੁਣਿਆ ਕਿ ਸ਼ੁੱਕਰਵਾਰ ਨੂੰ ਹੀ ਇਸ ਘਟਨਾ ਨੂੰ ਅੰਜਾਮ ਦੇਣਾ ਕਿਉਂ ਚੁਣਿਆ ਗਿਆ, ਇਹ ਸਾਰੀਆਂ ਗੱਲਾਂ ਧਿਆਨ ਮੰਗਦੀਆਂ। ਸਭ ਤੋਂ ਪਹਿਲਾਂ ਤਾਂ ਨਾਲ ਦੇ ਸਾਥੀਆਂ ਨੂੰ ਮਿਲਾਇਆ ਗਿਆ ਕਿ ਤੁਸੀਂ ਅਮੀਰ ਕਿਵੇਂ ਹੋਣਾ, ਅਸੀਂ ਵੀ ਅਮੀਰ ਕਿਵੇਂ ਹੋਣਾ, ਸਾਨੂੰ ਕੁਝ ਕੰਮ ਕਰਨਾ ਪੈਣਾ, ਇਨੀ ਪਲਾਨ ਬਣਾਇਆ। ਹੁਣ ਇੱਕ ਪੁਲਿਸ ਥਿਊਰੀ ਜਿਸ ਤੇ ਕੰਮ ਕਰਦੀ ਪਈ ਸੀ, ਉਹਦੇ ਵਿੱਚ ਇਹੀ ਚਰਚਾ ਸਭ ਤੋਂ ਵੱਧ ਰਹੀ ਕਿ ਅੰਦਰ ਸਭ ਤੋਂ ਪਹਿਲਾਂ ਸੈਂਸਰ ਕੱਟੇ। ਇਸ ਥਾਂ ਦਾ ਤਾਂ ਪਤਾ ਹੀ ਨਹੀਂ ਹੁੰਦਾ ਕਿਸ ਨੂੰ ਕਿ ਸੈਂਸਰ ਕਿੱਥੇ ਲੱਗੇ ਨੇ। ਉੱਥੋਂ ਹੀ ਪਹਿਲਾ ਕਲੂ ਮਿਲ ਗਿਆ ਸੀ ਕਿ ਕੋਈ ਨਾ ਕੋਈ ਅੰਦਰ ਖਾਤੇ ਰਲਿਆ ਹੋ ਸਕਦਾ। ਫਿਰ ਉਸ ਤੋਂ ਬਾਅਦ ਜਦੋਂ ਗੱਡੀ ਛੱਡ ਕੇ ਗਏ, ਗੱਡੀ ਦੇ ਵਿੱਚ ਸਿਸਟਮ ਲੱਗਾ ਸੀ GPS ਸਿਸਟਮ, ਉੱਥੋਂ ਹੋ ਸਕਦਾ ਮਾਰ ਖਾ ਗਏ। ਹੁਣ ਪੁਲਿਸ ਨੂੰ ਦੂਜਾ ਕਲੂ ਮਿਲ ਗਿਆ, ਫਿਰ ਅੱਗੇ ਵੱਲ ਕਾਰਵਾਈ ਕੀਤੀ ਗਈ ਤੇ ਜਾ ਕੇ ਬੰਦੇ ਟਰੇਸ ਹੋ ਗਏ। ਹੁਣ ਦੱਸਿਆ ਜਾ ਰਿਹਾ ਹੈ ਕਿ ਇੱਕ ਦੇ ਘਰ ਦੇ ਵਿੱਚੋਂ ਜੀ 10 ਲੱਖ ਰੁਪਈਆ ਮਿਲਿਆ, ਬੈੱਡ ਦੇ ਉੱਪਰ ਰੱਖੇ ਸੀ। ਦੂਜੇ ਦੇ ਕੋਲੋਂ 8 ਲੱਖ ਬਰਾਮਦ ਹੋ ਗਿਆ। ਰਕਮ ਬਹੁਤੀ ਨਹੀਂ ਕਿਉਂਕਿ 8 ਕਰੋੜ ਤੇ 49 ਲੱਖ ਕੁੱਲ ਰਕਮ ਹੈ। ਹੋ ਸਕਦਾ ਆਉਂਦੇ ਦਿਨਾਂ ਨੂੰ ਬਹੁਤ ਜਲਦੀ ਉਹ ਵੀ ਟਰੇਸ ਹੋ ਜਾਣ। ਅੱਜ ਜਿਹੜੇ ਬੰਦੇ ਫੜੇ ਗਏ ਆ, ਹੁਣ ਉਹਨਾਂ ਦਾ ਮਤਲਬ ਸੀ ਮੁੱਖ ਤੌਰ ਤੇ ਅਮੀਰ ਹੋਣਾ। ਉਹਨਾਂ ਨੇ ਸਭ ਤੋਂ ਪਹਿਲਾਂ 2 ਮੋਡਿਊਲ ਬਣਾਏ। ਇੱਕ ਦੇ ਵਿੱਚ ਗੱਡੀ ਦੇ ਵਿੱਚ ਜਾਣੇ ਸੀ ਕੁਝ ਬੰਦੇ, ਕੁਝ ਕੁ ਬੰਦੇ ਫਿਰ ਮੋਟਰਸਾਈਕਲਾਂ ਤੇ ਅੱਗੇ ਜਾਣੇ ਸੀ ਤਾਂ ਕਿ ਇਸ ਪੈਸੇ ਨੂੰ ਟਿਕਾਣੇ ਲਗਾਇਆ ਜਾ ਸਕੇ। ਹੁਣ ਕਮਾਲ ਦੀ ਗੱਲ ਇਹ ਹੈ, ਇਹਦੇ ਵਿੱਚ 4 ਮਹੀਨੇ ਰੇਕੀ ਕੀਤੀ ਗਈ ਇਸ ਕੰਮ ਨੂੰ ਕਰਨ ਦੇ ਲਈ ਤੇ 5 ਮਹੀਨੇ ਤੋਂ ਤਿਆਰੀ ਚੱਲਦੀ ਸੀ। 1 ਮਹੀਨਾ ਪੂਰਾ ਪੇਪਰ ਵਰਕ ਕਰਕੇ ਦੇਖਿਆ ਉਹਨਾਂ ਨੇ ਤੇ ਫਿਰ 4 ਮਹੀਨੇ ਤੋਂ ਰੇਕੀ ਕੀਤੀ, ਫਿਰ ਜਾ ਕੇ ਇਸ ਘਟਨਾ ਨੂੰ ਅੰਜਾਮ ਦਿੱਤਾ। ਸ਼ੁੱਕਰਵਾਰ ਦਾ ਦਿਨ ਇਸ ਕਰਕੇ ਚੁਣਿਆ ਗਿਆ ਕਿਉਂਕਿ ਉਹਨਾਂ ਨੂੰ ਪਤਾ ਹੈ ਕਿ 2 ਦਿਨ ਕੈਸ਼ ਨਹੀਂ ਪੈਣਾ। ਵੀਰਵਾਰ ਤੋਂ ਬਾਅਦ ਸ਼ੁੱਕਰਵਾਰ, ਸ਼ਨੀਵਾਰ ਤੇ ਐਤਵਾਰ ਨੂੰ ਕੈਸ਼ ਨਹੀਂ ਪੈਣਾ। ਇਸ ਕਰਕੇ ਸਾਰਾ ਕੈਸ਼ ਹੀ ਸ਼ੁੱਕਰਵਾਰ ਨੂੰ ਜਮ੍ਹਾਂ ਹੁੰਦਾ। ਇਹਦੇ ਕਰਕੇ ਉਹਨਾਂ ਨੇ ਸ਼ੁੱਕਰਵਾਰ ਦਾ ਦਿਨ ਚੁਣਿਆ ਤੇ ਬਾਅਦ ਦੇ ਵਿੱਚ ਅੰਜਾਮ ਦੇ ਦਿੱਤਾ। ਹੁਣ ਇੱਕ ਕਮਾਲ ਦੀ ਗੱਲ ਦੇਖੋ, ਇੱਕ ਬੰਦੇ ਨੇ ਇੰਸਟਾਗ੍ਰਾਮ ਦੇ ਉੱਪਰ ਰੀਲ ਵੀ ਪਾਤੀ। ਕਮਾਲ ਦੀ ਗੱਲ ਹੈ, ਚੋਰੀ ਕਰਕੇ ਵੀ ਰੀਲਾਂ ਪਾਈਆਂ ਜਾ ਰਹੀਆਂ ਨੇ, ਫੇਮਸ ਉਹਦੇ ਵਿੱਚ ਵੀ ਹੋਇਆ ਜਾ ਰਿਹਾ ਹੈ। ਹੁਣ ਜਿਹੜਾ ਲੁੱਟ ਦਾ ਮਾਸਟਰਮਾਈਂਡ ਸੀ, ਉਹਨਾਂ ਦੇ ਵਿੱਚੋਂ ਇੱਕ ਨੇ ਰੀਲ ਪਾਤੀ ਤੇ ਨਾਲ ਹੀ 500-500 ਰੁਪਏ ਦੇ ਨੋਟਾਂ ਦੀਆਂ ਥੱਦੀਆਂ ਵੀ ਦਿਖਾਤੀਆਂ
ਹੋ ਸਕਦਾ ਕਿਸੇ ਦਾ ਉਸ ਵੇਲੇ ਸ਼ੱਕ ਨਾ ਗਿਆ ਹੋਵੇ, ਪਰ ਬਾਅਦ ਦੇ ਵਿੱਚ ਜਦੋਂ ਗ੍ਰਿਫਤਾਰੀ ਹੋਈ ਹੈ ਉਸ ਤੋਂ ਬਾਅਦ ਇਹ ਸਾਰੀਆਂ ਗੱਲਾਂ ਸਾਹਮਣੇ ਆ ਗਈਆਂ। ਹੁਣ ਇੱਕ ਹੋਰ ਵੱਡੀ ਗੱਲ ਹੈ ਕਿ ਅਮਾਉਂਟ ਨੂੰ ਲੈ ਕੇ ਵੀ ਕੁਛ ਕੁ ਜਿਹੜੇ ਇਹਨਾਂ ਦੇ ਆਪਸੀ ਤਾਲਮੇਲ ਨਹੀਂ ਹੋ ਸਕਿਆ। ਇੱਕ ਬੈਗ ਦੇ ਵਿੱਚ 3 ਕਰੋੜ ਰੁਪਇਆ ਕਿਹਾ ਜਾ ਰਿਹਾ ਸੀ, ਦੂਜੇ ਦੇ ਵਿੱਚ 3 ਕਰੋੜ ਕਿਹਾ ਜਾ ਰਿਹਾ ਸੀ, ਇੱਕ ਦੇ ਵਿੱਚ 2 ਕਰੋੜ ਹੈ। ਹਾਲਾਂਕਿ ਅਜੇ ਤੱਕ ਪਤਾ ਨਹੀਂ ਲੱਗ ਸਕਿਆ ਕਿ ਕਿਹੜੇ ਬੈਗ ਦੇ ਵਿੱਚ ਕਿੰਨੇ ਪੈਸੇ ਸੀ। ਅਸਲ ਦੇ ਵਿੱਚ ਕਹਾਣੀ ਇਹ ਹੈ ਕਿ ਇਸ ਲੁੱਟ ਤੋਂ ਬਾਅਦ ਵਿਦੇਸ਼ ਜਾਣ ਦੀ ਤਿਆਰੀ ਕੀਤੀ ਜਾ ਰਹੀ ਸੀ। ਹੁਣ ਕੁਛ ਦੇ ਖਿਲਾਫ ਲੁੱਕਆਊਟ ਨੋਟਿਸ ਵੀ ਜਾਰੀ ਕੀਤਾ ਗਿਆ ਤਾਂ ਕਿ ਉਹ ਵੀ ਫੜ ਹੁੰਦੇ ਨੇ ਤਾਂ ਉਹਨਾਂ ਦੇ ਖਿਲਾਫ ਵੀ ਕੋਈ ਜਾਂਚ ਕੀਤੀ ਜਾ ਸਕੇ। ਸੋ ਕਿੱਦਾਂ ਨੂੰ ਇਹ ਹਾਲਾਤ ਜਾ ਰਹੇ ਨੇ। ਇੱਕ ਚੀਜ਼ ਹੋਰ ਦੇਖੋ, ਜਦੋਂ ਲੁੱਟ ਖੋਹ ਦੀ ਗੱਲ ਕਰਦੇ ਪਏ ਆ, ਪਿਛਲੇ ਕਈ ਦਿਨਾਂ ਤੋਂ ਚਾਹੇ ਸ਼੍ਰੀ ਅੰਮ੍ਰਿਤਸਰ ਸਾਹਿਬ ਤੋਂ ਖਬਰ ਆਵੇ ਕਿ ਉੱਥੇ ਅੱਖਾਂ ਦੇ ਵਿੱਚ ਮਿਰਚਾਂ ਪਾ ਕੇ 10 ਲੱਖ ਰੁਪਏ ਦੀ ਲੁੱਟ ਹੋ ਗਈ ਹੈ, ਚਾਹੇ ਤਰਨਤਾਰਨ ਸਾਹਿਬ ਤੋਂ ਆਵੇ, ਚਾਹੇ ਲੁਧਿਆਣੇ ਤੋਂ ਆ ਜਾਵੇ, ਬਹੁਤ ਸਾਰੀਆਂ ਥਾਵਾਂ ਤੋਂ ਲੁੱਟ ਖੋਹ ਦੀਆਂ ਖਬਰਾਂ ਵੱਧਦੀਆਂ ਜਾ ਰਹੀਆਂ ਨੇ। ਇੱਕ ਸੁਨਿਆਰੇ ਦਾ ਕਤਲ ਕੀਤਾ ਗਿਆ। ਹੁਣ ਮੋਗੇ ਦੀ ਘਟਨਾ, ਉਹਦੇ ਵਿੱਚ ਪਹਿਲਾਂ ਤਾਂ ਇਹ ਸੀਗਾ ਕਿ ਕੁਛ ਜਿਹੜੇ ਦੋਸ਼ੀ ਨੇ ਜਾਂ ਜਿਹੜੇ ਵਾਰਦਾਤ ਨੂੰ ਅੰਜਾਮ ਦਿੰਦੇ ਨੇ ਮੂੰਹ ਢੱਕ ਕੇ ਆਉਂਦੇ ਆ, ਪਰ ਹੁਣ ਸ਼ਰੇਆਮ ਨੰਗੇ ਮੂੰਹ ਆ ਕੇ ਕਤਲ ਕਰਕੇ ਚਿੱਟੇ ਦਿਨ ਹੀ ਚਲੇ ਜਾਂਦੇ ਨੇ। ਪੰਜਾਬ ਦੀ ਕਾਨੂੰਨ ਵਿਵਸਥਾ ਨੂੰ ਲੈ ਕੇ ਵੀ ਸਵਾਲ ਖੜੇ ਹੋ ਰਹੇ ਨੇ। ਹਾਲਾਂਕਿ ਦੂਸਰੇ ਪਾਸੇ ਧਿਆਨ ਇੱਧਰ ਵੀ ਜਾਣਾ ਚਾਹੀਦਾ ਕਿ ਪੰਜਾਬ 'ਚ ਕਈ ਥਾਵਾਂ ਤੋਂ ਲੁੱਟ ਖੋਹ ਦੀਆਂ ਘਟਨਾਵਾਂ ਵਧੀਆਂ ਨੇ। ਕਿਤੋਂ ਵੈਨ ਲੁੱਟ ਕੇ ਲੈ ਜਾਂਦੇ ਆ, ਕਿਤੇ ATM ਤੇ ਲੁੱਟ ਹੋ ਗਈ ਹੈ। ਇਹਦੇ ਵਿੱਚ ਲੋਕਾਂ ਤੋਂ ਮਦਦ ਮੰਗੀ ਜਾ ਰਹੀ ਹੈ। ਕੰਮ ਇਹ ਪ੍ਰਸ਼ਾਸਨ ਦਾ। ਹੁਣ ਜਿਹੜੀ ਗੱਲ ਨਿਕਲ ਕੇ ਸਾਹਮਣੇ ਆ ਰਹੀ ਹੈ ਕਿ ਮੋਗੇ ਦੇ ਵਿੱਚ ਘਟਨਾ ਵਾਪਰੀ ਹੈ, ਉੱਥੇ ਕਤਲ ਕਰ ਦਿੱਤਾ ਗਿਆ, ਪਰ ਉਹਦੇ ਵਿੱਚ ਇੱਕ ਬਹੁਤ ਵੱਡੇ ਅਦਾਰੇ ਨੇ ਇਹ ਵੀ ਗੱਲ ਲਿਖੀ ਹੈ ਕਿ ਜਦੋਂ ਉਸ ਵਿਅਕਤੀ ਨੂੰ ਹਸਪੀਟਲ ਲੈ ਕੇ ਜਾਣਾ ਸੀ ਤਾਂ ਐਂਬੂਲੈਂਸ ਦੇ ਵਿੱਚ ਤੇਲ ਮੁੱਕਿਆ ਪਿਆ। ਹੁਣ ਜੇਕਰ ਵਾਕਈ ਤੇਲ ਮੁੱਕਿਆ ਪਿਆ ਸੀ, ਇਹ ਤਾਂ ਬਹੁਤ ਚਿੰਤਾ ਦੀ ਗੱਲ ਹੈ। ਪੰਜਾਬ ਦੇ ਵਿੱਚ ਵੀ ਦਾਅਵੇ ਕੀਤੇ ਜਾ ਰਹੇ ਨੇ ਅੱਜ ਕੱਲ੍ਹ। ਜਿਸ ਦੇਸ਼ ਦੇ ਵਿੱਚ 5 ਮਿੰਟ ਦੇ ਵਿੱਚ ਇਹ ਕਿਹਾ ਜਾਵੇ ਕਿ ਫੂਡ ਡਿਲੀਵਰੀ ਹੋ ਜਾਣੀ ਹੈ, ਕੰਪਨੀਆਂ ਵਾਅਦੇ ਕਰਦੀਆਂ ਨੇ, ਦਾਅਵੇ ਕਰਦੀਆਂ ਨੇ, ਉੱਥੇ ਐਂਬੂਲੈਂਸ ਹਸਪਤਾਲ ਵਿੱਚ ਜਾਣ ਨੂੰ 2-2 ਘੰਟੇ 1-1 ਘੰਟੇ ਦਾ ਇੰਤਜ਼ਾਰ ਕਿਉਂ ਕਰਨਾ ਪੈਂਦਾ? ਜਿਹੜੀਆਂ ਫੂਡ ਕੰਪਨੀਆਂ ਕਹਿੰਦੀਆਂ ਮੀਂਹ ਦੇ ਵਿੱਚ ਵੀ ਅਸੀਂ ਤੁਹਾਡੇ ਤੱਕ ਪਹੁੰਚ ਜਾਵਾਂਗੇ, ਤੁਸੀਂ ਸਾਡਾ ਸਾਥ ਦਿਓ, ਉੱਥੇ ਹੀ ਜਦੋਂ ਖੇਤਾਂ ਦੇ ਵਿੱਚ ਅੱਗ ਲੱਗਦੀ ਹੈ, ਜ਼ਿਮੀਂਦਾਰ ਕਿਸਾਨਾਂ ਦੇ ਖੇਤਾਂ ਦੇ ਵਿੱਚ ਅੱਗ ਲੱਗ ਜਾਂਦੀ ਹੈ, ਤਾਂ ਫਾਇਰ ਬ੍ਰਿਗੇਡ ਦੀ ਗੱਡੀ ਉਹਨੂੰ ਟਾਈਮ ਕਿਉਂ ਲੈ ਜਾਂਦੀ ਹੈ? ਬਹੁਤ ਚਰਚਾ ਦਾ ਵਿਸ਼ਾ ਹੈ ਤੇ ਵਿਚਾਰ ਕਰਨ ਦੀ ਜ਼ਰੂਰਤ ਹੈ। ਜੇਕਰ ਮੋਗੇ ਵਾਲੇ ਕਤਲ ਕੇਸ ਦੇ ਵਿੱਚ ਇਸ ਤਰ੍ਹਾਂ ਦੀ ਗੱਲ ਹੋਈ ਹੈ ਤਾਂ ਇਹ ਵੀ ਆਉਂਦੇ ਦਿਨਾਂ ਨੂੰ ਧਿਆਨ ਮੰਗਦੀ ਹੈ, ਕਿਉਂਕਿ ਜੇਕਰ ਇਸੇ ਤਰ੍ਹਾਂ ਚੱਲਦਾ ਰਿਹਾ ਤਾਂ ਦੋਸ਼ ਬਹੁਤ ਵੱਡੇ ਵੱਡੇ ਅੱਗੇ ਵੀ ਲੱਗ ਸਕਦੇ ਨੇ ਤੇ ਖਲਾਰਾ ਜਦੋਂ ਪੈ ਜਾਵੇ ਕਿਸੇ ਵੀ ਚੀਜ਼ ਦਾ, ਉਹਨੂੰ ਸਮੇਟਣਾ ਸਾਂਭਣਾ ਔਖਾ ਹੋ ਜਾਂਦਾ। ਅਗਲੀ ਖਬਰ ਵੱਲ ਵੱਧਦੇ ਹਾਂ। ਗੱਲ ਬਠਿੰਡੇ ਤੋਂ ਕਰਨੀ ਹੈ। ਪ੍ਰਾਈਮ ਏਸ਼ੀਆ TV ਦੇ ਪ੍ਰਤੀਨਿਧ ਨੇ ਜੱਸੀ ਬਰਾੜ, ਉਹਨਾਂ ਨੇ ਇੱਕ ਰਿਪੋਰਟ ਕੀਤੀ। ਉਹ ਰਿਪੋਰਟ ਇਸ ਕਰਕੇ ਵਧੀਆ ਹੈ, ਸਮਾਜ ਦੇ ਵਿੱਚ ਬਹੁਤ ਸਾਰੇ ਲੋਕ ਇਸ ਤਰ੍ਹਾਂ ਦੇ ਹੁੰਦੇ ਨੇ ਜੋ ਢੇਰੀ ਢਾਹ ਕੇ ਬਹਿ ਜਾਂਦੇ ਨੇ, ਛੋਟੀਆਂ-ਛੋਟੀਆਂ ਮੁਸ਼ਕਲਾਂ ਨੂੰ ਪਹਾੜਾਂ ਜਿੱਡੀਆਂ ਕਰਕੇ ਦੇਖ ਲੈਂਦੇ ਆ। ਪਰ ਕੁਝ ਲੋਕ ਇਸ ਤਰ੍ਹਾਂ ਦੇ ਵੀ ਹੁੰਦੇ ਨੇ ਜਿਹੜੇ ਕਹਿੰਦੇ ਆ ਬਸ ਜੀ ਹੁਣ ਨਹੀਂ ਇਹ ਕੰਮ ਹੋਣਾ, ਮੈਂ ਤਾਂ ਗਿਆ, ਮੇਰੇ ਕੋਲ ਆ ਕੰਮ ਹੋਣਾ ਹੀ ਨਹੀਂ। ਕੰਮ ਨੂੰ ਸ਼ੁਰੂ ਕਰਨ ਤੋਂ ਪਹਿਲਾਂ ਹੀ ਹਾਰ ਮੰਨ ਲੈਣਾ ਹੀ ਸਭ ਤੋਂ ਵੱਡੀ ਹਾਰ ਹੁੰਦੀ ਹੈ। ਪਰ ਜਦੋਂ ਜੱਸੀ ਬਰਾੜ ਉਹਨਾਂ ਦੀ ਰਿਪੋਰਟ ਦੇਖਦੇ ਆ, ਬਜ਼ੁਰਗ ਨੇ, 75 ਸਾਲਾਂ ਤੋਂ ਉਮਰ ਹੈ, ਬੇਬੇ ਤੇ ਬਾਪੂ, ਖੇਤਾਂ ਵਿੱਚ ਕੰਮ ਕਰਦੇ ਆ, ਸਬਜ਼ੀਆਂ ਉਗਾਉਂਦੇ ਨੇ, ਵੇਚਦੇ ਵੀ ਨੇ। ਉਹਨਾਂ ਦਾ ਕਹਿਣਾ ਚਿੰਤਾ ਹੀ ਕਿਸ ਗੱਲ ਦੀ ਹੈ, ਜੇਕਰ ਹੱਥ ਹੈਗੇ ਤੇ ਕਮਾਈਏ, ਚਿੰਤਾ ਤੋਂ ਬਹੁਤ ਦੂਰ ਨੇ। ਅਸੀਂ ਉਹ ਰਿਪੋਰਟ ਦਾ ਹਿੱਸਾ ਦੇਖਦੇ ਹਾਂ ਜਿਹਦੇ ਵਿੱਚ ਪੱਤਰਕਾਰ ਬਾਈ ਨੇ ਗੱਲਬਾਤ ਕੀਤੀ ਹੈ ਬੇਬੇ ਤੇ ਬਾਪੂ ਨਾਲ, ਕਿੰਨੇ ਹੌਸਲੇ ਦੇ ਨਾਲ ਗੱਲਾਂ ਕੀਤੀਆਂ ਨੇ। ਪਹਿਲਾਂ ਉਧਰ ਨਿਗਾਹ ਮਾਰਦੇ ਹਾਂ। ਦੁਨੀਆ ਰੱਬ ਨਾਲ ਸ਼ਿਕਵਾ ਕਰਦੀ ਹੈ, ਦੁਨੀਆ ਆਪਣਿਆਂ ਨਾਲ ਸ਼ਿਕਵਾ ਕਰਦੀ ਹੈ, ਦੁਨੀਆ ਲੋਕਾਂ ਨਾਲ ਸ਼ਿਕਵਾ ਕਰਦੀ ਹੈ। ਪਰ ਅੱਜ ਇੱਕ ਐਸੀ ਮੋਟੀਵੇਸ਼ਨਲ ਸਟੋਰੀ ਦਿਖਾਵਾਂਗੇ, ਕਹਾਣੀ ਦਿਖਾਵਾਂਗੇ ਵੀ ਤੁਹਾਨੂੰ ਵੀ ਲੱਗੇਗਾ ਯਾਰ ਅਸੀਂ ਤਾਂ ਐਵੇਂ ਹੀ ਲੜਦੇ ਰਹੇ, ਐਵੇਂ ਹੀ ਰੱਬ ਨੂੰ ਤਾਨੇ ਮਾਰਦੇ ਰਹੇ, ਸਾਨੂੰ ਇਹ ਨਹੀਂ ਦਿੱਤਾ, ਸਾਨੂੰ ਉਹ ਨਹੀਂ ਦਿੱਤਾ, ਸਾਨੂੰ ਆਹ ਚੀਜ਼ ਚਾਹੀਦੀ ਹੈ, ਸਾਨੂੰ ਆਹ ਚੀਜ਼ ਚਾਹੀਦੀ ਹੈ। ਪਰ ਅੱਜ ਇੱਕ ਐਸੇ ਬਜ਼ੁਰਗ ਜੋੜੇ ਦੇ ਨਾਲ ਮਿਲਾਵਾਂਗੇ, ਬੇਬੇ ਬਾਪੂ ਜੀ, ਜਿਹੜੇ ਲਗਾਤਾਰ ਜਦੋਂ ਦੇ ਸੁਰਤ ਸੰਭਾਲੀ ਹੈ, ਮਿਹਨਤ ਕਰਦੇ ਆਉਂਦੇ ਆ, ਆਪਣੇ ਬੱਚਿਆਂ ਨੂੰ ਪਾਲ ਪੋਸ ਕੇ ਚੰਗੇ ਅਹੁਦਿਆਂ ਤੇ ਲਵਾ ਦਿੱਤਾ, ਪਰ ਅੱਜ ਜਿਹੜਾ ਮਿਹਨਤ ਦਾ ਪੱਲਾ ਨਹੀਂ ਛੱਡਿਆ। ਕਹਿੰਦੇ ਅਸੀਂ ਜਿਹੜੀ ਮਿਹਨਤ ਹੈ ਉਹ ਮਿਹਨਤ ਨਹੀਂ ਛੱਡਣੀ, ਸਾਡੀ ਮਿਹਨਤ ਹੈ ਜਿਹੜੀ ਐਂ ਹੀ ਚੱਲੀ ਜਾਣੀ ਹੈ, ਮਰਦੇ ਦਮ ਤੱਕ ਜਿੰਨਾ ਚਿਰ ਅਸੀਂ ਆਪਣੇ ਹੱਡਾਂ ਪੈਰਾਂ ਦੇ ਵਿੱਚ ਜ਼ੋਰ ਸਮਝਦੇ ਹਾਂ ਅਸੀਂ ਮਿਹਨਤ ਨਹੀਂ ਛੱਡਾਂਗੇ। ਤੁਸੀਂ ਦੇਖ ਸਕਦੇ ਹੋ ਬਾਪੂ ਜੀ ਹੁਣੀ ਨਾਲ ਬੇਬੇ ਜੀ ਆ, ਜਿਹੜੇ ਮਿਹਨਤ ਨਾਲ ਆਪਦਾ ਕੰਮ ਹੈ ਜਿਹੜਾ ਉਹ ਕਰੀ ਜਾਂਦੇ ਆ, ਕਿਉਂਕਿ ਇਹਨਾਂ ਦਾ ਕਾਰੋਬਾਰ ਹੈ ਜਿਹੜਾ ਉਹ ਸਬਜ਼ੀ ਦਾ ਕੰਮ ਹੈ। ਇਹ ਬਾਪੂ ਜੀ ਹੁਣਾਂ ਨੇ ਇੱਕ 1.5-2 ਕਨਾਲਾਂ ਦੇ ਵਿੱਚ ਜਿਹੜੀ ਸਬਜ਼ੀ ਹੈ ਉਹ ਬੀਜੀ ਹੋਈ ਹੈ, ਤੇ ਉਹ ਸਬਜ਼ੀ ਨੂੰ ਇਹ ਜਿਹੜੇ ਇੱਥੋਂ ਰੋਜ਼ ਤੋੜ ਕੇ ਤੇ ਸ਼ਹਿਰ ਦੇ ਵਿੱਚ ਲੈ ਕੇ ਜਾਂਦੇ ਆ, ਤੇ ਉੱਥੇ ਜਾ ਕੇ ਇੱਕ ਜਗ੍ਹਾ ਦੇ ਉੱਤੇ ਬੈਠ ਕੇ ਬਾਪੂ ਜੀ
ਇਹ ਸਬਜ਼ੀ ਨੂੰ ਆਪ ਹੀ ਵੇਚਦੇ ਆ ਤੇ ਆਪ ਹੀ ਤੋੜਦੇ ਆ, ਆਪ ਹੀ ਇਸ ਸਬਜ਼ੀ ਨੂੰ ਇੱਥੇ ਬੀਜਦੇ ਆ ਤੇ ਆਪ ਹੀ ਇਹ ਸਬਜ਼ੀ ਨੂੰ ਉੱਥੇ ਵੇਚ ਕੇ ਆਉਂਦੇ ਆ। ਤੇ ਉਮਰ ਦੀ ਜੇ ਮੈਂ ਗੱਲ ਕਰ ਲਾਂ ਤਾਂ 80 ਸਾਲ ਦੀ ਉਮਰ ਦੇ ਵਿੱਚ ਕਹਿ ਦਿੰਦੇ ਵੀ ਯਾਰ ਖੂੰਡੀ ਦਾ ਸਹਾਰਾ ਮਿਲੂਗਾ ਤਾਂ ਤੁਰਾਂਗੇ, ਉਹ ਤਾਂ ਤੁਰਿਆ ਨਹੀਂ ਜਾਂਦਾ ਯਾਰ, ਬਹੁਤ ਔਖਾ ਹੈ, ਬਹੁਤ ਜ਼ਿਆਦਾ ਜਿਹੜੀਆਂ ਤਕਲੀਫਾਂ ਨੇ। ਪਰ ਕਿਤੇ ਨਾ ਕਿਤੇ ਜਿਹੜੀ ਗੱਲ ਕਰੀਏ ਤਾਂ ਬਹੁਤ ਜ਼ਿਆਦਾ ਦਿੱਕਤਾਂ ਨੂੰ ਦੇ ਨਾਲ ਲੜਦੇ ਹੋਏ ਬਾਪੂ ਜੀ ਜਿਹੜਾ ਬਹੁਤ ਜ਼ਿਆਦਾ ਮਿਹਨਤ ਹੈ ਉਹ ਕਰਦੇ ਨਜ਼ਰ ਆ ਰਹੇ ਆ। ਆਪਾਂ ਬਾਪੂ ਜੀ ਨਾਲ ਗੱਲਾਂ ਬਾਤਾਂ ਵੀ ਕਰਾਂਗੇ ਵੀ ਕਿਸ ਤਰ੍ਹਾਂ ਜ਼ਿੰਦਗੀ ਦੇ ਪਾਲਾ ਉਹ ਚੱਲ ਰਹੇ ਆ, ਪਹਿਲਾਂ ਕਿਸ ਤਰ੍ਹਾਂ ਦੇ ਸੀ ਤੇ ਹੁਣ ਕਿਸ ਤਰ੍ਹਾਂ ਦੇ ਹੈ, ਕਿਉਂਕਿ ਉਮਰ ਬਹੁਤ ਹੋ ਗਈ ਤੇ ਉਮਰ ਦੇ ਨਾਲ ਨਾਲ ਕਹਿੰਦੇ ਹੁੰਦੇ ਆ ਵੀ ਤਜਰਬਾ ਵੀ ਬਹੁਤ ਹੋ ਗਿਆ। ਬਾਪੂ ਜੀ ਸਭ ਤੋਂ ਪਹਿਲਾਂ ਸਤਿ ਸ੍ਰੀ ਅਕਾਲ ਜੀ। ਸਤਿ ਸ੍ਰੀ ਅਕਾਲ ਜੀ। ਤਾਂ ਠੀਕ ਹੈ ਬਾਪੂ ਜੀ, ਵਧੀਆ ਵਧੀਆ। ਇੱਧਰ ਨੂੰ ਆ ਜਾਓ ਬਾਪੂ ਜੀ, ਥੋੜਾ ਜਿਹਾ ਨਾਲੇ ਛਾਂ ਜੀ ਹੈ ਤੇ ਨਾਲੇ ਉਧਰੋਂ ਸੂਰਜ ਵੀ ਸਾਹਮਣੇ ਜੇ ਆ ਜਾਊ ਆਪਣੇ। ਤੇ ਬਾਪੂ ਜੀ ਸਭ ਤੋਂ ਪਹਿਲਾਂ ਤਾਂ ਤੁਹਾਨੂੰ ਸਲਾਮ ਹੈ, ਕਿਉਂਕਿ ਆਪਾਂ ਕਹਿ ਦਿੰਦੇ ਆ ਵੀ ਯਾਰ ਜਿਹੜੀ ਆਹ ਉਮਰ ਦੇ ਵਿੱਚ ਤਾਂ ਖੂੰਡੀ ਹੋਵੇ ਕੋਲੇ ਤੇ ਆਪਾਂ ਬੈਠੇ ਜੇ ਹੋਈਏ ਰੱਬ ਰੱਬ ਕਰਦੇ ਹੋਈਏ ਤੇ ਕੰਮ ਤਾਂ ਕਰਨਾ ਹੀ ਨਾ ਹੋਵੇ, ਤੇ ਤੁਸੀਂ ਆਹ ਉਮਰੇ ਵੀ ਕੰਮ ਲੱਗੇ ਹੋ। ਬਹੁਤ ਇਹ ਸਰੀਰ ਆ, ਦਵਾਈ ਆ, ਇਹ ਯੋਗਾ ਹੈ। ਲੋਕ ਸੜਕਾਂ ਤੇ ਤੁਰੇ ਫਿਰਦੇ, ਅਸੀਂ ਇੱਥੇ ਆਪਦੀ ਮਿਹਨਤ ਕਰਕੇ ਸਰੀਰ ਨੂੰ ਕਾਇਮ ਰੱਖਦੇ ਆ। ਅੱਛਾ, ਇਹਦੇ ਨਾਲ ਸਾਨੂੰ ਸਿਹਤ ਸਾਡੀ ਬਹੁਤ ਤਕੜੀ ਹੈ, ਹਾਜ਼ਮਾ ਵਧੀਆ, ਨੀਂਦ ਅੱਛੀ ਆਉਂਦੀ ਹੈ, ਵਧੀਆ, ਸਾਨੂੰ ਕੋਈ ਚਿੰਤਾ ਨਹੀਂ, ਰੱਬ ਦਾ ਦਿੱਤਾ ਬਹੁਤ ਕੁਛ ਹੈ। ਅੱਛਾ, ਕੋਈ ਸਾਨੂੰ ਚਿੰਤਾ ਨਹੀਂ, ਸਾਨੂੰ ਕੋਈ ਹੰਕਾਰ ਨਹੀਂ, ਕੋਈ ਮੈਂ ਨਹੀਂ, ਕੋਈ ਰੱਬ ਨੂੰ ਮਿਹਣਾ ਨਹੀਂ ਦੇ ਰਿਹਾ। ਰੱਬ ਨੇ ਇਹਨਾਂ ਦੇ ਰੱਖਿਆ, ਇੰਨਾ ਦੇ ਰੱਖਿਆ, ਮੈਂ ਦੱਸ ਹੀ ਨਹੀਂ ਸਕਦਾ। ਆਜੋ ਫਿਰ ਆਪਾਂ ਬੇਬੇ ਕੋਲੇ ਬਹਿਨੇ ਆ, ਬੇਬੇ ਬੈਠ ਗਈ ਤੇ ਨਾਲ ਹੀ ਆਪਾਂ ਜਿੱਥੇ ਬੇਬੇ ਬੈਠੀ ਆ ਉੱਥੇ ਬਾਪੂ ਨੂੰ ਭਾ ਲੈਨੇ ਆ, ਨਾਲ ਫਿਰ ਗੱਲਾਂ ਬਾਤਾਂ ਕਰਦੇ ਆ, 10 ਮਿੰਟ ਲਾਉਣੇ ਆ, ਕੀ ਕਹਿੰਦੇ ਨੇ ਬੇਬੇ ਦੇ ਬਾਪੂ। ਆਜੋ ਬਾਪੂ ਜੀ, ਫਿਰ ਤੁਸੀਂ ਇੱਧਰ ਆਜੋ ਤੇ ਮੈਂ ਇੱਧਰ ਵਿਚਾਲੇ ਜੇ ਬਹਿ ਜਾਣਾ। ਹੁਣ ਆਪਾਂ ਗੱਲਾਂ ਬਾਤਾਂ ਬਾਪੂ ਜੀ ਹੁਣਾਂ ਨਾਲ ਸ਼ੁਰੂ ਕਰਦੇ ਆ, ਕਿਉਂਕਿ ਸਾਡਾ ਸਤਿਕਾਰਯੋਗ ਨੇ, ਹਾਸੇ ਮਖੌਲ ਦੀਆਂ ਗੱਲਾਂ ਵੀ ਕਰਾਂਗੇ ਤੇ ਨਾਲ ਪਰਿਵਾਰਕ ਗੱਲਾਂ ਵੀ ਕਰਾਂਗੇ, ਕਿਵੇਂ ਪਰਿਵਾਰ ਦਾ ਸਫ਼ਰ ਚੱਲਿਆ। ਬਾਪੂ ਜੀ ਸਭ ਤੋਂ ਪਹਿਲਾਂ ਤਾਂ ਪਰਿਵਾਰ 'ਚ ਕੌਣ ਕੌਣ, ਆਪਣੇ ਪਰਿਵਾਰ ਦੇ ਬੱਚੇ ਕੀ ਕਰਦੇ ਨੇ, ਉਹਦੇ ਬਾਰੇ ਥੋੜੀ ਜਿਹੀ ਚਾਨਣਾ ਪਾਓ। ਮੇਰੇ ਬੱਚੇ ਮੈਂ ਪੜ੍ਹਾ ਲਿਖਾ ਕੇ ਦੋਨੇ ਦੇਸ਼ ਦੀ ਸੇਵਾ ਲਈ ਮਿਲਟਰੀ 'ਚ ਦੇ ਭਰਤੀ ਕਰਾਏ, ਦੋਨੇ ਪ੍ਰਮੋਸ਼ਨਾਂ ਲੈ ਕੇ ਆਏ ਆ। ਅੱਛਾ, ਪ੍ਰਮੋਸ਼ਨਾਂ ਹੋ ਕੇ ਲੈ ਕੇ ਆ ਕੇ ਵੱਡਾ ਲੜਕਾ ਮੇਰਾ ਨਾਇਬ ਸੂਬੇਦਾਰ ਪੈਨਸ਼ਨ ਆਇਆ, 40,000 ਪੈਨਸ਼ਨ ਆ ਉਹਦੀ। ਦੁਬਾਰੇ DSC 'ਚ ਡਿਊਟੀ ਕਰ ਰਿਹਾ, ਸਰਕਾਰ ਦੀ ਮਿਲਟਰੀ ਸਰਕਾਰ 'ਚ, ਉੱਥੇ ਡਿਊਟੀ ਕਰ ਰਿਹਾ। ਛੋਟਾ ਆ ਕੇ ਥਰਮ 'ਚ ਲੱਗ ਗਿਆ, ਕੋਠੀਆਂ ਮਕਾਨ ਅੱਡੋ ਅੱਡੀ ਵੰਡ ਕੇ ਦਿੱਤਾ ਜੀ, ਕੁਛ ਨਹੀਂ ਰੱਖਿਆ। ਅੱਛਾ, ਸਭ ਕੁਝ ਦੇਤਾ ਸੀ ਉਹਨਾਂ ਨੂੰ। ਸਾਨੂੰ ਬੱਚਿਆਂ ਕਰਨੀਆਂ ਕੋਈ ਤਕਲੀਫ ਨਹੀਂ, ਨੋਹਾਂ ਕਰਨੀਆਂ ਕੋਈ ਤਕਲੀਫ ਨਹੀਂ, ਪੋਤਿਆਂ ਕਰਨੀਆਂ ਕੋਈ ਤਕਲੀਫ ਨਹੀਂ, ਸਾਨੂੰ ਕੋਈ ਚਿੰਤਾ ਨਹੀਂ। ਨਜ਼ਾਰੇ ਲੱਗੇ, ਨਜ਼ਾਰੇ ਲੱਗਿਆ, ਮੌਜਾਂ ਬਣੀਆਂ, ਅੱਛਾ ਬਣੀਆਂ, ਗੁਰਬਾਣੀ ਦੇ ਲੜ ਲੱਗਿਆ। ਮਾਲਕ ਨੂੰ ਇਹੀ ਮੰਗਦੇ ਆ ਵੀ ਸਾਨੂੰ ਤੰਦਰੁਸਤੀ ਦੇ ਨਾਮ ਦੀ ਦਾਤ ਬਖਸ਼ੀ। ਜਦੋਂ ਤੇਰਾ ਸੱਦਾ ਤੇ ਅਸੀਂ ਤਿਆਰ ਪ੍ਰਤਿਆਰ ਹਾਂ, ਸਾਨੂੰ ਮਹਿਸੂਸ ਨਹੀਂ। ਬਾਪੂ ਜੀ ਹੁਣ ਜੇ ਗੱਲਬਾਤ ਕਰੀਏ ਤਾਂ ਜਦੋਂ ਨਾ ਇਹ ਉਮਰ ਆ ਜਾਂਦੀ ਹੈ ਤਾਂ ਅਗਲਾ ਹਰ ਬੰਦਾ ਕਹਿੰਦਾ ਰੱਬ ਨੂੰ ਤਾਨੇ ਮਿਹਣੇ ਚ ਦੇਣ ਲੱਗ ਜਾਂਦਾ, ਇਹਦੋਂ ਪਹਿਲਾਂ ਹੀ ਦੇਣ ਲੱਗ ਜਾਂਦਾ ਵੀ ਯਾਰ ਮੈਨੂੰ ਉਹ ਨਹੀਂ ਦਿੱਤਾ, ਆਹ ਨਹੀਂ ਦਿੱਤਾ। 80 ਸਾਲ ਦੀ ਤੁਹਾਡੀ ਉਮਰ ਹੋ ਗਈ, ਕਦੇ ਰੱਬ ਨੂੰ ਮਿਹਣਾ ਮਾਰਿਆ? ਨਾ, ਅਸੀਂ ਨਹੀਂ ਮਿਹਣਾ ਮਾਰਦੇ। ਅਸੀਂ ਉਹਨੂੰ ਕੀ ਕਰਨਾ ਵੀ ਸਾਨੂੰ ਤੰਦਰੁਸਤੀ ਤੇ ਇੱਕ ਨਾਮ ਦੀ ਦਾਤ ਸਾਨੂੰ ਬਖਸ਼ੀ ਰੱਖੀ ਬਸ। ਸਾਨੂੰ ਸਭ ਤੋਂ ਵੱਡੀ ਤੋਂ ਸਾਨੂੰ ਨਾਮ ਦੇਤਾ ਤਾਂ ਤੰਦਰੁਸਤੀ ਦੇ ਸੀ, ਸਾਨੂੰ ਕੋਈ ਕਿਸੇ ਗੱਲ ਦੀ ਟੋਟ ਨਹੀਂ, ਸਭ ਕੁਝ ਬੇਪਰਵਾਹ ਹੈ। ਵਧੀਆ ਨੀਂਦ ਆਉਂਦੀ ਹੈ, ਵਧੀਆ ਤੰਦਰੁਸਤੀ, ਹੱਸ ਖੇਡ ਕੇ ਰਹਿੰਦੇ ਆ। ਜੇ ਕਿਸੇ ਨੇ ਕੁਛ ਕਹਿਤਾ ਅਸੀਂ ਹੱਸ ਕੇ ਟਪਾ ਦਿੰਦੇ ਆ, ਕਿਸੇ ਦਾ ਗੁੱਸਾ ਮਿਸਾਲ ਨਹੀਂ ਕਰਦੇ। ਬਾਪੂ ਜੀ ਹੁਣ ਉਮਰ ਇੰਨੀ ਹੋ ਗਈ ਤੇ ਸ਼ੁਰੂ ਤੋਂ ਜਦੋਂ ਤੁਸੀਂ ਕੰਮਕਾਰ ਦੇ ਵਿੱਚ ਲੱਗੇ ਸੀ, ਕੰਮਕਾਰ ਕਿਸ ਤਰ੍ਹਾਂ ਦਾ ਸ਼ੁਰੂ ਕੀਤਾ ਸੀ, ਕੀ ਕੰਮ ਕਰਕੇ? ਪਹਿਲਾਂ ਸ਼ੁਰੂ ਮੈਂ ਮਜ਼ਦੂਰੀ ਵੀ ਕਰੀ ਹੈ, ਮਜ਼ਦੂਰੀ ਕਰਕੇ ਫਿਰ ਮੈਂ ਜ਼ਮੀਨ ਵਾਹੀ ਕਰਨੀ ਸ਼ੁਰੂ ਕਰਤੀ। ਵਾਹੀ ਕਰਕੇ ਫਿਰ ਮਹਾਜਨਾਂ ਨੂੰ ਜਦੋਂ ਪਤਾ ਲੱਗਿਆ ਵੀ ਵਾਹੀ ਕਰ, ਫਿਰ ਉਹਨਾਂ ਦੀ ਜ਼ਮੀਨ ਮੈਂ 40 ਸਾਲ ਦੇ ਨੇੜ ਵਾਹੀ ਹੈ। ਹੱਥ ਮੰਨ ਕੇ ਫਿਰ ਮੈਂ ਉਹਨਾਂ ਨੂੰ ਛੱਡਤਾ। ਮੈਂ ਕਿਹਾ ਵੀ ਤੁਹਾਨੂੰ ਆਪਦੀ ਜਾਇਦਾਦ ਸਾਂਭੋ, ਨਾਲੇ ਮੇਰੇ ਜ਼ਮੀਨ ਜਾਇਦਾਦ ਨਾ ਹੋ ਗਈ ਸੀ। ਮੈਨੂੰ ਆਂਦੇ ਬਾਪੂ 22 ਕਿੱਲੇ ਜ਼ਮੀਨ ਤੇਰੇ ਨਾਂ ਬੋਲਦੇ, 30 ਸਾਲ ਹੋ ਗਏ। ਤਹਿਸੀਲਦਾਰ ਨੇ ਮੈਨੂੰ ਲੈ ਗਏ, ਸੇਖੋਂ ਤਹਿਸੀਲਦਾਰ ਲੱਗਿਆ ਸੀ, ਮੈਨੂੰ ਜਾਣਦਾ ਵੀ ਸੀ। ਮੈਂ ਉੱਥੇ ਬਿਆਨ ਦਿੱਤਾ ਜੀ ਮੈਂ ਤਾਂ ਇਹਨਾਂ ਦਾ ਰਾਖਾ ਹੈ, ਟਰੈਕਟਰ ਇਹਨਾਂ ਦੇ ਆ, ਬੰਦੇ ਇਹਨਾਂ ਦੇ ਆ, ਸਭ ਕੁਛ ਇਹਨਾਂ ਦਾ, ਮੇਰਾ ਜਾਇਦਾਦ ਚ ਕੁਛ ਨਹੀਂ। ਮੈਨੂੰ ਕਹਿੰਦਾ ਤਹਿਸੀਲਦਾਰ ਕਹਿੰਦਾ ਤੂੰ ਡਰਦਾ ਕਹਿਣਾ? ਮੈਂ ਕਿਹਾ ਹਾਂ ਮੈਂ ਡਰਦਾ ਕਹਿਣਾ। ਮੈਂ ਕਿਹਾ 10 ਲੱਖ ਦੇ ਕੇ ਮਰਵਾ ਦੇਣਗੇ ਤੇ ਮੇਰੇ ਬੱਚਿਆਂ ਦੇ ਨਾਲ ਮੇਰੇ ਤਿਲਕ ਲੱਗ ਜੂ ਵੀ ਇਹ ਜੰਬਾਨੀਆਂ ਦੀ ਜ਼ਮੀਨ ਦੱਬਦਾ ਸੀ ਤਾਂ ਮਰਵਾਤਾ। ਉਹ ਤਹਿਸੀਲਦਾਰ ਨੇ ਕਲਮ ਮੂੰਹ ਚ ਲੈ ਲਈ, ਮੈਨੂੰ ਆਂਦਾ ਚੰਗਾ ਦੇ ਲਿਖ ਕੇ। ਮੈਂ ਲਿਖ ਕੇ ਦੇਤਾ, ਜ਼ਮੀਨ ਉਹਨਾਂ ਨੇ ਤੋੜਤੀ। ਫਿਰ 5-7 ਸਾਲ ਹੋਰ। ਸਕੂਲ ਗਏ ਫਿਰ ਕਦੇ? ਨਾ ਮੈਂ ਨਹੀਂ ਫਿਰ ਉਦੋਂ ਬਾਅਦ ਗਿਆ। ਸਕੂਲ ਕਿਵੇਂ ਤੁਸੀਂ? ਬੇਬੇ ਬਾਪੂ ਦੀ ਇਹ ਕਹਾਣੀ ਦੇਖ ਕੇ ਜਾਂ ਵੀਡੀਓ ਦੇਖ ਕੇ
ਮਨ ਖੁਸ਼ ਇਸ ਕਰਕੇ ਹੁੰਦਾ ਹੈ ਕਿ ਇਸ ਉਮਰ ਦੇ ਵਿੱਚ ਵੀ ਅਜੇ ਥੱਕਦੇ ਨਹੀਂ, ਰੁਕਦੇ ਨਹੀਂ ਤੇ ਲੋਕਾਂ ਨੂੰ ਚਾਹੀਦਾ ਵੀ ਇਹ ਹੈ ਸਾਰੀ ਜ਼ਿੰਦਗੀ ਕੰਮ ਕਰਨਾ ਚਾਹੀਦਾ। ਸਰੀਰ ਕਦੀ ਬੁੱਢਾ ਨਹੀਂ ਹੁੰਦਾ, ਸਰੀਰ ਕਦੀ ਥੱਕਦਾ ਨਹੀਂ। ਉਮਰ ਦੇ ਹਿਸਾਬ ਨਾਲ ਭਾਵੇਂ ਕਈ ਬਿਮਾਰੀਆਂ ਘੇਰਾ ਬੰਦੇ ਨੂੰ ਆ ਕੇ ਪਾ ਲੈਂਦੀਆਂ ਨੇ, ਪਰ ਹਿੰਮਤ ਨਹੀਂ ਹਾਰਨੀ ਚਾਹੀਦੀ। ਜਿਵੇਂ ਬਜ਼ੁਰਗਾਂ ਨੇ ਦੱਸਿਆ, ਘਰ ਬਾਹਰ ਕੋਠੀ ਸਾਰਾ ਕੁਝ ਹੈਗਾ ਤੇ 2 ਪੁੱਤ ਦੇਸ਼ ਦੀ ਸੇਵਾ ਦੇ ਵਿੱਚ ਹਾਜ਼ਰ ਨੇ। ਇਹ ਚੰਗੀ ਗੱਲ ਹੈ। ਕਿਸਾਨਾਂ ਦੇ ਪੁੱਤ, ਆਮ ਪਰਿਵਾਰਾਂ ਦੇ, ਜ਼ਿਮੀਂਦਾਰਾਂ ਦੇ, ਜਾਂ ਫਿਰ ਕਹਿ ਲਈਏ ਗਰੀਬ ਪਰਿਵਾਰਾਂ ਦੇ ਹੀ ਧੀਆਂ ਪੁੱਤ ਬਾਰਡਰ ਤੇ ਖੜੇ ਹੁੰਦੇ ਨੇ। ਕਦੀ ਕਿਸੇ ਸਿਆਸਤਦਾਨ ਦਾ ਸੁਣਿਆ? ਜੇ ਸੁਣਿਆ ਤਾਂ ਦੱਸ ਦਿਓ ਕਮੈਂਟ ਕਰਕੇ, ਤੁਸੀਂ ਵੀ ਸ਼ਾਇਦ ਸੁਣਿਆ ਵੀ ਹੋਵੇ, ਸ਼ਾਇਦ ਬਹੁਤਿਆਂ ਨੇ ਨਾ ਵੀ ਸੁਣਿਆ ਹੋਵੇ। ਦੂਸਰੇ ਪਾਸੇ ਇੱਕ ਚਿੰਤਾ ਦੀ ਗੱਲ ਹੈ, ਜਾਂਦੇ ਜਾਂਦੇ ਉਧਰ ਵੀ ਧਿਆਨ ਦੇਣਾ ਚਾਹੀਦਾ। ਭਾਰਤ ਦਾ ਸੂਬਾ ਗੁਜਰਾਤ, ਅਰਬ ਸਾਗਰ ਦੇ ਵਿੱਚੋਂ ਤੂਫਾਨ ਉੱਠਿਆ। ਕਿਹਾ ਜਾ ਰਿਹਾ ਹੈ ਕਿ ਅਗਲੇ 24 ਘੰਟਿਆਂ ਤੱਕ ਸਮੁੰਦਰੀ ਤੱਟ ਦੇ ਨਾਲ ਜਦੋਂ ਉਹ ਟਕਰਾਉਣਾ ਤਾਂ ਨੁਕਸਾਨ ਵੱਡੇ ਪੱਧਰ ਤੇ ਹੋ ਸਕਦਾ ਹੈ। ਮੌਸਮ ਵਿਭਾਗ ਦੀ ਜਾਣਕਾਰੀ ਦੇ ਅਨੁਸਾਰ 158 ਤੋਂ 160 165 ਕਿਲੋਮੀਟਰ ਪ੍ਰਤੀ ਘੰਟੇ ਦੀ ਰਫ਼ਤਾਰ ਦੇ ਨਾਲ ਹਵਾਵਾਂ ਚੱਲ ਸਕਦੀਆਂ ਨੇ ਤੇ ਅੰਦਾਜ਼ਾ ਲਗਾਇਆ ਜਾ ਸਕਦਾ ਕਿ ਕਿੰਨਾ ਕੁ ਨੁਕਸਾਨ ਹੋ ਸਕਦਾ ਹੈ। 58 ਸਾਲ ਦਾ ਪਿਛਲਾ ਇਤਿਹਾਸ ਇਹ ਕਹਿੰਦਾ ਪਿਆ ਕਿ ਜਦੋਂ ਵੀ ਇਸ ਤਰ੍ਹਾਂ ਦੇ ਤੂਫਾਨ ਆਏ ਨੇ ਤਾਂ ਵੱਡੇ ਪੱਧਰ ਤੇ ਨੁਕਸਾਨ ਹੋਇਆ। ਪੱਛਮੀ ਬੰਗਾਲ ਵਿੱਚ ਵੀ ਪਿਛਲੇ ਦਿਨੀ ਜਦੋਂ ਤੂਫਾਨ ਆਇਆ ਤਾਂ ਬਹੁਤ ਨੁਕਸਾਨ ਹੋਇਆ। 58 ਸਾਲ ਵਿੱਚ ਜਦੋਂ 1965 ਤੋਂ ਲੈ ਕੇ 2022 ਤੱਕ ਅਰਬ ਸਾਗਰ ਦੇ ਵਿੱਚੋਂ ਅਜਿਹੇ 13 ਖਤਰਨਾਕ ਤੂਫਾਨ ਉੱਠੇ ਨੇ ਜਿਨ੍ਹਾਂ ਕਰਕੇ ਤਬਾਹੀ ਬਹੁਤ ਜ਼ਿਆਦਾ ਹੋਈ ਹੈ। ਤੇ ਇਹ ਯਾਦ ਜਿਹੜੀ ਹੈ ਹੁਣ ਗੁਜਰਾਤ ਦੇ ਵਿੱਚ ਤੂਫਾਨ ਆ ਰਿਹਾ ਹੈ। 24 ਸਾਲ ਪਹਿਲਾਂ ਸੁਪਰ ਸਾਈਕਲੋਨ ਆਇਆ ਸੀ, ਉਹਦੀ ਯਾਦ ਦਵਾ ਰਿਹਾ ਹੈ। ਉਹ ਇਸ ਕਰਕੇ ਹੈ ਕਿ 1999 ਦੇ ਵਿੱਚ ਤੂਫਾਨ ਉੜੀਸਾ ਦੇ ਵਿੱਚ ਆਇਆ ਤਾਂ ਉਸ ਵੇਲੇ ਬਹੁਤ ਸਾਰੀਆਂ ਮੌਤਾਂ ਹੋਈਆਂ। ਇੱਕ ਤੂਫਾਨ ਇਸ ਤਰ੍ਹਾਂ ਦੇ ਇਹਨਾਂ ਦੇ ਵਿੱਚੋਂ ਆਇਆ ਜਦੋਂ 9800 ਤੋਂ ਵੱਧ ਮੌਤਾਂ ਹੋਈਆਂ। ਹਾਲਾਂਕਿ ਅਧਿਕਾਰਿਕ ਤੌਰ ਤੇ ਇੰਨੀ ਕੁ ਮੌਤਾਂ ਦਾ ਅੰਕੜਾ ਸੀ, ਪਰ 17,000 ਬੰਦਾ ਅਜੇ ਤੱਕ ਲਾਪਤਾ ਹੈ। ਉਸ ਤੂਫਾਨ ਦਾ ਮਿਲਿਆ ਹੀ ਨਹੀਂ, ਮੌਤਾਂ ਦੇ ਵਿੱਚ ਸ਼ਾਮਲ ਨਹੀਂ ਕੀਤਾ, ਪਰ ਲਾਪਤਾ ਦਿਖਾਇਆ ਗਿਆ। ਉਹ ਲੋਕ ਕਿੱਥੇ ਹੋਣਗੇ ਅੱਜ ਤੱਕ ਪਤਾ ਨਹੀਂ, ਪਰ ਅਸੀਂ ਸੁੱਖ ਮੰਗਦੇ ਹਾਂ, ਅਸੀਂ ਦੁਆਵਾਂ ਕਰਦੇ ਹਾਂ ਕਿ ਗੁਜਰਾਤ ਦੇ ਵਿੱਚ ਜਿਸ ਤਰ੍ਹਾਂ ਇਹ ਚੇਤਾਵਨੀ ਜਾਰੀ ਕੀਤੀ ਹੈ ਮੌਸਮ ਵਿਭਾਗ ਨੇ ਕਿ ਆਉਂਦੇ ਦਿਨਾਂ ਨੂੰ ਤੂਫਾਨ ਆ ਸਕਦਾ, ਸਾਰਾ ਕੁਝ ਠੀਕ ਰਹੇ। ਵੈਸੇ ਇਹ ਗੱਲ ਇਹ ਵੀ ਹੈ ਕਿ 50,000 ਤੋਂ ਵੱਧ ਲੋਕਾਂ ਨੂੰ ਸੁਰੱਖਿਅਤ ਥਾਵਾਂ ਤੇ ਪਹੁੰਚਾ ਦਿੱਤਾ ਗਿਆ। NDRF ਦੀਆਂ ਟੀਮਾਂ ਉੱਥੇ ਤਾਇਨਾਤ ਕਰ ਦਿੱਤੀਆਂ ਗਈਆਂ ਨੇ। ਕੁਝ ਦਿਨ ਪਹਿਲਾਂ ਭਾਜਪਾ ਦੇ ਕੌਮੀ ਪ੍ਰਧਾਨ JP ਨੱਡਾ ਤੇ ਉੱਥੋਂ ਦੇ ਮੁੱਖ ਮੰਤਰੀ ਸਾਹਿਬ ਨੇ ਮੁਲਾਕਾਤ ਵੀ ਕੀਤੀ ਤੇ ਇਹ ਦੱਸਿਆ ਕਿ ਕਿਸ ਹਿਸਾਬ ਦੇ ਨਾਲ ਤਿਆਰੀਆਂ ਕੀਤੀਆਂ ਜਾ ਰਹੀਆਂ ਨੇ। ਸੋ ਅਸੀਂ ਸੁੱਖ ਮੰਗਦੇ ਹਾਂ ਕਿ ਸਾਰਾ ਕੁਝ ਠੀਕ ਰਹੇ, ਪਰ ਆਉਂਦੇ 24 ਘੰਟੇ ਗੁਜਰਾਤ ਲਈ ਬਹੁਤ ਮਹੱਤਵਪੂਰਨ ਹੋਣ ਵਾਲੇ ਨੇ। ਆਉਂਦੇ ਇੱਕ ਸਮੇਂ ਦੇ ਦੌਰਾਨ ਕੁਝ ਵੀ ਹੋ ਸਕਦਾ ਹੈ। ਇੱਕ ਸਮਾਂ ਉਹ ਵੀ ਸੀ ਜਦੋਂ ਸਾਈਕਲੋਨ ਇਸ ਤਰ੍ਹਾਂ ਦਾ ਆਇਆ ਕਿ ਜਾਨਵਰ ਦੀਆਂ ਬੋਡੀਆਂ ਕਹਿ ਸਕਦੇ ਅਸੀਂ ਦਰਖਤਾਂ ਤੇ ਟੰਗੀਆਂ ਗਈਆਂ ਤੇ ਬਹੁਤ ਸਾਰੇ ਇਨਸਾਨ ਉਸ ਵੇਲੇ ਲਾਪਤਾ ਹੋ ਗਏ। ਤੇ ਜੇਕਰ ਇਹੀ ਹੈ ਤੇ 2013 ਦੇ ਵਿੱਚ ਤੂਫਾਨ ਫੇਲਿਨ ਆਇਆ, 2014 ਦੇ ਵਿੱਚ ਹੁਦਹੁਦ, 2016 ਵਿੱਚ ਵਰਦਾ, 2018 ਵਿੱਚ ਤਿਤਲੀ, 2019 ਦੇ ਵਿੱਚ ਫਨੀ ਤੇ ਬੁਲਬੁਲ ਤੂਫਾਨ 2020 ਚ ਆਏ ਸੀਗੇ। ਇਹ ਜਿਸ ਹਿਸਾਬ ਨਾਲ ਹੁਣ ਤੂਫਾਨ ਆ ਰਿਹਾ ਹੈ, ਆਉਂਦੇ ਦਿਨਾਂ ਨੂੰ ਹੋ ਸਕਦਾ ਹੈ ਕਿ ਗੁਜਰਾਤ ਦਾ ਨੁਕਸਾਨ ਵੱਡੇ ਪੱਧਰ ਤੇ ਹੋ ਜਾਵੇ। ਅਸੀਂ ਫਿਰ ਕਹਿੰਦੇ ਹਾਂ, ਸੁੱਖ ਮੰਗਦੇ ਹਾਂ ਕਿ ਸਾਰਾ ਕੁਝ ਠੀਕ ਰਹੇ। ਪ੍ਰੋਗਰਾਮ ਨੂੰ ਇੱਥੇ ਸਮਾਪਤ ਕਰਦੇ ਹਾਂ। ਉਮੀਦ ਕਰਦੇ ਹਾਂ ਤੁਹਾਨੂੰ ਅੱਜ ਦਾ ਇਹ ਪ੍ਰੋਗਰਾਮ ਜ਼ਰੂਰ ਪਸੰਦ ਆਇਆ ਹੋਣਾ। ਜੇਕਰ ਤੁਹਾਡਾ ਕੋਈ ਸੁਝਾਅ ਹੁੰਦਾ ਤਾਂ ਟਿੱਪਣੀ ਜ਼ਰੂਰ ਕਰਿਆ ਕਰੋ। ਜੇਕਰ ਤੁਹਾਨੂੰ ਲੱਗਦਾ ਹੈ ਕਿ ਪ੍ਰੋਗਰਾਮ ਨੂੰ ਅੱਗੇ ਵੱਲ ਤੋਰਨਾ ਚਾਹੀਦਾ, ਲਾਈਕ, ਸ਼ੇਅਰ ਤੇ ਕਮੈਂਟ ਜ਼ਰੂਰ ਕਰਿਆ ਕਰੋ। ਪ੍ਰੋਗਰਾਮ ਨੂੰ ਸਮਾਪਤ ਕਰਦੇ ਹਾਂ। ਮੈਨੂੰ ਨਵਜੀਤ ਨੂੰ ਦਿਓ ਇਜਾਜ਼ਤ। ਦੇਖਦੇ ਰਹੋ ਪ੍ਰਾਈਮ ਏਸ਼ੀਆ TV, ਤੁਹਾਡਾ ਆਪਣਾ, ਤੁਹਾਡੇ ਲਈ।